एक ओंकार सतनाम करता पुरख निरभव निर्वैर अकाल मूरत अजूनी सैभं गुर प्रसाद जप आदि साचु जुगाद साचु है भी साचु नानक होसी भी साचु चक्र चिहन अर बरन जात अर पात नहन जिह रूप रंग अर रेख पेख को कह न सकत किह अचल मूरत अनपहो प्रकाश अमित तोज कह जा कोटे इंद्र इंद्राणे साहि सहाणे गणिज त्रिभुवन महीप सुर नर असुर नेत नेत बन तृण कहत सर्ब नाम कथ कवन कर्म नाम बरनत सुमत निर्जुर निरूप हो के सुंदर स्वरूप हो के पूपन के पूप हो के दाता महादान हो प्राण के बचैया दूध पूत के देवैया रोग सोग के मिटैया के दाव मानी महामान हो विद्या के विचार हो के अद्वैत अवतार हो के सिद्धता की सूरत हो के शुद्धता की शान हो जोबन के जाल हो के काल हूँ के काल हो के सत्रन के सूल हो के मित्रन के प्राण हो जग और न याहि महात्म में अवतार उजागर आन कियाओ तिनके दुख कोटिक दूर गए मथुरा जिन अमृत नाम पियो यह पद्धते ते मत चुके रे मन भेद बभेद न जान बियो परताश हृदय गुर अर्जुन का हर पूरन ब्रह्म निवास लियाओ मूक उच्चर शास्त्र खट पिंग गिरन चढ़ जाई अंध लख बदरो सुन जाओ काली कृपा कराई अंध सुन बदरो
ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਧੰਨ ਉਹ ਮਸਤਕ ਧੰਨ ਤੇਰੇ ਨੇਤ, ਧੰਨ ਓਏ ਭਗਤ ਜਿਨ ਤੁਮ ਸੰਗ ਹੇਤ। ਧੰਨ ਉਹ ਮਸਤਕ ਧੰਨ ਤੇਰੇ ਨੇਤ, ਧੰਨ ਓਏ ਭਗਤ ਜਿਨ ਤੁਮ ਸੰਗ ਹੇਤ। ਨਾਮ ਬਿਨਾ ਕੈਸੇ ਸੁਖ ਲਹੀਐ, ਰਸਨਾ ਰਾਮ ਨਾਮ ਜਸ ਕਹੀਐ। ਰਹਾਉ ਤਿਨ ਊਪਰ ਜਾਈਐ ਕੁਰਬਾਨ, ਨਾਨਕ ਜਿਨ ਜਪਿਆ ਨਿਰਵਾਣ। ਤਿਨ ਊਪਰ ਜਾਈਐ ਕੁਰਬਾਨ, ਨਾਨਕ ਜਿਨ ਜਪਿਆ ਨਿਰਵਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ, ਚਵਰ ਤਖਤ ਛਤਰ ਸਿੰਘਾਸਨ ਦੇ ਮਾਲਿਕ, ਚੋਜੀ ਪ੍ਰੀਤਮ ਕਲਗੀਧਰ ਪਿਤਾ, ਨੀਲੇ ਦੇ ਸ਼ਾਹ ਅਸਵਾਰ, ਧਰਮ ਰੱਖਿਅਕ, ਗਰੀਬਾਂ ਦੇ ਮਜ਼ਲੂਮਾਂ ਦੇ ਸਹਾਇਕ, ਦੁਸ਼ਟਾਂ ਮਲੇਸ਼ਾਂ ਦੇ ਭਖਸ਼ਕ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸਰਬਤ ਜੀਵਾਂ ਦੇ ਉੱਪਰ ਦਇਆਲਤਾ, ਕਿਰਪਾਲਤਾ, ਰਹਿਮਤ ਬਖਸ਼ਿਸ਼ ਕਰਕੇ ਆਪਣੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦਸਾਂ ਹੀ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਕ ਸਰੂਪ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਸਤ ਸੰਗਤ ਰੂਪੀ ਗੋਦ ਬਖਸ਼ਿਸ਼ ਕਰਕੇ ਸਭਨਾਂ ਨੂੰ ਨਿਹਾਲ ਕਿਰਤਾਰਥ ਕਰ ਰਹੇ ਨੇ। ਵਡਭਾਗੀ ਜਨਾਂ ਨੇ ਸਤਿਗੁਰੂ ਜੀ ਦੇ ਸੱਚਖੰਡ ਦਰਬਾਰ ਵਿਖੇ ਆ ਕਰਕੇ ਤਖਤ ਸਾਹਿਬ ਦੇ ਸਤਿਗੁਰੂ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਕੇ ਪਾਵਨ ਅੰਮ੍ਰਿਤਮਈ ਗੁਰਬਾਣੀ ਨੂੰ ਸ਼ਰਵਣ ਕਰਕੇ, ਗਾਇਨ ਕਰਕੇ, ਪੜ੍ਹ ਕਰਕੇ ਸਤਿਗੁਰੂ ਜੀ ਦੇ ਦਰੋਂ ਘਰੋਂ ਪ੍ਰੇਮ ਰਸ ਨੂੰ ਪ੍ਰਾਪਤ ਕਰਨਾ ਕੀਤਾ ਹੈ, ਆਤਮਿਕ ਆਨੰਦ ਨੂੰ ਮਾਣਿਆ ਹੈ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਮਹਾਰਾਜ ਸਾਹਿਬ ਜੀ ਦੀ ਚੱਲ ਰਹੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸ਼ਰਵਣ ਕਰਨੇ ਦਾ। ਸਰਬਤ ਮਾਈ ਭਾਈ ਜਗਿਆਸੂ ਜਨ ਨੇਮੀ ਪ੍ਰੇਮੀ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦੇ ਨਾਲ ਜੋੜਦਿਆਂ ਹੋਇਆਂ ਹਰਿ ਜਸ ਸ਼ਰਵਣ ਕਰਨਾ ਕਰੀਏ। ਸੋਹਣੇ ਹਰ ਕਥਾ ਉਤਾਰੀ ਮੈਲ, ਵਾਹਿਗੁਰੂ ਜੀ ਦੀ ਨਾਮ ਬਾਣੀ ਦੀ ਕਥਾ ਨੂੰ ਸ਼ਰਵਣ ਕਰਕੇ ਹਿਰਦਿਆਂ ਦੀ ਮੈਲ ਨੂੰ ਉਤਾਰਨ ਦਾ, ਧੋਣੇ ਦਾ ਯਤਨ ਕਰੀਏ। ਗਰੀਬ ਨਿਵਾਜ ਸਾਹਿਬ ਜੀ ਦੇ ਨਾਮ ਦਾ ਉਚਾਰਨਾ ਕਰੀਏ। ਰਸਨਾ ਦੀ ਪਵਿੱਤਰਤਾ ਤੇ ਹਿਰਦੇ ਦੀ ਇਕਾਗਰਤਾ ਵਾਸਤੇ ਬੋਲਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਪੰਜਵੇਂ ਸਰਗੁਣ ਸਰੂਪ
ਸ਼ਹੀਦਾਂ ਦੇ ਸਿਰ ਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਸਰਬਤ ਜੀਆਂ ਦੇ ਉੱਪਰ ਦਇਆਲਤਾ ਕਿਰਪਾਲਤਾ ਕਰਕੇ ਸਭਨਾ ਦਾ ਪਾਰ ਉਤਾਰਾ ਕਰਨੇ ਵਾਲੇ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਜਗਿਆਸੂ ਜਨਾਂ ਨੇ ਬੇਨਤੀ ਕਰਨਾ ਕੀਤੀ ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸ੍ਰੇਸ਼ਟ ਮਸਤਕ ਕਿਸ ਦਾ ਹੈ, ਭਾਵ ਮਸਤਕ ਦੇ ਭਾਗ ਸ੍ਰੇਸ਼ਟ ਕਿਸ ਦੇ ਹਨ। ਇਸੇ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਮਸਤਕ ਮੱਥਾ ਸਫਲਾ ਕਿਸ ਦਾ ਹੈ ਤੇ ਨੇਤਰ ਕਿਸ ਦੇ ਸਫਲੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਫਰਮਾਉਂਦੇ ਹਨ ਜੀ। ਧੰਨ ਉਹ ਮਸਤਕ, ਧੰਨ ਤੇਰੇ ਨੇਤ। ਹਜ਼ੂਰ ਫਰਮਾਵਣਾ ਕਰਦੇ ਨੇ ਪਿਆਰਿਓ, ਗੁਰੂ ਘਰ ਦੇ ਵਿੱਚ ਕੇਵਲ ਤਾਂ ਕੇਵਲ ਮਹਾਨਤਾ ਨਾਮ ਦੀ ਹੈ। ਜਿਹੜਾ ਨਾਮ ਦਾ ਸਿਮਰਨ ਕਰਦਾ ਹੈ, ਨਾਮ ਮਿਲਣਾ ਕਿੱਥੋਂ ਹੈ? ਸਤਿਗੁਰੂ ਜੀ ਦੇ ਪਾਸੋਂ। ਇਸ ਕਰਕੇ ਜਿਹੜਾ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਚੱਲ ਕਰਕੇ ਆਉਂਦਾ ਹੈ ਤੇ ਆ ਕਰਕੇ ਗੁਰ ਪਰਮੇਸ਼ਰ ਜੀ ਦੇ ਚਰਨਾਂ ਦੇ ਵਿੱਚ ਮਸਤਕ ਟੇਕਣਾ ਕਰਦਾ ਹੈ। ਧੰਨ ਹੈ ਉਹ ਮਸਤਕ, ਧੰਨ ਹੈ ਉਹ ਮੱਥਾ ਜਿਹੜਾ ਆ ਕਰਕੇ ਸਤਿਗੁਰੂ ਜੀ ਦੇ ਚਰਨਾਂ ਤੇ ਝੁਕਦਾ ਹੈ, ਛੂਹਦਾ ਹੈ, ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਨਾ ਕਰਦਾ ਹੈ। ਕਿਸੇ ਕਵੀ ਦੇ ਬੜੇ ਸੁੰਦਰ ਬਚਨ ਨੇ, ਸਰ ਜਿਸ पे ना झुक जाए उसे दर नहीं कहते, हर दर पे जो झुक जाए उसे सर नहीं कहते। जिस दर ते आकर के अपने आप सीस झुकना ना जावे अंतर आत्मे तो प्रेम दे नाल, फिर काहदा दर है वो? दर ते वो है जिथे आकर के सुते सिद्ध ही सुभावक ही निर्जतन अपने आप सीस झुक जावे। ਤੇ ਅਗਲੇ ਬਚਨ ਵਿੱਚ ਕਹਿਣਾ ਕੀਤਾ, ਫਿਰ ਜਿਹੜਾ ਸੀਸ ਸਭ ਜਗ੍ਹਾ ਤੇ ਜਾ ਕੇ ਝੁਕ ਗਿਆ, ਮੜੀਆਂ ਤੇ ਵੀ, ਮੱਟਾਂ ਤੇ ਵੀ, ਕਬਰਾਂ ਤੇ ਵੀ, ਭੂਤਾਂ ਬੇਤਾਲਾਂ ਦੇ ਜਾ ਕੇ ਵੀ ਝੁਕ ਗਿਆ, ਦੇਵੀ ਦੇਵਤਿਆਂ ਦੇ ਵੀ ਝੁਕ ਗਿਆ, ਫਿਰ ਉਹ ਸਿਰ ਅਖਵਾਉਣ ਦਾ ਹੱਕ ਵੀ ਨਹੀਂ ਰੱਖਦਾ। ਦਰ ਉਹ ਹੈ ਜਿੱਥੇ ਹਰ ਕਿਸੇ ਦਾ ਸੀਸ ਝੁਕੇ, ਤੇ ਸੀਸ ਉਹ ਹੈ ਜਿਹੜਾ ਇੱਕ ਹੀ ਦਰ ਤੇ ਝੁਕੇ। ਐਸਾ ਦਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਹੈ। ਅਤ ਊਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਇਹ ਦਰ ਏਡਾ ਵੱਡਾ ਹੈ ਨਾ, ਜਿੱਥੇ ਦੇਵੀਆਂ ਦੇਵਤੇ ਵੀ ਆ ਕਰਕੇ ਸੀਸ ਝੁਕਾਉਂਦੇ ਨੇ, ਸੇਵਾ ਕਰਦੇ ਨੇ, ਦਾਤਾਂ ਪ੍ਰਾਪਤ ਕਰਦੇ ਨੇ, ਤੇ ਫਿਰ ਆਪਣੇ ਭਗਤਾਂ ਨੂੰ ਜਾ ਕੇ ਵੰਡਦੇ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਦਰਬਾਰ ਵਿਖੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਦੋਂ ਸੇਵਾਦਾਰ ਦੇ ਰੂਪ ਵਿੱਚ ਆਏ ਨੇ, ਅੰਮ੍ਰਿਤ ਵੇਲੇ ਉੱਠੇ ਨੇ, ਇਸ਼ਨਾਨ ਕੀਤਾ ਹੈ, ਸਤਿਗੁਰੂ ਜੀ ਦੇ ਦਰਸ਼ਨ ਵਾਸਤੇ ਜਾ ਰਹੇ ਨੇ। ਕੀ ਤੱਕਦੇ ਨੇ? ਇੱਕ ਲਾਲ ਬਸਤਰਾਂ ਵਾਲੀ ਬੀਬੀ ਹੈ ਤੇ ਗੁਰੂ ਜੀ ਦੇ ਦਰ ਤੇ ਝਾੜੂ ਫੇਰ ਰਹੀ ਹੈ। ਤੇ ਇਸ ਵੇਲੇ ਅਨੁਮਾਨ ਲਗਾ ਕਰਕੇ ਪੁੱਛਣਾ ਕੀਤਾ, ਬੀਬੀ ਤੂੰ ਕੌਣ ਹੈ? ਤੇ ਤਿਸ ਵੇਲੇ ਕਹਿਣਾ ਕੀਤਾ, ਜੀ ਮੈਂ ਦੇਵੀ ਹਾਂ, ਜਵਾਲਾਮੁਖੀ ਹਾਂ। ਹੇ ਜਵਾਲਾਮੁਖੀ ਦੇਵੀ, ਤੂੰ ਇੱਥੇ ਕਿਵੇਂ ਹੈ? ਤੂੰ ਤੇ ਇੱਥੇ ਝਾੜੂ ਫੇਰ ਰਹੀ ਹੈ, ਤੈਨੂੰ ਤੇ ਸੰਸਾਰ ਦੇ ਲੋਕ ਦੇਵੀ ਕਰਕੇ, ਮਾਤਾ ਕਰਕੇ ਜਾਣਦੇ, ਇਸ ਦਰ ਦੀ ਤੇ ਤੂੰ ਸੇਵਾਦਾਰਨੀ ਹੈ। ਹੱਥ ਜੋੜ ਕਰਕੇ ਕਹਿਣਾ ਕੀਤਾ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਮ ਪਿਤਾ ਪਰਮੇਸ਼ਵਰ ਜੀ ਦੇ ਸਰਗੁਣ ਸਰੂਪ ਨੇ, ਮੈਂ ਹੀ ਨਹੀਂ, ਸਾਰੀਆਂ ਦੇਵੀਆਂ ਤੇ ਦੇਵਤੇ ਇੱਥੇ ਦੇ ਝਾੜੂ ਬਰਦਾਰ ਨੇ। ਇੱਥੇ ਆ ਕਰਕੇ ਸੇਵਾ ਕਰਕੇ ਅਸੀਂ ਵਰ ਪ੍ਰਾਪਤ ਕਰਦੇ ਹਾਂ, ਤੇ ਜੋ ਵਰ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਦੇ ਪਾਸੋਂ ਬਖਸ਼ਿਸ਼ਾਂ ਲੈ ਜਾਂਦੇ ਹਾਂ, ਫਿਰ ਉਹ ਜਾ ਕੇ ਆਪਣੇ ਭਗਤਾਂ ਦੇ ਵਿੱਚ ਵੰਡਦੇ ਹਾਂ। ਐਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰ ਹੈ ਜੋ ਵੱਡਿਆਂ ਤੋਂ ਵੱਡਾ, ਸਾਰਿਆਂ ਤੋਂ ਵੱਡਾ ਹੈ। ਭਾਈ ਨੰਦ ਲਾਲ ਸਿੰਘ ਜੀ ਲਿਖਣਾ ਕਰਦੇ ਨੇ ਨਾ, ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦਾ ਦਰ ਐਸਾ ਵੱਡਾ, ਇੱਥੇ ਆ ਕਰਕੇ ਸੁਤੇ ਸਿੱਧ ਸੁਭਾਵਕ ਆਪਣੇ ਆਪ ਸੀਸ ਝੁਕ ਜਾਂਦਾ ਹੈ। ਕੇਵਲ ਤਾਂ ਕੇਵਲ ਇਨਸਾਨਾਂ ਦਾ, ਮਨੁੱਖਾਂ ਦਾ ਹੀ ਨਹੀਂ, ਹਜ਼ਾਰ ਈਸਰੋ ਇੰਦਰ ਦਰ ਪਾਇਓ। ਪਤਾ ਨਹੀਂ ਕਿਤਨੇ ਕੁ ਹਜ਼ਾਰਾਂ ਮਹਾਦੇਵ ਸ਼ਿਵ ਜੀ ਆਪ ਜੀ ਦੇ ਦਰ ਤੇ ਆ ਕਰਕੇ ਸੀਸ ਝੁਕਾਉਂਦੇ ਨੇ, ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ। ਤੇ ਜੇ ਕੋਈ ਆਖੇ ਜੀ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਤਾਂ ਤਿੰਨ ਤਿਰ ਦੇਵ ਵੱਡੇ ਦੇਵਤੇ ਨੇ, ਇਹ ਗੁਰੂ ਕੇ ਦਰ ਤੇ ਆ ਕੇ ਕਿਉਂ ਝੁਕਦੇ ਨੇ? ਤੇ ਭਾਈ ਨੰਦ ਲਾਲ ਸਿੰਘ ਜੀ ਬਚਨ ਕਰਨਾ ਕਰਦੇ ਨੇ, ਜੇ ਹਰ ਬਰ ਤਰਿੰ ਜਾਇਓ,
ਕਿਉਂਕਿ ਜਿਹੜਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਦਰ ਹੈ ਨਾ, ਇਹ ਸਾਰਿਆਂ ਵੱਡੇ ਵੱਡੇ ਵਡਿੱਕਿਆਂ ਦੇ ਦਰ ਤੋਂ ਵੀ ਵੱਡਾ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਸਾਰਿਆਂ ਤੋਂ ਵੱਡੇ ਦਾਤੇ ਪਰਮ ਪਿਤਾ ਪਰਮੇਸ਼ਵਰ ਜੀ ਦੇ ਸਰਗੁਣ ਸਰੂਪ ਗੁਰੂ ਨਾਨਕ ਜੀ ਦਾ ਦਰ ਹੈ ਨਾ। ਹਜ਼ਾਰਾਂ ਚੋਂ ਧਰੂ, ਹਜ਼ਾਰਾਂ ਚੋਂ ਬਿਸ਼ਨ, ਬਸੇ ਰਾਮ ਰਾਜਾ, ਬਸੇ ਕਾਨ ਕਿਸ਼ਨ। ਇਹ ਦਰ ਤੇ ਏਡਾ ਵੱਡਾ ਹੈ। ਦੁਨੀਆ ਇੱਕ ਧਰੂ ਭਗਤ ਨੂੰ ਜਾਣਦੀ ਏ, ਇੱਕ ਵਿਸ਼ਨੂੰ ਜੀ ਨੂੰ ਜਾਣਦੀ ਏ, ਪਰ ਪਤਾ ਨਹੀਂ ਕਿਤਨੇ ਕੁ ਹਜ਼ਾਰਾਂ ਧਰੂ ਵਰਗੇ ਭਗਤ ਤੇ ਕਿਤਨੇ ਕੁ ਹਜ਼ਾਰਾਂ ਵਰਗੇ ਵਿਸ਼ਨੂੰ ਭਗਵਾਨ ਵਰਗੇ ਦੇਵਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਨਿਵਾਸ ਕਰਦੇ ਨੇ। ਬਸੇ ਰਾਮ ਰਾਜਾ, ਬਸੇ ਕਾਨ ਕਿਸ਼ਨ। ਇੱਥੇ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਕ੍ਰਿਸ਼ਨ ਭਗਵਾਨ ਵਰਗੇ ਤੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਰਾਮਚੰਦਰ ਜੀ ਵਰਗੇ ਦੇਵਤੇ ਨੇ ਤੇ ਸਿਜਦਾ ਕਰਦੇ ਨੇ, ਨਤਮਸਤਕ ਹੁੰਦੇ ਨੇ, ਆ ਕਰਕੇ ਸਤਿਗੁਰੂ ਜੀ ਦੇ ਝਾੜੂ ਬਰਦਾਰ ਬਣਦੇ ਨੇ। ਹਜ਼ਾਰਾਂ ਚੋਂ ਦੇਵੀ ਚੋਂ ਗੋਰਖ ਹਜ਼ਾਰ, ਮਾਤਾ ਕੋਈ ਜਾਣੇ ਇੱਕ ਦੇਵੀ ਜਵਾਲਾਮੁਖੀ ਹੀ ਗੁਰੂ ਨਾਨਕ ਜੀ ਦੇ ਦਰ ਦੀ ਝਾੜੂ ਬਰਦਾਰ ਹੈ। ਇੱਥੇ ਝਾੜੂ ਫੇਰ ਕੇ ਤੇ ਵਰ ਲੈ ਕੇ ਜਾਂਦੀ ਏ। ਇੱਥੇ ਤਾਂ ਜਗਤ ਜਨਨੀ ਕਹੀ ਜਾਣ ਵਾਲੀ ਦੇਵੀ ਕਿਤਨੀ ਕੁ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰੂ ਕੇ ਦਰ ਦੀਆਂ ਸੇਵਾਦਾਰਨੀਆਂ ਨੇ, ਉਹਨਾਂ ਦੀ ਗਿਣਤੀ ਨਹੀਂ। ਦੁਨੀਆ ਇੱਕ ਗੋਰਖ ਸਿੱਧ ਤੇ 84 ਉਸ ਦੇ ਚੇਲਿਆਂ ਨੂੰ ਜਾਣਦੀ ਏ, ਪਰ ਕਿਤਨੇ ਕੁ ਹਜ਼ਾਰਾਂ ਗੋਰਖ ਵਰਗੇ ਸਿੱਧ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਵਸਦੇ ਸਿਜਦੇ ਨਮਸਕਾਰਾਂ ਕਰਦੇ ਨੇ, ਇਸ ਦਰ ਦੀ ਸ਼ਰਨ ਪੈਂਦੇ ਨੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ। ਹਜ਼ਾਰਾਂ ਚੋਂ ਦੇਵੀ ਚੋਂ ਗੋਰਖ ਹਜ਼ਾਰ ਕੇ ਪੇਸ਼ ਕਦਮ ਹਾਏ ਊਂਝਾ ਸੇ ਪਾਰ। ਸਾਰਿਆਂ ਨੇ ਆਪਣੇ ਆਪ ਨੂੰ ਸਤਿਗੁਰੂ ਜੀ ਦੇ ਦਰ ਤੇ ਪੇਸ਼ ਕੀਤਾ ਹੈ, ਭਾਵ ਆ ਕਰਕੇ ਸੇਵਾਦਾਰ ਹੋ ਕਰਕੇ ਸੇਵਾ ਕਮਾਉਂਦੇ ਨੇ। ਐਸਾ ਦਰ ਹੈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ, ਜਿੱਥੇ ਆ ਕਰਕੇ ਸਭਨਾਂ ਦਾ ਸੀਸ ਸੁਤੇ ਸੇ ਦੀ ਝੁਕ ਜਾਂਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ ਨਾ, ਨਿਤਾ ਪ੍ਰਤੀ ਦਾ ਕੌਤਕ ਹੈ। ਹਰ ਦੇਸ਼ ਦੇ, ਹਰ ਧਰਮ ਦੇ, ਹਰ ਮਜ਼ਹਬ ਦੇ ਲੋਕ ਆ ਕਰਕੇ ਸਿਜਦੇ ਕਰਦੇ ਨੇ। ਉੱਥੇ ਮਹਾਰਾਣੀਆਂ ਵੀ ਆਉਂਦੀਆਂ ਨੇ, ਉੱਥੇ ਰਾਜੇ ਵੀ ਆਉਂਦੇ ਨੇ, ਉੱਥੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਵੀ ਆਉਂਦੇ ਨੇ। ਕਿਸੇ ਦੇਸ਼ ਦਾ ਰਾਜਾ ਰਜਵਾੜਾ ਆ ਜਾਵੇ, ਕਿਸੇ ਧਰਮ ਮਜ਼ਹਬ ਦਾ ਆ ਜਾਵੇ, ਸਿਰ ਆਪਣੇ ਆਪ ਹੀ ਝੁਕ ਜਾਂਦਾ ਹੈ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਦਰਬਾਰ ਸਜਿਆ। ਭੀਮ ਚੰਦ ਨੇ ਭੰਗਾਣੀ ਵਾਲਾ ਜਿਹੜਾ ਯੁੱਧ ਸੀ ਕਲਗੀਧਰ ਸਾਹਿਬ ਜੀ ਦੇ ਨਾਲ, ਅਕਾਰਨ ਈਰਖਾ ਕਰਕੇ ਲੜਿਆ। ਵੱਡੀ ਭਾਰੀ ਸ਼ਿਕਸਤ ਹੋਈ ਹੈ ਰਾਜੇ ਭੀਮ ਚੰਦ ਨੂੰ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਫਤਿਹ ਹੋਈ ਹੈ। ਤੇ ਸਾਧ ਸੰਗਤ ਜੀ, ਜਿਹੜੀ ਅਸੀਂ ਫਤਿਹ ਬੁਲਾਉਂਦੇ ਆ ਨਾ, ਇਹ ਕਲਗੀਧਰ ਸਾਹਿਬ ਜੀ ਨੇ ਭੰਗਾਣੀ ਦਾ ਯੁੱਧ ਜਿੱਤ ਕੇ ਆਪਣੇ ਖਾਲਸਾ ਪੰਥ ਨੂੰ ਬਖਸ਼ੀ ਹੈ। ਜਿਸ ਵੇਲੇ ਮੈਦਾਨੇ ਜੰਗ ਦੇ ਅੰਦਰ ਗੁਰੂ ਸਾਹਿਬ ਜੀ ਦੀ ਫਤਿਹ ਹੋਈ, ਸਿੱਖਾਂ ਨੇ ਆ ਕਰਕੇ ਵਧਾਈਆਂ ਦਿੱਤੀਆਂ। ਸੱਚੇ ਪਾਤਸ਼ਾਹ ਆਪ ਜੀ ਨੂੰ ਵਧਾਈਆਂ, ਮੈਦਾਨੇ ਜੰਗ ਦੇ ਅੰਦਰ ਆਪ ਜੀ ਦੀ ਫਤਿਹ ਹੋਈ ਹੈ, ਆਪ ਜੀ ਦੀ ਜਿੱਤ ਹੋਈ ਹੈ। ਤੇ ਕਲਗੀਧਰ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਖਾਲਸਾ ਜੀ ਇਹ ਜਿੱਤ ਸਾਡੀ ਹੋਈ ਨਹੀਂ, ਇਹ ਜਿੱਤ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਪਣੀ ਜਿੱਤ ਹੈ। ਖਾਲਸਾ ਵੀ ਵਾਹਿਗੁਰੂ ਜੀ ਦਾ ਹੈ ਤੇ ਖਾਲਸੇ ਨੇ ਮੈਦਾਨੇ ਜੰਗ ਦੇ ਅੰਦਰ ਜੂਝ ਕਰਕੇ ਜਿੱਤ ਪ੍ਰਾਪਤ ਕੀਤੀ ਏ, ਇਹ ਜਿੱਤ ਵੀ ਵਾਹਿਗੁਰੂ ਦੀ ਹੈ। ਤੇ ਕਲਗੀਧਰ ਸਾਹਿਬ ਜੀ ਨੇ ਫਿਰ ਪ੍ਰਵਚਨ ਫਰਮਾਵਣਾ ਕੀਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਇਹ ਨਹੀਂ ਮਾਣ ਕੀਤਾ ਕਿ ਅਸੀਂ ਜਿੱਤੇ ਹਾਂ। ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਹੇ ਵਾਹਿਗੁਰੂ ਇਹ ਆਪ ਜੀ ਦੀ ਕਿਰਪਾ ਹੋਈ ਹੈ ਜੋ ਸਾਨੂੰ ਫਤਿਹ ਹਾਸਲ ਹੋਈ ਹੈ। ਹੁਣ ਭੀਮ ਚੰਦ ਹਾਰ ਖਾ ਕੇ, ਫੌਜਾਂ ਮਰਵਾ ਕੇ, ਬੇਇੱਜ਼ਤੀ ਕਰਾ ਕੇ ਸ਼ਰਮਿੰਦਾ ਹੋਇਆ, ਆਪਣੀ ਰਿਆਸਤ ਕਹਿਲੂਰ ਦੇ ਵਿੱਚ ਪੁੱਜਾ ਨਾ। ਤੇ ਕੁਝ ਇਸ ਦੇ ਜਿਹੜੇ ਸ਼ੁਭ ਚਿੰਤਕ ਨੇ, ਉਹਨਾਂ ਨੇ ਸੁਝਾਅ ਦਿੱਤਾ, ਰਾਜਾ ਕਲਗੀਧਰ ਸਾਹਿਬ ਜੀ ਇੱਥੋਂ ਬਹੁਤੀ ਦੂਰ ਨਹੀਂ, ਸ੍ਰੀ ਅਨੰਦਪੁਰ ਸਾਹਿਬ ਨੇ। ਤੇ ਜਿਨ੍ਹਾਂ ਸਤਿਗੁਰਾਂ ਦੇ ਉੱਪਰ ਫਤਿਹ ਸ਼ਾਹ ਦੇ ਸਮੇਤ ਕਿੰਨਿਆਂ ਰਾਜਿਆਂ ਹਰੀ ਚੰਦ ਵਰਗਿਆਂ ਦੇ ਨਾਲ ਮਿਲ ਕਰਕੇ ਕਲਗੀਧਰ ਸਾਹਿਬ ਜੀ ਦੇ ਉੱਪਰ ਹਮਲਾ ਕੀਤਾ, ਤੇ ਸਤਿਗੁਰੂ ਸਾਹਿਬ ਜੀ ਨੇ ਮੁੱਠੀ ਭਰ ਸਿੱਖਾਂ ਨੂੰ ਨਾਲ ਲੈ ਕਰਕੇ ਸਭਨਾਂ ਨੂੰ ਪਛਾੜ ਦਿੱਤਾ, ਹਰਾ ਦਿੱਤਾ। ਉਹਨਾਂ ਨੂੰ ਆਮ ਸਾਧੂ, ਆਮ ਮਹਾਤਮਾ ਨਾ ਜਾਣ, ਉਹ ਰੱਬ ਨੇ। ਰੱਬ ਜੇ ਆਪਣਾ ਭਲਾ ਚਾਹੁੰਦਾ, ਰਾਜ ਭਾਗ ਦੀ ਸਲਾਮਤੀ ਚਾਹੁੰਦਾ, ਤੇ ਜਾ ਕਰਕੇ ਗੁਰੂ ਜੀ ਦੇ ਦਰ ਤੇ ਝੁਕ ਜਾ, ਮਸਤਕ ਟੇਕ ਦੇ, ਆਪਣੀ ਭੁੱਲ ਦੀ ਖਿਮਾ ਮੰਗ ਲਾ।
ਰਾਜਾ ਮੰਨਣ ਵਾਸਤੇ ਤਿਆਰ ਨਹੀਂ। ਪਰ ਜਦੋਂ ਭੀਮ ਚੰਦ ਦੀਆਂ ਰਾਣੀਆਂ ਨੇ ਬਹੁਤਾ ਸਮਝਾਇਆ ਨਾ, ਤੇ ਸਾਧ ਸੰਗਤ ਜੀ ਫਿਰ ਜਾਣ ਵਾਸਤੇ ਤਿਆਰ ਤੇ ਹੋ ਗਿਆ। ਪਰ ਹਿਰਦੇ ਦੀ ਹਉਮੈ ਕੀ ਬੋਲਦੀ ਹੈ, ਮੈਂ 22 ਧਾਰਾਂ ਦਾ ਮਾਲਕ, 22 ਧਾਰਾਂ ਦੇ 22 ਰਾਜੇ ਮੇਰੇ ਅਧੀਨ, ਮੈਂ ਸਭਨਾ ਦਾ ਮੁਖੀ ਸਰਦਾਰ ਹੋ ਕੇ ਇੱਕ ਫਕੀਰ ਦੇ ਪੈਰਾਂ ਤੇ ਜਾ ਕੇ ਝੁਕ ਜਾ, ਮੈਂ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਨਹੀਂ ਟੇਕਾਂਗਾ। ਮਨ ਵਿੱਚ ਸੋਚ ਕੇ ਗਿਆ ਤੇ ਆਪਣੀ ਸਰੀਰ ਨੂੰ ਇਸ ਪ੍ਰਕਾਰ ਸਜ਼ਾਰਿਆ ਹੈ ਕਿ ਮੈਂ ਇਤਨੀ ਕੁ ਸ਼ਾਨੋ ਸ਼ੌਕਤ ਦੇ ਨਾਲ ਗੁਰੂ ਸਾਹਿਬ ਜੀ ਦੇ ਦਰਬਾਰ ਤੇ ਜਾਣਾ ਹੈ ਕਿ ਮੇਰੀ ਸ਼ਾਨੋ ਸ਼ੌਕਤ ਦੇਖ ਕੇ ਸਤਿਗੁਰੂ ਜੀ ਮੈਨੂੰ ਝੁਕ ਜਾਣ। ਹਉਮੈ ਪਈ ਬੋਲਦੀ ਏ। ਤੇ ਕਵੀ ਫਿਰ ਲਿਖਣਾ ਕਰਦਾ ਨਾ, ਇਹ ਤਿਆਰ ਹੋਇਆ ਹੈ, ਰੇਸ਼ਮ ਦਾ ਚੋਲਾ ਇਸਨੇ ਗਲ ਦੇ ਵਿੱਚ ਪਾਇਆ ਹੈ, ਤਿੱਲੇਦਾਰ ਜੁੱਤੀ ਇਸਨੇ ਪੈਰਾਂ ਵਿੱਚ ਪਾਈ ਏ, ਇਸੇ ਪ੍ਰਕਾਰ ਸੋਹਣੀ ਦਸਤਾਰ ਸਜਾ ਕਰਕੇ ਹੀਰਿਆਂ ਦੀ ਇਸਨੇ ਕਲਗੀ ਲਾਈ ਏ, ਗਲ ਦੇ ਵਿੱਚ ਸੁੱਚੇ ਮੋਤੀਆਂ ਦੀਆਂ ਮਾਲਾ ਪਾਈਆਂ ਨੇ, ਸੋਨੇ ਦੀ ਜੁੜਾਊ ਮੁੱਠ ਵਾਲੀ ਤਲਵਾਰ ਇਸਨੇ ਢਾਕ ਤੇ ਲਟਕਾਈ ਏ, ਤੇ ਬੜਾ ਟੌਰ ਕੱਢ ਕੇ ਗੁਰੂ ਘਰ ਦੇ ਵਿੱਚ ਚੱਲਿਆ ਨਾਲ ਅਮੀਰਾਂ ਵਜ਼ੀਰਾਂ ਨੂੰ ਲੈ ਕਰਕੇ ਕਿ ਐਸੀ ਸ਼ਾਨੋ ਸ਼ੌਕਤ ਦੇ ਨਾਲ ਜਾਵਾਂ, ਸਤਿਗੁਰੂ ਜੀ ਮੈਨੂੰ ਝੁਕ ਜਾਣ। ਪਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਅੰਦਰ ਪੁੱਜਾ ਨਾ, ਐਸਾ ਦਰਬਾਰ, ਐਸੀ ਸਭਾ ਸਤਿਗੁਰੂ ਜੀ ਦੀ ਸਵਰਗ ਲੋਕ ਵੀ ਜਿਸ ਦਾ ਮੁਕਾਬਲਾ ਨਹੀਂ ਕਰ ਸਕਦਾ। ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਵੀਰ ਬਹਾਦਰ, ਸ਼ੇਰ ਸਮ ਨਿਰਭੈ, ਬਦਲਾਂ ਵਾਂਗੂ ਉੱਚੀ ਗਰਜਵੀ ਤੇ ਗੰਭੀਰ ਆਵਾਜ਼ ਦੇ ਵਿੱਚ ਵਚਨ ਫਰਮਾਵਣੇ ਵਾਲੇ, ਸੋਹਣੇ ਸਿੰਘਾਸਨ ਤੇ ਗੁਰਤਾ ਗੱਦੀ ਤਖਤ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਜੇ ਹੋਏ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੁਖਾਰ ਬਿੰਦ ਐਸਾ ਸੋਹਣਾ ਹੈ, ਜਿਸ ਪ੍ਰਕਾਰ ਕਾਲੇ ਬਦਲਾਂ ਦੇ ਵਿੱਚੋਂ ਚੰਦ ਚਮਕਾਰੇ ਮਾਰਦਾ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਾਲਾ ਦਾੜਾ ਹੈ, ਥੋੜਾ ਥੋੜਾ ਅਜੇ ਉਤਰਿਆ ਹੋਇਆ ਹੈ, ਤੇ ਮੁਖਾਰ ਬਿੰਦ ਆਪ ਜੀ ਦਾ ਬੜਾ ਪ੍ਰਕਾਸ਼ਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਲ ਸੂਹੇ ਗੁਲਾਬੀ, ਗੁਲਾਬ ਦੇ ਫੁੱਲਾਂ ਦੀਆਂ ਪੰਖੜੀਆਂ ਤੋਂ ਜ਼ਿਆਦਾ ਕੋਮਲ ਤੇ ਮਾਤ ਪਾਉਣੇ ਵਾਲੇ ਸੋਹਣੇ ਬੁੱਲ, ਜਦੋਂ ਸਤਿਗੁਰੂ ਜੀ ਨਿਮਾ ਨਿਮਾ ਮੁਸਕਰਾਉਂਦੇ ਨੇ ਤੇ ਮਨ ਨੂੰ ਦੁਖੀਆਂ ਦੇ ਦੁੱਖ ਹਰ ਲੈਂਦੇ ਨੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਰਹਿਮਤਾਂ ਦੇ ਨਾਲ, ਕਿਰਪਾਲਤਾ ਦੇ ਨਾਲ ਭਰੇ ਹੋਏ ਨੇਤਰ, ਜਦੋਂ ਮੁਬਾਰਕ ਨੇਤਰਾਂ ਦੇ ਨਾਲ ਅੰਮ੍ਰਿਤ ਦ੍ਰਿਸ਼ਟੀ ਪਾ ਕਰਕੇ ਜਗਿਆਸੂ ਜਨਾਂ ਨੂੰ ਤੱਕਦੇ ਨੇ ਤੇ ਨਾਨਕ ਨਦਰੀ ਨਦਰ ਨਿਹਾਲ ਕਰੀ ਜਾਂਦੇ ਨੇ। ਸਤਿਗੁਰੂ ਜੀ ਦਾ ਖੀਵਾ ਜਿਹਾ ਮੱਥਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਾਮ ਖੁਮਾਰੀ ਦੇ ਨਾਲ ਭਰੇ ਹੋਏ ਅੰਮ੍ਰਿਤ ਰਸ ਦੇ ਨਾਲ ਭਰਪੂਰ ਨੇਤਰ, ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਸਦੇ ਨੇ ਨਾ, ਤੇ ਆਪ ਜੀ ਦੇ ਸੋਹਣੇ ਦੰਦ ਐਵੇਂ ਪ੍ਰਕਾਸ਼ਦੇ ਨੇ, ਹੀਰਿਆਂ ਦੀਆਂ ਲੜੀਆਂ ਨੂੰ ਮਾਤ ਪਾਉਂਦੇ ਨੇ। ਸੁਰਾਹੀਦਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਲੰਬੀ ਗਰਦਨ ਹੈ, ਗਰੀਬਾਂ ਦੇ ਦਰਦਾਂ ਦੇ ਨਾਲ ਭਰਿਆ ਹੋਇਆ ਚੌੜਾ ਤੇ ਮਜ਼ਬੂਤ ਆਪ ਜੀ ਦਾ ਸੀਨਾ, ਹਾਥੀ ਦੀ ਸੁੰਡ ਵਰਗੀਆਂ ਲੰਬੀਆਂ ਤੇ ਮਜ਼ਬੂਤ ਗੋਡਿਆਂ ਤੱਕ ਲੰਬੀਆਂ ਨੇ ਆਪ ਜੀ ਦੀਆਂ ਬਾਹਾਂ। ਅਕਾਲ ਪੁਰਖ ਵਾਹਿਗੁਰੂ ਜੀ ਦੇ ਜਸ ਦੇ ਵਿੱਚ ਸਾਹਿਬ ਜੀ ਫਰਮਾਉਂਦੇ ਨੇ ਨਾ, ਆ ਜਾਨ ਬਾਹੂ, ਜਾਨੂ ਨਾਮ ਗੋਡਿਆਂ ਦਾ ਹੁੰਦਾ ਹੈ, ਆ ਜਾਨ ਵਿਸ਼ੇਸ਼ ਕਰਕੇ ਪ੍ਰਮਾਤਮਾ ਜੀ ਦੀਆਂ ਗੋਡਿਆਂ ਗੋਡਿਆਂ ਤੱਕ ਲੰਬੀਆਂ ਬਾਹਾਂ ਨੇ। ਤੇ ਕਲਗੀਧਰ ਸਾਹਿਬ ਜੀ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਨੇ, ਗੋਡਿਆਂ ਤੱਕ ਲੰਬੀਆਂ, ਹਾਥੀ ਦੀ ਸੁੰਡ ਵਾਂਗੂ ਲੰਬੀਆਂ ਤੇ ਮਜ਼ਬੂਤ ਸਤਿਗੁਰੂ ਜੀ ਦੀਆਂ ਬਾਹਾਂ ਨੇ। ਕੇਲੇ ਦੇ ਪੌਦੇ ਵਰਗੀਆਂ ਇਕਸਾਰ ਸਤਿਗੁਰੂ ਜੀ ਦੀਆਂ ਲੱਤਾਂ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਮਲ ਚਰਨ, ਜਿਨ੍ਹਾਂ ਤੇ ਆ ਕਰਕੇ ਦੇਵਤੇ ਵੀ ਨਮਸਕਾਰ ਕਰਦੇ ਨੇ ਤੇ ਫਰਿਸ਼ਤੇ ਵੀ ਪਾਕ ਹਾਕ ਲੈ ਕਰਕੇ ਚਰਨ ਧੂੜੀ ਪ੍ਰਾਪਤ ਕਰਕੇ ਆਪਣੇ ਆਪ ਨੂੰ ਭਾਗਾਂ ਵਾਲੇ ਖੁਸ਼ ਨਸੀਬ ਸਮਝਣਾ ਕਰਦੇ ਨੇ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ ਸੀਸ ਦੇ ਉੱਪਰ ਸੋਹਣਾ ਸੋਭ ਰਿਹਾ ਹੈ, ਦਸਤਾਰਾ ਦੁਮਾਲਾ ਝੂਲਦਾ ਹੈ, ਤੇ ਚੱਕਰ ਐਵੇਂ ਉੱਪਰ ਚਮਕਾਰੇ ਮਾਰਦੇ ਨੇ ਜਿਵੇਂ ਕਾਲੀਆਂ ਘਟਾਵਾਂ ਵਿੱਚ ਬਿਜਲੀਆਂ ਲਿਸ਼ਕਰੀਆਂ ਹੋਣ। ਸੀਸ ਦੇ ਉੱਪਰ ਸੋਭ ਰਹੀ ਹੈ ਸੋਹਣੀ ਜਗ੍ਹਾ, ਝੂਲਦੀ ਪਈ ਏ ਸੀਸ ਦੇ ਉੱਪਰ ਕਲਗੀ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਤਖਤ ਸਿੰਘਾਸਨ ਤੇ ਬੈਠੇ ਨੇ, ਤੇ ਜਿਸ ਚੌਂਕੀ ਤੇ ਆਪ ਜੀ ਨੇ ਚਰਨ ਰੱਖਿਆ, 1.25 ਲੱਖ ਰੁਪਏ ਦੀ ਉਸ ਸਮੇਂ ਦੀ ਉਹ ਚੌਂਕੀ ਹੈ, ਅੱਜ ਦੀ ਕਰੋੜਾਂ ਅਰਬਾਂ ਵਿੱਚ ਹੋਵੇਗੀ। ਸਤਿਗੁਰੂ ਜੀ ਦੇ ਜਿਸ ਵੇਲੇ ਸਰੂਪ ਨੂੰ ਤੱਕਣਾ ਕੀਤਾ ਹੈ, ਤੇ ਸੱਜੇ ਮੋਢੇ ਤੇ ਤੀਰਾਂ ਦਾ ਭਰਿਆ ਹੋਇਆ ਪੱਥਾ ਸੋਭ ਰਿਹਾ ਹੈ, ਖੱਬੇ ਮੋਢੇ ਤੇ ਕਮਾਨ ਹੈ, ਕਮਰ ਕੱਸੇ ਦੇ ਅੰਦਰ ਖੰਜਰ ਇਤਿਆਦਿਕ ਸ਼ਸਤਰ ਨੇ, ਤੇ ਢਾਕ ਤੇ ਸੋਭਾ ਪਾ ਰਹੀ ਹੈ 3 ਫੁੱਟੀ ਤਲਵਾਰ, ਤੇ ਦਰਬਾਰ ਵਿੱਚ ਆ ਕਰਕੇ ਝਾਤ ਮਾਰੀਏ। ਸਤਿਗੁਰੂ ਦਸ਼ਮੇਸ਼ ਪਾਤਸ਼ਾਹ ਜੀ ਦੇ ਸੱਜੇ ਹੱਥ ਜੋਧੇ ਨੇ, ਜਰਨੈਲ ਨੇ, ਵੀਰ ਬਹਾਦਰ ਸੁਪੁੱਤਰ ਨੇ, ਗਲ ਦੇ ਵਿੱਚ ਖੁੱਲੇ ਤੇ ਲੰਬੇ ਚੋਲੇ ਨੇ, ਤੇੜ ਕਸ਼ਹਿਰੇ ਨੇ,
ਤੀਰਾਂ ਦੇ ਪੱਥੇ ਭਰੇ ਹੋਏ ਨੇ, ਮੋਢਿਆਂ ਤੇ ਢਾਲੇ ਸਜਾਏ ਹੋਏ ਨੇ, ਵੀਰ ਰਸ ਦੇ ਨਾਲ ਭਰੇ ਹੋਏ ਨੇਤਰ ਐਸੇ ਗੁੜੁੰਦ ਨੇ ਮਾਨੋ ਇਹ ਆਤਰਥੀ ਸੂਰਮੇ ਲੱਖਾਂ ਦੇ ਲਸ਼ਕਰ ਨੂੰ ਕੱਲੇ ਕੱਲੇ ਤਬਾਹ ਕਰਨੇ ਦੀ ਅਥਾਹ ਸ਼ਕਤੀ ਦੇ ਮਾਲਕ ਹੋਣ। ਤੇ ਜਦੋਂ ਖੱਬੇ ਪਾਸੇ ਦਰਬਾਰ ਵੱਲ ਤੱਕਣਾ ਕੀਤਾ ਹੈ, ਖੱਬੇ ਪਾਸੇ ਸੀ ਗੁਰੂ ਕੇ ਸੰਤ ਨਾਮ ਧਨ ਕਰਨ ਵਿਖਾਲਾ ਦਸਣ ਲਈ ਸ਼ਾਨ ਮਤਾ ਅਭਿਮਾਨ ਜੜੇ ਕਈ ਜੜਤਾਂ ਰੋਬ ਵਿਖਾਣਾ। ਮੈਂ ਗੁਰੂ ਘਰ ਜਾ ਕੇ ਰੋਬ ਵਿਖਾਵਾਂਗਾ। ਪਰ ਜਦੋਂ ਸਤਿਗੁਰੂ ਜੀ ਦੇ ਦਰ ਤੇ ਪੁੱਜਾ ਨਾ, ਉਥੇ ਸ਼ਾਂਤਮਈ ਤੱਕ ਕੇ ਗੁਰੂ ਕੋਲ ਢਾਈਕੇ ਚਰਨੀ ਪਈ ਕੇ ਕਰੂ ਸਤਕਾਰ ਮਨੂਗਾ ਹਾਰ, ਮਨੂਗਾ ਹਾਰ ਕਰੂ ਸਤਕਾਰ। ਗੁਰੂ ਦਰ ਢੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਕਾਣਾ, ਭੀਮ ਚੰਦ ਰਾਣਾ ਨੀਤ ਦਾ ਕਾਣਾ ਸੋਚੀ ਗੁਲਤਾਨ ਗੁਰੂ ਦਰ ਝੁਕ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆ ਕਰਕੇ ਸੁਭਾਵਕ ਆਪਣੇ ਆਪ ਇਸ ਦਾ ਸਿਰ ਝੁਕ ਗਿਆ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਮਸਤਕ ਰੱਖ ਕਰਕੇ ਆਪਣੇ ਗੁਨਾਹ ਦੀ, ਆਪਣੀ ਗਲਤੀ ਦੀ ਭੁੱਲ ਬਖਸ਼ਾਉਂਦਾ ਹੈ, ਮੁਆਫੀ ਮੰਗਦਾ ਹੈ। ਐਸਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਦਰ ਹੈ ਜਿੱਥੇ ਰਾਜੇ ਵੀ ਝੁਕਦੇ ਨੇ, ਮਹਾਰਾਜੇ ਵੀ ਝੁਕਦੇ ਨੇ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰ ਤੇ ਆ ਕੇ ਜਿਹੜਾ ਮਸਤਕ ਝੁਕਦਾ ਨਾ ਪਿਆਰਿਓ, ਉਹੋ ਹੀ ਵੱਡੇ ਭਾਗਾਂ ਵਾਲਾ ਹੈ, ਉਹੋ ਹੀ ਸ਼ੋਭਨੀਕ ਹੈ, ਉਹੋ ਹੀ ਪ੍ਰਵਾਨ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਸੰਸਾਰ ਦੇ ਅੰਦਰ ਸ਼ੋਭਨੀਕ ਸਫਲਾ ਮੁਖੀ ਤੇ ਪ੍ਰਧਾਨ ਵੀ ਉਹੀ ਹੋਈ ਹੈ ਜਿਹੜਾ ਗੁਰੂ ਘਰ ਆ ਕੇ ਝੁਕਦਾ ਮਸਤਕ ਟੇਕਦਾ ਹੈ। ਪੂਰੇ ਤੇ ਪ੍ਰਧਾਨ ਨਿਵਾਵਾਹੇ ਪ੍ਰਭ ਮੱਥਾ। ਪ੍ਰਭੂ ਪਰਮਾਤਮਾ ਜੀ ਦੇ ਸਰਗੁਣ ਸਰੂਪ ਸਤਿਗੁਰੂ ਜੀ ਦੇ ਦਰ ਤੇ ਆ ਕਰਕੇ ਜਿਹੜਾ ਆਪਣਾ ਮਸਤਕ ਝੁਕਾਉਂਦਾ, ਮੱਥਾ ਟੇਕਦਾ, ਉਹੀ ਉਹ ਪੂਰਾ, ਉਹ ਭਾਵ ਪੂਰਨ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ। ਤੇ ਪ੍ਰਧਾਨ ਲੋਕਾਂ ਦੇ ਵਿੱਚ ਵੀ ਪ੍ਰਧਾਨ ਮੁਖੀ ਸਰਬ ਸ੍ਰੇਸ਼ਟ ਸਤਵਾਦੀ ਸਤਿਗੁਰੂ ਜੀ ਦਾ ਚਰਨਾਂ ਦਾ ਭੌਰਾ ਜਗਿਆਸੂ ਪ੍ਰਗਟ ਹੋ ਜਾਂਦਾ ਹੈ। ਤੇ ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਦੇ ਨੇ, ਭਾਵੇਂ ਦੁਨੀਆਦਾਰੀ ਦੀ ਸੋਚ ਦੇ ਨਾਲ ਜਿਹੜਾ ਬਹੁਤਾ ਧਨ ਪ੍ਰਾਪਤ ਕਰੇ ਕਹਿੰਦੇ ਜੀ ਭਾਗਾਂ ਵਾਲਾ ਹੈ, ਜਿਹੜਾ ਬਹੁਤਾ ਵੱਡਾ ਬੰਗਲਾ ਬਣਾ ਲਵੇ ਕਹਿੰਦੇ ਜੀ ਭਾਗਾਂ ਵਾਲਾ ਹੈ, ਜਿਹੜਾ ਬਹੁਤੀ ਦੌਲਤ ਇਕੱਠੀ ਕਰ ਲਵੇ, ਬਹੁਤੇ ਸੰਬੰਧੀਆਂ ਦੇ ਨਾਲ ਬਹੁਤਾ ਮਿਲ ਵਰਤਨ ਰੱਖੇ, ਦੁਨੀਆ ਦੇ ਲੋਕ ਉਸ ਨੂੰ ਭਾਗਾਂ ਵਾਲੇ ਕਹਿੰਦੇ ਨੇ। ਪਰ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਮੁਖ ਤੋਂ ਫਰਮਾਉਂਦੇ ਨੇ, ਭਾਈ ਧਨ ਉਹ ਮਸਤਕ, ਉਹ ਮਸਤਕ ਧਨ ਹੈ, ਉਹ ਮੱਥਾ ਧਨ ਹੈ, ਉਹ ਮਸਤਕ ਸ਼ੋਭਨੀਕ ਹੈ, ਸ਼ੁਭ ਭਾਗਾਂ ਵਾਲਾ ਹੈ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਆ ਕੇ ਝੁਕਦਾ ਹੈ, ਨਤ ਮਸਤਕ ਹੁੰਦਾ ਹੈ, ਡੰਡੌਤ ਬੰਦਨਾ ਕਰਕੇ ਗੁਰੂ ਕੇ ਚਰਨੀ ਲੱਗਦਾ ਹੈ। ਧੰਨ ਤੇਰੇ ਨੇਤ, ਨੇਤਰ ਵੀ ਉਹ ਸਫਲੇ ਨੇ ਜਿਹੜੇ ਵਾਹਿਗੁਰੂ ਆ ਕਰਕੇ ਆਪ ਜੀ ਦੇ ਦਰਸ਼ਨ ਕਰਦੇ ਨੇ। ਵਾਹਿਗੁਰੂ ਜੀ ਦਾ ਦੀਦਾਰ ਕੀ ਹੈ? ਗੁਰ ਪਰਮੇਸ਼ਰ ਏਕੋ ਜਾਣ। ਸਤਿਗੁਰੂ ਜੀ ਦੇ ਵਿੱਚ ਤੇ ਪਰਮੇਸ਼ਰ ਜੀ ਦੇ ਵਿੱਚ ਕੋਈ ਭੇਦ ਨਹੀਂ। ਸਤਿਗੁਰੂ ਜੀ ਦਾ ਦੀਦਾਰ ਹੀ ਪਰਮੇਸ਼ਰ ਜੀ ਦਾ ਦੀਦਾਰ ਹੈ। ਸਾਧ ਸੰਗਤ ਜੀ, ਇਹ ਸਾਡੇ ਸਤਿਗੁਰੂ ਸਾਹਿਬਾਨ ਜੀ ਨੇ ਸਾਡੇ ਉੱਪਰ ਬਹੁਤ ਵੱਡੀ ਭਾਰੀ ਬਖਸ਼ਿਸ਼ ਕਰ ਦਿੱਤੀ ਹੈ, ਜੋ ਸਾਨੂੰ ਨਿਤਾ ਪ੍ਰਤੀ ਸੁਭਾਵਕ ਹੀ ਸਹਿਜ ਹੀ ਗੁਰ ਪਰਮੇਸ਼ਰ ਜੀ ਦਾ ਦੀਦਾਰ ਹੋ ਜਾਂਦਾ ਹੈ। ਨਹੀਂ ਤਾਂ ਕਲਯੁਗ ਦੇ ਪ੍ਰਭਾਵ ਕਰਕੇ ਜਿਹੋ ਜਿਹੀ ਸਾਡੇ ਮਨ ਦੀ ਬਿਰਤੀ ਹੈ ਨਾ, ਸਾਨੂੰ ਕਦੇ ਪ੍ਰਤੱਖ ਅਕਾਲ ਪੁਰਖ ਵਾਹਿਗੁਰੂ ਜੀ ਦੇ ਦੀਦਾਰ ਹੀ ਪ੍ਰਾਪਤ ਨਹੀਂ ਸਨ ਹੋਣੇ। ਇਹ ਸਤਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ ਹੈ, ਸਿਖਾ ਤੈਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ ਜੋੜ ਚੱਲੇ ਆ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਿਤਾ ਪ੍ਰਤੀ ਹਰ ਰੋਜ਼ ਦਰਸ਼ਨ ਕਰਿਆ ਕਰੀ, ਤੇਰੇ ਨੇਤਰ ਸਫਲੇ ਹੋ ਜਾਣਗੇ। ਮਹਾਰਾਜ, ਅਸੀਂ ਨਿਰੰਕਾਰ ਜੀ ਦੇ ਪ੍ਰਮਾਤਮਾ ਜੀ ਦੇ ਕਿਵੇਂ ਨਿਤ ਦਰਸ਼ਨ ਕਰਾਂਗੇ? ਤੇ ਹਜ਼ੂਰ ਦਾ ਬਚਨ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਇਹ ਗੁਰਬਾਣੀ ਗੁਰ ਸ਼ਬਦ ਦਾ ਦੀਦਾਰ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਦੀਦਾਰ ਹੈ। ਪੋਥੀ ਪਰਮੇਸ਼ਰ ਕਾ ਥਾਨ, ਇਹ ਪੋਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਾ, ਇਹ ਹੋਰ ਵੇਦਾਂ ਸ਼ਾਸਤਰਾਂ ਜਾਂ ਦੁਨਿਆਵੀ ਗ੍ਰੰਥਾਂ ਵਾਂਗੂ ਸਧਾਰਨ ਗ੍ਰੰਥ ਨਹੀਂ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਨੇ। ਇਹ ਤਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਹਾਜ਼ਰ ਨਾਜ਼ਰ ਸਤਿਗੁਰਾਂ ਦਾ ਸਰੀਰ, ਸਤਿਗੁਰਾਂ ਦਾ ਸਵਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਸ ਕਰਕੇ ਜਿਹੜੇ ਨੇਤਰ, ਜਿਹੜੀਆਂ ਅੱਖਾਂ, ਜਿਹੜੇ ਦੀਦੇ ਆ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਮੁਬਾਰਕ ਦਰਸ਼ਨਾਂ ਨੂੰ ਪ੍ਰਾਪਤ ਕਰਦੇ ਨੇ ਨਾ, ਹਜ਼ੂਰ ਫਰਮਾਵਣਾ ਕਰਦੇ ਹਨ, ਧੰਨ ਉਹਨੇ ਉਹ ਨੇਤਰ ਜਿਹੜੇ ਹਰੀ ਵਾਹਿਗੁਰੂ ਜੀ ਤੁਹਾਡੇ ਦਰਸ਼ਨ ਕਰਦੇ ਨੇ। ਧੰਨ ਤੇਰੇ ਨੇਤ। ਸਿੱਖਾ ਗੁਰੂ ਕੇ ਦਰ ਤੇ ਆ ਕਰਕੇ ਮਸਤਕ ਟੇਕੇਗਾ ਤੇ ਤੇਰਾ ਮਸਤਕ, ਤੇਰਾ ਮੱਥਾ ਧੰਨ ਤੇ ਸਫਲਾ ਹੋ ਜਾਵੇਗਾ। ਤੇ ਜਦੋਂ ਆ ਕਰਕੇ ਆਪਣੀਆਂ ਅੱਖਾਂ ਦੇ ਨਾਲ, ਆਪਣਿਆਂ ਨੇਤਰਾਂ ਦੇ ਨਾਲ ਗੁਰ ਪਰਮੇਸ਼ਰ ਜੀ ਦੇ ਦਰਸ਼ਨ ਕਰੇਗਾ ਨਾ, ਤੇ ਧੰਨ ਤੇਰੇ ਨੇਤ, ਤੇਰੇ ਨੇਤਰ ਵੀ ਸਫਲੇ ਹੋ ਜਾਣਗੇ, ਸ਼ੋਭਨੀਕ ਹੋ ਜਾਣਗੇ, ਪ੍ਰਵਾਨ ਹੋ ਜਾਣਗੇ। ਜੇ ਇਹਨਾਂ ਨੇਤਰਾਂ ਦੇ ਨਾਲ ਰੰਗ ਤਮਾਸ਼ੇ ਦੇਖਦਾ ਰਿਹਾ ਤੇ ਯਾਦ ਰੱਖੀ, ਇਹਨਾਂ ਨੇ ਕਦੇ ਤ੍ਰਿਪਤ ਨਹੀਂ ਹੋਣਾ। ਅੱਖੀਂ ਦੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ, ਫਿਰ ਰਜਣਗੀਆਂ ਕਿਵੇਂ? ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਫਲਾ ਦੀਦਾਰ ਕਰਕੇ ਜਦੋਂ ਅੰਮ੍ਰਿਤ ਦ੍ਰਿਸ਼ਟੀ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੋ ਗਈ ਨਾ, ਫਿਰ ਸਦੀਵ ਕਾਲ ਵਾਸਤੇ ਤ੍ਰਿਪਤ ਹੋ ਜਾਣਗੇ। ਰੰਗ ਤਮਾਸ਼ਿਆਂ ਦੇ ਕੌਤਕ ਦੇਖਣ ਵਾਸਤੇ ਨਹੀਂ ਦੌੜਨਗੇ। ਫਿਰ ਤੇ ਵਾਹਿਗੁਰੂ ਜੀ ਦਾ ਦੀਦਾਰ ਹੀ ਐਸਾ ਪਿਆਰਾ ਲੱਗੇਗਾ ਕਿ ਹੋਰ ਕੁਝ ਦੇਖਣਾ ਭਾਵੇਗਾ ਹੀ ਨਹੀਂ। ਭਗਤ ਸੂਰਦਾਸ ਜੀ ਵਾਂਗੂ ਪਰਮਾਤਮਾ ਜੀ ਦੇ ਦੀਦਾਰ ਪ੍ਰਾਪਤ ਹੋ ਲਏ। ਮਹਾਰਾਜ ਹੁਣ ਇਹ ਨੇਤਰ ਵਾਪਸ ਲੈ ਲਓ, ਨਹੀਂ ਚਾਹੀਦੇ। ਤੇ ਮਹਾਰਾਜ ਜੀ ਨੇ ਕਿਹਾ, ਭਾਈ ਸਾਰੀ ਦੁਨੀਆ ਤੇ ਦੁਨੀਆ ਨੂੰ ਤੱਕਣਾ ਚਾਹੁੰਦੀ ਏ, ਨੇਤਰ ਚਾਹੁੰਦੀ ਏ, ਤੇ ਤੂੰ ਕਹਿਣਾ ਕਰਦਾ ਫਿਰ ਨੇਤਰ ਵਾਪਸ ਲੈ ਲਓ, ਦ੍ਰਿਸ਼ਟੀ ਨਹੀਂ ਚਾਹੀਦੀ। ਤੇ ਕਹਿਣਾ ਕੀਤਾ, ਗਰੀਬ ਨਿਵਾਜ ਤੁਹਾਡੇ ਦੀਦਾਰ ਹੀ ਸਭ ਤੋਂ ਉੱਤਮ ਨੇ। ਤੁਹਾਡਾ ਦੀਦਾਰ ਪ੍ਰਾਪਤ ਹੋ ਗਿਆ, ਹੁਣ ਤੁਹਾਡੇ ਤੋਂ ਬਿਨਾਂ ਹੋਰ ਦੁਨੀਆ ਵਿੱਚ ਵੇਖਣ ਯੋਗ ਹੈ ਹੀ ਕੀ ਹੈ ਜਿਹਦੇ ਵਾਸਤੇ ਨੇਤਰ ਰੱਖੀਏ। ਨੇਤਰ ਕੇਵਲ ਤਾਂ ਕੇਵਲ ਤੁਹਾਡੇ ਦਰਸ਼ਨਾਂ ਲਈ ਚਾਹੀਦੇ ਸਨ। ਇਸ ਪ੍ਰਕਾਰ ਅੱਖਾਂ ਨੂੰ ਉਹ ਪ੍ਰੇਮ ਰਸ, ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ। ਦੁਨੀਆ ਦੇ ਹੋਰ ਰੰਗ ਤਮਾਸ਼ੇ ਫਿਰ ਚੰਗੇ ਹੀ ਨਹੀਂ ਲੱਗਦੇ। ਜਦੋਂ ਹਿਰਦੇ ਦੇ ਅੰਦਰ ਪਿਆਰ ਉਤਪੰਨ ਹੁੰਦਾ ਹੈ, ਸਤਿਗੁਰੂ ਜੀ ਮਸਤਕ ਦੇ ਪੁੱਠੇ ਭਾਗ ਮੇਟ ਕਰਕੇ ਸਿੱਧੇ ਕਰ ਦਿੰਦੇ ਨੇ ਨਾ। ਜਿਸ ਪ੍ਰਕਾਰ ਮੋਰ ਦੇ ਜਿਹੜੇ ਅੱਖਰ ਨੇ ਪੁੱਠੇ ਹੁੰਦੇ ਨੇ, ਪਰ ਜਦੋਂ ਸਿਆਹੀ ਲਾ ਕਰਕੇ ਕਾਗਜ਼ ਤੇ ਠੱਪਾ ਲਾਇਆ ਜਾਵੇ ਤੇ ਅੱਖਰ ਸਿੱਧੇ ਹੋ ਜਾਂਦੇ ਨੇ। ਜੀਵ ਦੇ ਪੂਰਬਲੇ ਬੇਅੰਤ ਕਰਮਾਂ ਦੇ ਅਨੁਸਾਰ ਮਸਤਕ ਦੇ ਮੱਥੇ ਦੇ ਜਿਹੜੇ ਭਾਗ ਲੇਖ ਉਹ ਪੁੱਠੇ ਨੇ, ਪਾਪ ਕਰਮਾਂ ਵਾਲੇ। ਪਰ ਸ਼ਰਧਾ ਰੂਪੀ ਸਿਆਹੀ ਦੇ ਨਾਲ ਜਦੋਂ ਸਤਿਗੁਰੂ ਜੀ ਦੇ ਚਰਨਾਂ ਤੇ ਮਸਤਕ ਟੇਕਦਾ ਹੈ, ਭਾਵ ਠੱਪਾ ਲੱਗਦਾ ਹੈ, ਜਿਵੇਂ ਮੋਹਰ ਦੇ ਲਿਖੇ ਹੋਏ ਅੱਖਰ ਪੁੱਠੇ ਹੁੰਦੇ ਨੇ ਪਰ ਕਾਗਜ਼ ਤੇ ਸਿੱਧੇ ਛਪਦੇ ਨੇ ਨਾ, ਇਸ ਪ੍ਰਕਾਰ ਜੀਵ ਦੇ ਮਸਤਕ ਦੇ ਲੇਖ ਹੀ ਸਿੱਧੇ ਹੋ ਜਾਂਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਿਆਰਿਓ ਇਹ ਪਿਆਰ ਦੀ ਅਵਸਥਾ ਹੈ, ਇਹ ਪ੍ਰੇਮ ਦੀ ਅਵਸਥਾ ਹੈ, ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਦੀ ਅਵਸਥਾ ਹੈ। ਨੇਤਰ ਉਸ ਦੇ ਸਫਲੇ ਨੇ ਜਿਹੜਾ ਵਾਹਿਗੁਰੂ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਦਾ ਹੈ, ਤੇ ਮਸਤਕ ਮੱਥਾ ਵੀ ਉਸ ਦਾ ਸਫਲਾ ਹੈ ਜਿਹੜਾ ਗੁਰ ਪਰਮੇਸ਼ਰ ਜੀ ਦੇ ਚਰਨਾਂ ਤੇ ਆ ਕਰਕੇ ਨਤਮਸਤਕ ਹੁੰਦਾ ਹੈ। ਧੰਨ ਓਏ ਭਗਤ ਜਿਨ ਤੁਮ ਸੰਗ ਹੇਤ। ਤੁਮ ਸੰਗ, ਹੇ ਪ੍ਰਭੂ ਪਰਮਾਤਮਾ ਜੀ, ਜਿਨ੍ਹਾਂ ਭਗਤਾਂ ਦਾ ਆਪ ਜੀ ਦੇ ਸੰਗੇ, ਆਪ ਜੀ ਦੇ ਨਾਲ ਹੇਤ ਹਿਤ ਹੈ, ਪਿਆਰ ਹੈ ਨਾ, ਧੰਨ ਓਏ ਭਗਤ। ਉਹ ਭਗਤ ਜਨ ਵੀ ਧਨਤਾ ਦੇ ਯੋਗ ਨੇ। ਉਹਨਾਂ ਭਗਤਾਂ ਦਾ ਜਨਮ ਲਿਆ ਵੀ ਸਫਲ ਹੈ, ਉਹਨਾਂ ਦਾ ਖਾਧਾ ਪੀਤਾ ਵੀ ਸਫਲ ਹੈ, ਉਹਨਾਂ ਦਾ ਜੀਵਿਆ ਵੀ ਸਫਲ ਹੈ, ਉਹਨਾਂ ਦਾ ਨਾਮ ਜਪਿਆ ਵੀ ਸਫਲ ਹੈ, ਉਹਨਾਂ ਦਾ ਉਪਦੇਸ਼ ਕੀਤਾ ਵੀ ਸਫਲ ਹੈ, ਤੇ ਉਹਨਾਂ ਦਾ ਦੁਨੀਆ ਤੋਂ ਸਰੀਰ ਦੀ ਪਰਾਲਬਧ ਸਮਾਪਤ ਹੋਣ ਤੇ ਜਾਣਾ ਵੀ ਸਫਲ ਹੈ। ਧੰਨ ਓਏ ਭਗਤ। ਪੱਬਾ ਗੱਗਾ ਤੱਤਾ ਤਿੰਨੇ ਅੱਖਰ ਮੁਕਤੇ ਨੇ। ਜੇ ਤੱਤੇ ਨੂੰ ਔਂਕੜ ਹੁੰਦਾ ਕਿਸੇ ਇੱਕ ਦਾ ਵਾਚਕ ਹੋਣਾ ਸੀ, ਪਰ ਤੱਤਾ ਮੁਕਤਾ ਹੋਣ ਕਰਕੇ ਬਹੁ ਗਿਣਤੀ ਦਾ ਵਾਚਕ ਹੈ, ਬੇਅੰਤਤਾਈ ਦਾ ਵਾਚਕ ਹੈ। ਐਸਾ ਨਹੀਂ ਕਿ ਕਿਸੇ ਇੱਕ ਭਗਤ ਦੀ ਹੀ ਗੱਲ ਹੈ, ਸਾਰੇ ਹੀ ਭਗਤ, ਸਾਰੇ ਹੀ ਯੁਗਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਵਾਹਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਨੇ ਆਪ ਜੀ ਦੇ ਨਾਲ ਪਿਆਰ ਕੀਤਾ, ਉਹ ਸਾਰੇ ਹੀ ਸਫਲੇ ਨੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਸਾਨੂੰ ਸੱਚ ਪਰਮੇਸ਼ਰ ਦੇ ਨਾਲ ਜੋੜਦੀ ਹੈ। ਤੇ ਜਿਨ੍ਹਾਂ ਨੇ ਸੱਚੇ ਨਾਮ ਨੂੰ ਜਪ ਕਰਕੇ ਸੱਚ ਸਰੂਪ ਰੂਪ ਦੀ ਪ੍ਰਾਪਤੀ ਕਰ ਲਈ, ਉਹਨਾਂ ਦੀ ਉਦਾਹਰਣ ਦੇ ਕਰਕੇ ਗਰੀਬ ਨਿਵਾਜ ਸਾਨੂੰ ਗੁਰਬਾਣੀ ਦੇ ਦੁਆਰਾ ਸਮਝਾਉਂਦੇ ਨੇ। ਹਾਰੇ ਜੋਗ ਜੋਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹੁਣ ਉਦਾਹਰਣ ਦਿੱਤੀ ਏ ਜਿਹੜਾ ਭਗਤ ਸਤਜੁਗ ਦੇ ਸਮੇਂ ਵਿੱਚ ਹੋਇਆ ਹੈ, ਤੇ ਸਤਿਗੁਰੂ ਜੀ ਨੇ ਆਪਣਾ ਸਿਧਾਂਤ ਸਮਕਸ਼ ਪ੍ਰਗਟ ਕਰਨਾ ਕੀਤਾ ਹੈ। ਪਿਆਰਿਓ, ਜੁਗਾਂ ਜੁਗਾਂਤਰਾਂ ਦੇ ਵਿੱਚ ਪ੍ਰਮਾਤਮਾ ਜੀ ਨੇ ਸਾਰੇ ਜੁਗਾਂ ਦੇ ਵਿੱਚ ਬੇਅੰਤ ਭਗਤਾਂ ਨੂੰ ਪੈਦਾ ਕਰਨਾ ਕੀਤਾ ਹੈ, ਤੇ ਹਰਨਾਕਸ਼ ਵਰਗੇ ਦੁਸ਼ਟਾਂ ਨੂੰ ਮਾਰ ਕਰਕੇ ਆਪਣੇ ਭਗਤ ਜਨਾਂ ਦੀ ਰਖਵਾਲੀ ਵੀ ਆਪ ਕੀਤੀ ਹੈ, ਉਹਨਾਂ ਦੀ ਮਦਦ ਸਹਾਇਤਾ ਵੀ ਕਰਨ ਵਾਸਤੇ ਆਪ ਹੀ ਪੁੱਜੇ ਨੇ। ਹੁਣ ਜੁਗਾਂ ਜੁਗਾਂਤਰਾਂ ਦੀ ਗੱਲ ਹੈ ਨਾ, ਤ੍ਰੇਤੇ ਦੇ ਭਗਤਾਂ ਦੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਤ ਕਹੀ ਹੈ, ਦੁਆਪਰ ਦੇ ਭਗਤਾਂ ਦੀ ਵੀ,
ਕਲਯੁਗ ਦੇ ਭਗਤਾਂ ਦੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਮ ਦੁਆਰਾ ਵਡਿਆਈ ਪ੍ਰਗਟ ਕਰੀ ਹੈ। ਇਸੇ ਪ੍ਰਕਾਰ ਕਲਯੁਗ ਦੇ ਸਮੇਂ ਦੇ ਵਿੱਚ ਬ੍ਰਹਮ ਗਿਆਨੀ ਮਹਾਪੁਰਖ ਭਗਤਾਂ ਦੀ ਗੁਰਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਕੇ ਤਿੰਨਾਂ ਨੂੰ ਸਦੀਵ ਕਾਲ ਵਾਸਤੇ ਅਮਰ ਪਦਵੀ ਬਖਸ਼ੀ ਹੈ। ਸਾਰੇ ਹੀ ਯੁੱਗਾਂ ਦੇ ਵਿੱਚ ਜਿਤਨੇ ਭਗਤ ਨੇ, ਚਾਹੇ ਸਤਯੁਗ ਦਾ ਭਗਤ ਹੈ ਤੇ ਚਾਹੇ ਸਾਧ ਸੰਗਤ ਜੀ ਕਲਯੁਗ ਦੇ ਸਮੇਂ ਦਾ ਭਗਤ ਹੈ ਤੇ ਚਾਹੇ ਮੌਜੂਦਾ ਸਮੇਂ ਦਾ ਕੋਈ ਸੰਤ ਭਗਤ ਹੈ, ਇਹ ਵਡਿਆਈ ਸਾਰਿਆਂ ਨੂੰ ਹੀ ਹੈ। ਜੇ ਆਖੀਏ ਜੀ ਜਿਹੜੇ ਪਹਿਲਾਂ ਭਗਤ ਨੇ ਸਿਰਫ ਉਹਨਾਂ ਦੀ ਵਡਿਆਈ ਹੈ, ਹੋਣ ਵਾਲਿਆਂ ਦੀ ਨਹੀਂ, ਤੇ ਫਿਰ ਸਵਾਲ ਪੈਦਾ ਹੋਵੇਗਾ, ਕੁਐਸਚਨ ਮਾਰਕ ਲੱਗ ਜਾਵੇਗਾ, ਪ੍ਰਸ਼ਨ ਚਿੰਨ੍ਹ ਲੱਗ ਜਾਵੇਗਾ ਕਿ ਭਗਤ ਫਿਰ ਪਹਿਲਾਂ ਹੀ ਹੋਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹ ਕਰਕੇ ਕੀ ਕੋਈ ਭਗਤ ਹੀ ਨਹੀਂ ਬਣਿਆ? ਕਦੇ ਕੋਈ ਸੰਤ ਹੀ ਨਹੀਂ ਬਣਿਆ? ਕਦੇ ਕੋਈ ਮਹਾਂਪੁਰਖ ਹੀ ਨਹੀਂ ਬਣਿਆ? ਸਤਿਗੁਰ ਸੇਵਾਹੇ ਸੇ ਮਹਾਂਪੁਰਖ ਸੰਸਾਰੇ। ਜਿਹੜੇ ਸਤਿਗੁਰੂ ਜੀ ਦੀ ਸੇਵਾ ਕਰਦੇ ਨੇ ਉਹ ਸੰਸਾਰ ਦੇ ਅੰਦਰ ਮਹਾਂਪੁਰਖ ਪ੍ਰਗਟ ਹੁੰਦੇ ਨੇ। ਦੁਨੀਆ ਦੇ ਲੋਕ ਉਹਨਾਂ ਨੂੰ ਸੰਤ ਕਹਿ ਕਰਕੇ, ਸਾਧੂ ਕਹਿ ਕਰਕੇ, ਭਗਤ ਕਹਿ ਕਰਕੇ, ਮਹਾਤਮਾ ਕਹਿ ਕਰਕੇ ਅਦਬ ਸਤਿਕਾਰ ਕਰਦੀ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਤੱਤਾ ਅਗਤ ਅੱਖਰ ਮੁਕਤਾ ਰੱਖਿਆ, ਜਿਹੜਾ ਬਹੁਤਾਤ ਦਾ ਬਹੁ ਗਿਣਤੀ ਦਾ ਵਾਚਕ ਹੈ। ਮਹਾਰਾਜ ਆਪ ਜੀ ਦੇ ਬੇਅੰਤ ਜਿਹੜੇ ਭਗਤ ਨੇ ਨਾ, ਉਹ ਸਾਰੇ ਹੀ ਧਨ ਨੇ, ਭਾਵੇਂ ਪੁਰਾਤਨ ਸਮੇਂ ਦੇ ਨੇ, ਭਾਵੇਂ ਅੱਜ ਦੇ ਮੌਜੂਦਾ ਸਮੇਂ ਦੇ ਨੇ। ਕਿਉਂਕਿ ਸਾਧ ਸੰਗਤ ਜੀ ਜਿਹੜੇ ਭਗਤ ਹੁੰਦੇ ਪ੍ਰਮਾਤਮਾ ਜੀ ਦੇ ਸਪੁੱਤਰ ਨੇ। ਸਫਲ ਜਨਮ ਹਰ ਜਨ ਕਾ ਉਪਜਿਓ, ਜਿਨ ਕੀਨੋ ਸੌਤ ਵਿਧਾਤਾ। ਵਿਧਾਤਾ ਫਲ ਵਰਦਾਤਾ ਪ੍ਰਮਾਤਮਾ ਜੀ ਨੂੰ ਜਿਨ੍ਹਾਂ ਭਗਤਾਂ ਨੇ ਸਪੁੱਤਰਾਂ ਵਾਲੇ ਕਰ ਦਿੱਤਾ ਹੈ। ਭਗਤ ਸਪੁੱਤਰ ਤੇ ਪ੍ਰਮਾਤਮਾ ਜੀ ਮਾਤਾ ਪਿਤਾ। ਇਸ ਪ੍ਰਕਾਰ ਧੰਨ ਹੋਏ ਭਗਤ, ਚਾਹੇ ਅੱਜ ਦੇ ਸਮੇਂ ਦੇ ਨੇ ਚਾਹੇ ਪੁਰਾਤਨਤਾ ਦੇ ਸਮੇਂ ਦੇ ਨੇ, ਸਾਰੇ ਹੀ ਭਗਤ ਉਹ ਧੰਨਤਾ ਦੇ ਸਹਿਤ ਨੇ ਜਿਨ ਤੁਮ ਸੰਗ ਹੇਤ। ਵਾਹਿਗੁਰੂ ਜੀ ਜਿਨ੍ਹਾਂ ਨੇ ਆਪ ਜੀ ਦੇ ਨਾਲ, ਆਪ ਜੀ ਦੇ ਨਾਮ ਦੇ ਨਾਲ ਹੇਤ ਪਿਆਰ ਕੀਤਾ ਹੈ, ਆਪ ਜੀ ਦੇ ਨਾਲ ਹੀ ਆਪਣੇ ਹਿਰਦੇ ਨੂੰ ਸਦਾ ਜੋੜ ਕਰਕੇ ਰੱਖਿਆ ਹੈ। ਨਾਮ ਬਿਨਾ ਕੈਸੇ ਸੁਖ ਲਹੀਐ। ਤੇ ਸਵਾਲ ਕੀਤਾ ਜਗਿਆਸੂ ਜਨਾਂ ਨੇ, ਗਰੀਬ ਨਿਵਾਜ, ਇਹ ਤੇ ਸਾਰੇ ਭਗਤ ਉਹ ਨੇ ਜਿਨ੍ਹਾਂ ਨੇ ਨਾਮ ਜਪਿਆ, ਜਪ ਤਪ ਸਾਧੇ, ਵਾਹਿਗੁਰੂ ਜੀ ਦੀ ਬੰਦਗੀ ਵਿੱਚ ਲੀਨ ਰਹੇ, ਪ੍ਰੇਮਾ ਭਗਤੀ ਕੀਤੀ, ਉਹਨਾਂ ਨੂੰ ਤੇ ਧੰਨਤਾ ਦੇ ਯੋਗ ਆਪ ਜੀ ਨੇ ਕਥਨ ਕੀਤਾ ਹੈ, ਕਿਉਂਕਿ ਆਤਮ ਸੁਖ ਦੇ ਰਸੀਏ ਨੇ। ਪਰ ਗਰੀਬ ਨਿਵਾਜ, ਨਾਮ ਤੋਂ ਬਿਨਾ ਕੋਈ ਦੂਜਾ ਸਾਧਨ ਵੀ ਹੈ ਜਿਸ ਦੇ ਨਾਲ ਆਤਮ ਸੁਖ ਮਿਲ ਜਾਵੇ? ਤੇ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਨਹੀਂ ਭਾਈ, ਨਾਮ ਬਿਨਾ ਕੈਸੇ ਸੁਖ ਲਹੀਐ। ਸੱਸੇ ਔਂਕੜ ਖੱਖੇ ਔਂਕੜ। ਹੁਣ ਜਿਹੜਾ ਖੱਖੇ ਨੂੰ ਔਂਕੜ ਆ ਇਹ ਇੱਕ ਵਾਚਕ ਹੈ, ਇੱਕ ਗਿਣਤੀ ਦਾ ਵਾਚਕ ਹੈ। ਇਹ ਬਹੁ ਵਚਨ ਨਹੀਂ, ਇੱਕ ਵਚਨ ਦਾ ਵਾਚਕ ਹੈ। ਤੇ ਇੱਕ ਸੁਖ ਤੋਂ ਭਾਵ ਹੈ ਆਤਮ ਸੁਖ। ਪਿਆਰਿਓ, ਨਾਮ ਜਪੇ ਤੋਂ ਬਿਨਾਂ ਦੱਸੋ ਹਾਂ ਕਿਵੇਂ ਆਤਮ ਸੁਖ ਲਹਿਆ ਜਾ ਸਕਦਾ ਹੈ? ਭਾਵ ਨਾਮ ਤੋਂ ਬਿਨਾਂ ਆਤਮ ਸੁਖ ਕਿਸੇ ਨੂੰ ਵੀ ਪ੍ਰਾਪਤ ਨਾ ਹੋਇਆ ਸੀ ਤੇ ਨਾ ਕਦੇ ਅੱਗੇ ਹੋਵੇਗਾ। ਜਿਸ ਨੇ ਵੀ ਆਤਮ ਸੁਖ ਨੂੰ ਮਾਣਿਆ ਹੈ, ਸਵਰੂਪ ਰੂਪ ਦੀ ਅਭੇਦਤਾ ਨੂੰ ਮਾਣਿਆ ਹੈ, ਉਹ ਨਾਮ ਸਿਮਰਨ ਭਜਨ ਬੰਦਗੀ ਦੀ ਬਰਕਤ ਦੇ ਨਾਲ ਹੀ ਮਾਣਿਆ ਹੈ। ਸੋ ਇਸ ਪ੍ਰਕਾਰ ਨਾਮ ਤੋਂ ਬਿਨਾਂ ਕਿਸੇ ਨੂੰ ਆਤਮ ਸੁਖ ਪ੍ਰਾਪਤ ਨਹੀਂ ਹੋਇਆ। ਸੋ ਕਿਸ ਪ੍ਰਕਾਰ ਆਤਮ ਸੁਖ ਨੂੰ ਲੈਣਾ ਕਰੀਏ? ਨਾਮ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦਾ ਹੈ। ਰਸਨਾ ਰਾਮ ਨਾਮ ਜਸ ਕਹੀਐ। ਸੱਚੇ ਪਾਤਸ਼ਾਹ, ਫਿਰ ਹਿਰਦੇ ਕਰਕੇ ਸਾਡੇ ਕੋਲ ਜਪਿਆ ਨਹੀਂ ਜਾਂਦਾ। ਮਨ ਬੜਾ ਚੰਚਲ ਹੈ। ਮਨ ਦੀਆਂ ਬਿਰਤੀਆਂ ਜਿਹੜੀਆਂ ਨੇ ਵਾਸ਼ਨਾਵਾਂ ਦੇ ਸਹਿਤ ਹੋਈਆਂ ਚਾਹੋਂ ਕੁੰਟਾਂ ਦੇ ਵਿੱਚ ਚੱਕਰ ਕੱਢਦੀਆਂ ਨੇ। ਕਬਹੂ ਜੀੜਾ ਊਬ ਚੜ੍ਹਤ ਹੈ, ਕਦੇ ਤੇ ਸਤਵੇਂ ਆਕਾਸ਼ ਤੇ ਜਾ ਚੜ੍ਹਦਾ ਹੈ। ਕਬਹੂ ਜਾਏ ਪਿਆਲੇ, ਕਦੇ ਚਿੰਤਾ ਵਿੱਚ ਐਸਾ ਗਰਕ ਹੁੰਦਾ ਮਾਨੋ ਸਤਵੇਂ ਪਤਾਲ 'ਚ ਹੀ ਪੁੱਜ ਜਾਂਦਾ ਹੈ। ਲੋਭੀ ਜੀੜਾ ਥਿਰ ਨਾ ਰਹਿਤ ਹੈ। ਇਹ ਜਿਹੜਾ ਜੀਵ ਹੈ ਲੋਭ ਦੇ ਵਸ ਹੋਇਆ ਸਾਡਾ ਮਨ ਟਿਕਦਾ ਹੀ ਨਹੀਂ। ਚਾਰੇ ਕੁੰਡਾਂ ਭਾਲੇ ਮਹਾਰਾਜ, ਇਹ ਤੇ ਦੁਨੀਆ ਦੇ ਪਦਾਰਥ ਲੱਭਣ ਵਾਸਤੇ ਉੱਤਰ ਦੱਖਣ ਪੂਰਬ ਪੱਛਮ ਦੇ ਗੇੜੇ ਚੱਕਰ ਪਿਆ ਕੱਢਦਾ ਹੈ। ਮਨ ਕਰਕੇ ਨਹੀਂ ਜਪਿਆ ਜਾਂਦਾ ਹੈ ਕੋਈ ਹੋਰ ਸੌਖਾ ਸਾਧਨ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਰਸਨਾ ਰਾਮ ਨਾਮ ਜਸ ਕਹੀਐ। ਰਸਨਾ ਨਾਲ ਤੇ ਜਪ ਸਕਦੇ ਹੋ ਨਾ। ਰਸਨਾ ਦੇ ਨਾਲ ਜਪਦਿਆਂ ਜਦੋਂ ਰਸਨਾ ਨਾਮ ਦੇ ਵਿੱਚ ਲੀਨ ਹੋ ਗਈ ਨਾ, ਤੇ ਨਾਮ ਹਿਰਦੇ ਵਿੱਚ ਆਪੇ ਹੀ ਉਤਰ ਜਾਣਾ ਹੈ। ਜਿਹੜੀ ਚੀਜ਼, ਜਿਹੜਾ ਭੋਜਨ ਮੁੱਖ ਦੇ ਵਿੱਚ ਪਾਇਆ ਜਾਵੇ ਪੇਟ ਵਿੱਚ ਪਹੁੰਚ ਜਾਂਦਾ ਹੈ। ਜਿਵੇਂ ਮੁੱਖ ਦਾ ਭੋਜਨ ਪੇਟ ਵਿੱਚ ਪਹੁੰਚ ਜਾਂਦਾ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ ਰਸਨਾ ਦਾ ਭਜਨ ਹਿਰਦੇ ਵਿੱਚ ਪਹੁੰਚ ਜਾਂਦਾ ਹੈ। ਇਹ ਸੂਖਸ਼ਮਤਾ ਹੀ ਹੈ। ਪਿਆਰਿਓ, ਜੇ ਹਿਰਦਾ ਨਹੀਂ ਵੀ ਜਪ ਟਿਕਦਾ, ਰਸਨਾ ਦੇ ਨਾਲ ਰਾਮ ਜੀ ਦੇ ਰਮੇ ਹੋਏ ਪ੍ਰਮਾਤਮਾ ਜੀ ਦੇ ਨਾਮ ਨੂੰ ਸਦਾ
ਜਪਦੇ ਰਹੋ। ਇਸੇ ਪ੍ਰਕਾਰ ਜੇ ਆਪਸ ਦੇ ਵਿੱਚ ਕਿਧਰੇ ਸੰਗੀ ਮਿਲ ਜਾਂਦੇ ਨੇ, ਸੰਬੰਧੀ ਮਿਲ ਜਾਂਦੇ ਨੇ, ਮਿੱਤਰ ਦੋਸਤ ਮਿਲ ਜਾਂਦੇ ਨੇ, ਫਿਰ ਮਿਲ ਕਰਕੇ ਰਸਨਾ ਦੇ ਨਾਲ ਜਸ ਕਹੀਏ ਤੇ ਵਾਹਿਗੁਰੂ ਜੀ ਦੇ ਜਸ ਨੂੰ ਉਚਾਰਨਾ ਕਰੀਏ ਤੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਤੇ ਇਸ ਦੀਆਂ ਵਡਿਆਈਆਂ ਨੂੰ ਰਸਨਾ ਦੇ ਨਾਲ, ਜ਼ੁਬਾਨ ਦੇ ਨਾਲ ਸਦਾ ਉਚਾਰਨਾ ਹੀ ਕਰੀਏ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵਹਿ ਹਰ ਪ੍ਰਭ ਕੇਰੇ ਰਾਮ। ਉਹ ਰਸਨਾ ਸਦਾ ਹੀ ਧਨ ਹੈ, ਧਨਤਾ ਦੇ ਯੋਗ ਹੈ। ਜਿਹੜੀ ਰਸਨਾ, ਜਿਹੜੀ ਜ਼ੁਬਾਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਕਰਦੀ ਹੈ, ਵਾਹਿਗੁਰੂ ਜੀ ਦੀਆਂ ਵਡਿਆਈਆਂ ਕਰਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਿਆਰਿਓ ਰਸਨਾ ਦੇ ਨਾਲ ਜਪੋ, ਮਨ ਆਪੇ ਟਿਕ ਜਾਵੇਗਾ। ਤੇ ਅਕਸਰ ਜਗਿਆਸੂਆਂ ਦਾ ਸਵਾਲ ਇਹ ਵੀ ਹੁੰਦਾ ਨਾ ਜੀ, ਮਨ ਨਹੀਂ ਟਿਕਦਾ। ਬਾਣੀ ਪੜ੍ਹਦੇ ਆ, ਮਨ ਨਹੀਂ ਟਿਕਦਾ, ਤਾਂ ਹੀ ਤਾਂ ਬਾਣੀ ਪੜ੍ਹਦੇ ਆ। ਜੇ ਨਹੀਂ ਟਿਕਦਾ ਤੇ ਇਸੇ ਲਈ ਪੜ੍ਹੀ ਜਾਂਦੀ, ਜਿਹੜਾ ਨਹੀਂ ਟਿਕਦਾ ਉਹ ਟਿਕ ਜਾਵੇ। ਟਿਕਾਉਣ ਵਾਸਤੇ ਹੀ ਤੇ ਪੜ੍ਹਨੀ ਹੈ ਨਾ। ਇਸ ਕਰਕੇ ਪੜ੍ਹਦੇ ਰਹਿਣਾ, ਪੜ੍ਹਦੇ ਰਹਿਣਾ। ਪੜ੍ਹਦਿਆਂ ਪੜ੍ਹਦਿਆਂ ਮਨ ਵੀ ਇੱਕ ਦਿਨ ਟਿਕ ਜਾਵੇਗਾ। ਸੋ ਗਰੀਬ ਨਿਵਾਜ ਫਰਮਾਵਣਾ ਕਰਦੇ ਨੇ, ਪਿਆਰਿਓ ਜੇ ਮਨ ਨਹੀਂ ਵੀ ਟਿਕਦਾ, ਪਹਿਲੀਆਂ ਅਵਸਥਾ ਦੇ ਵਿੱਚ ਰਸਨਾ ਦੇ ਨਾਲ ਨਾਮ ਨੂੰ ਜਪਣਾ ਕਰੋ। ਰਸਨਾ ਦੇ ਨਾਮ ਨਾਲ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨਾ ਕਰੋ। ਇਸ ਪ੍ਰਕਾਰ ਸ਼ਾਂਤੀ ਪ੍ਰਾਪਤ ਹੋਵੇਗੀ, ਹਿਰਦਾ ਸੀਤਲ ਹੋਵੇਗਾ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਹਨ ਜੀ, ਤਿਨ ਉਪਰ ਜਾਈਏ ਕੁਰਬਾਨ। ਗਰੀਬ ਨਿਵਾਜ ਜਿਹੜੇ ਰਸਨਾ ਦੇ ਨਾਲ ਨਾਮ ਜਪਦੇ ਨੇ, ਰਸਨਾ ਦੇ ਨਾਲ ਜਪਦਿਆਂ ਜਪਦਿਆਂ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾਮ ਉਤਰ ਗਿਆ, ਆਪ ਜੀ ਤਿੰਨਾਂ ਦੇ ਪਰਥਾਏ ਕੈਸਾ ਪਿਆਰ ਧਾਰਨ ਕਰਦੇ ਹੋ। ਤੇ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਸਿੱਖੋ ਅਸੀਂ ਤਿੰਨਾਂ ਪਿਆਰਿਆਂ ਦੇ ਉੱਤੋਂ, ਨਾਮ ਰਸੀਆਂ ਦੇ ਉੱਪਰੋਂ ਕੁਰਬਾਨ ਜਾਂਦੇ ਹਾਂ, ਆਪਣਾ ਆਪ ਕੁਰਬਾਨ ਕਰਦੇ ਹਾਂ, ਵਾਰਦੇ ਹਾਂ। ਨਾਨਕ ਜਿਨ ਜਪਿਆ ਨਿਰਬਾਣ। ਹਜ਼ੂਰ ਫਰਮਾਵਣਾ ਕਰਦੇ ਨੇ, ਜਿਨ੍ਹਾਂ ਨੇ ਨਿਰਬਾਣ ਨਿਰਬੰਧ ਪ੍ਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਿਆ ਹੈ, ਨਾਮ ਸਿਮਰਿਆ ਹੈ ਨਾ ਜਿਨ੍ਹਾਂ ਤੇ, ਉਹਨਾਂ ਤੋਂ ਸਦਕੇ ਜਾਂਦੇ ਹਾਂ, ਘੋਲ ਘੁਮਾਈ ਜਾਂਦੇ ਹਾਂ, ਵਾਰਨੇ ਜਾਂਦੇ ਹਾਂ, ਆਪਾ ਕੁਰਬਾਨ ਕਰਦੇ ਹਾਂ। ਸਾਡੇ ਮਨ ਦਾ ਉਤਸ਼ਾਹ ਜਿਹੜੇ ਹਰ ਵੇਲੇ ਨਾਮ ਨੂੰ ਜਪਣਾ ਕਰਦੇ ਨੇ, ਉਹਨਾਂ ਤੋਂ ਆਪਾਂ ਆਪ ਕੁਰਬਾਨ ਕਰ ਦਈਏ, ਆਪਾ ਵੀ ਵਾਰ ਦਈਏ ਤਾਂ ਵੀ ਥੋੜਾ ਹੈ। ਹਾਉ ਕੁਰਬਾਨਾ ਜਾਓ ਮਿਹਰਬਾਨਾ, ਹਾਉ ਕੁਰਬਾਨਾ ਜਾਓ, ਹਾਉ ਕੁਰਬਾਨਾ ਜਾਓ ਤਿਨਾ ਕਹਿ ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ ਤਿਨਾ ਕਹਿ ਹਾਉ ਸਦ ਕੁਰਬਾਨਾ ਜਾਓ। ਉਹਨਾਂ ਤੋਂ ਸਦਾ ਸਦਾ ਕੁਰਬਾਨ ਜਾਂਦੇ ਆ ਜਿਹੜੇ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਮਸਤਕ ਨੂੰ ਭਾਗਾਂ ਵਾਲਾ ਆਖਿਆ ਜਿਹੜਾ ਗੁਰਚਰਨਾਂ ਵਿਖੇ ਆ ਕਰਕੇ ਝੁਕਦਾ ਹੈ। ਉਹਨਾਂ ਨੇਤਰਾਂ ਨੂੰ ਸਫਲ ਕਥਨ ਕਰਨਾ ਕੀਤਾ, ਜਿਹੜੇ ਨੇਤਰ ਸਤਿਗੁਰੂ ਜੀ ਦਾ ਦੀਦਾਰ ਕਰਨਾ ਕਰਦੇ ਨੇ। ਉਹ ਭਗਤ ਤੇ ਭਗਤਾਂ ਦਾ ਪਿਆਰ ਤੇ ਹਿਰਦਾ ਸਫਲ ਹੈ, ਜਿਹੜਾ ਸਤਿਗੁਰੂ ਜੀ ਦੇ ਨਾਲ ਪਿਆਰ ਕਰਦਾ ਹੈ। ਤੇ ਸਿਧਾਂਤ ਕਥਨ ਕਰਨਾ ਕੀਤਾ, ਪਿਆਰਿਓ ਆਤਮ ਸੁਖ ਨਾਮ ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਮਿਲਦਾ। ਰਸਨਾ ਦੇ ਨਾਲ ਨਾਮ ਜਪਣਾ ਕਰੋ। ਜਦੋਂ ਨਾਮ ਹਿਰਦੇ ਦੇ ਵਿੱਚ ਪ੍ਰਵੇਸ਼ ਹੋ ਗਿਆ, ਅੰਤਰ ਆਤਮੇ ਅੰਮ੍ਰਿਤ ਦਾ ਕੁੰਡ, ਨਾਮ ਦਾ ਕੁੰਡ ਪ੍ਰਗਟ ਹੋਵੇਗਾ। ਅੰਤਰਗਤ ਤੀਰਥ ਮਲ ਨਹਾਓ, ਫਿਰ ਆਤਮ ਸੁਖ ਨੂੰ ਲੈਣਾ ਕਰੋਗੇ। ਤੇ ਉਹਨਾਂ ਤੋਂ ਕੁਰਬਾਨ ਜਾਂਦੇ ਆ ਜਿਹੜੇ ਐਸੇ ਹਰੀ ਪ੍ਰਮਾਤਮਾ ਜੀ ਦੇ ਨਾਮ ਨੂੰ ਸਦਾ ਜਪਦੇ ਨੇ, ਜਿਹੜਾ ਆਤਮ ਸੁਖ ਦਾ ਦਾਤਾ ਤੇ ਪ੍ਰਮਾਤਮਾ ਜੀ ਦੇ ਨਾਲ ਅਭੇਦ ਕਰਨੇ ਵਾਲਾ ਹੈ। ਗੌੜੀ ਮਹੱਲਾ ਪੰਜਵਾ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਐਸੇ ਜਿਹੜੇ ਨਾਮ ਦੇ ਰਸੀਏ ਨੇ, ਗੁਰਸਿੱਖੀ ਨੂੰ ਕਮਾਉਣ ਵਾਲੇ, ਸਿਮਰਨ ਭਜਨ ਬੰਦਗੀ ਕਰਨ ਵਾਲੇ ਸੱਚੇ ਸਾਹਿਬ ਜੀ, ਉਹਨਾਂ ਦਾ ਵਾਹਿਗੁਰੂ ਜੀ ਦੇ ਉੱਪਰ ਨਿਸ਼ਚਾ ਕਿੰਨਾ ਕੁ ਹੈ, ਕਿੰਨਾ ਕੁ ਅਡੋਲ ਭਰੋਸਾ ਵਾਹਿਗੁਰੂ ਜੀ ਤੇ ਰੱਖਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਫਰਮਾਉਂਦੇ ਹਨ ਜੀ, ਤੂੰ ਹੈ ਮਸਲਤ ਤੂੰ ਹੈ ਨਾਲ। ਸਿੱਖੋ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੀ ਸ਼ਰਨ ਵਿੱਚ ਸਦਾ ਪਏ ਰਹਿੰਦੇ ਨੇ ਐਸੇ ਨਾਮ ਦੇ ਰਸੀਏ। ਤੇ ਵਾਹਿਗੁਰੂ ਜੀ ਦੇ ਦਰ ਤੇ ਬੜੇ ਦੀਨ ਹੋ ਕਰਕੇ, ਬੜੇ ਆਜ਼ਜ਼ੀ ਹੋ ਕੇ ਬੇਨਤੀਆਂ ਕਰਦੇ ਨੇ। ਮਾਣ ਨਹੀਂ ਕਰਦੇ, ਹੰਕਾਰ ਨਹੀਂ ਕਰਦੇ ਕਿ ਅਸੀਂ ਜਪਦੇ ਹਾਂ। ਭਗਤ ਕਬੀਰ ਸਾਹਿਬ ਜੀ ਵਾਂਗੂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰਕੇ ਵੀ ਇਹ ਕਹਿੰਦੇ ਨੇ, ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਦਰ ਦੇ ਕੂਕਰ ਹਾਂ। ਹਮ ਕੂਕਰ ਤੇਰੇ ਦਰ, ਤੇਰਾ ਦਰਬਾਰ ਭੌਂਕ ਹੈ ਆਗਾ ਬਦਨ ਪਸਾਰ। ਮਹਾਰਾਜ ਅਸੀਂ ਆਪ ਜੀ ਦੇ ਦਰ ਦੇ ਕੂਕਰ ਹਾਂ, ਕੁੱਤੇ ਹਾਂ। ਤੇ ਜਿਵੇਂ ਕੁੱਤਾ ਆਪਣੇ ਮਾਲਕ ਦੇ ਮੁਖ ਵੱਲ ਵੇਖਦਾ ਨਾ, ਐਵੇਂ ਮੁਖ ਪਸਾਰ ਕੇ ਭੌਂਕਦੇ ਆਪ ਜੀ ਤੋਂ ਦਾਤਾ ਮੰਗਦੇ ਆ।
ਐਵੇਂ ਮੁਖ ਪਸਾਰ ਕੇ ਭੌਂਕਣਾ ਕਿ ਆਪ ਜੀ ਦਾ ਨਾਮ ਹਰ ਵੇਲੇ ਮੁਖ ਚੋਂ ਉਚਾਰਦੇ ਆ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਅਤਿਅੰਤ ਨਿਮਰਤਾ ਵਾਲਾ ਨਾਮ ਦੇ ਰਸੀਏ ਨੇ ਨਾ। ਐਸਾ ਅਤਿਅੰਤ ਨਿਰਮਲ ਹਿਰਦਾ ਕਿੱਥੋਂ ਲੱਭੇਗਾ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ। ਬਚਨ ਕਰਨਾ ਕਰਦੇ ਨੇ ਭਾਈ, ਮੈਂ ਆਪਣੇ ਰਾਮ ਜੀ ਦੇ ਦਰ ਦਾ, ਪ੍ਰਮਾਤਮਾ ਜੀ ਦੇ ਦਰ ਦਾ ਕੂਕਰ ਕੁੱਤਾ ਹਾਂ ਤੇ ਮੇਰਾ ਨਾਮ ਮੋਤੀ ਰੱਖਿਆ ਹੋਇਆ ਹੈ। ਹੁਣ ਮੋਤੀ ਤੋਂ ਭਾਵ ਕੀ ਹੈ? ਨਾਮ ਜਪ ਜਪ ਕਰਕੇ ਹਿਰਦਾ ਹੋਇਆ ਸ਼ੁੱਧ। ਤੇ ਜਿਹੜਾ ਸੁੱਚਾ ਮੋਤੀ ਹੁੰਦਾ ਨਾ, ਜਿਹੜਾ ਮੋਤੀ ਉਸ ਦੀ ਸੁੱਚਤਾ ਹੁੰਦੀ, ਸ਼ੁੱਧਤਾ ਹੁੰਦੀ ਹੈ। ਤੇ ਨਾਮ ਜਪਦੇ ਆ, ਵਾਹਿਗੁਰੂ ਜੀ ਦੇ ਦਰ ਤੇ ਬੈਠ ਕੇ ਬੰਦਗੀ ਕਰਦੇ ਆ, ਸੁੱਚੇ ਮੋਤੀ ਵਰਗਾ ਹਿਰਦਾ ਹੋ ਗਿਆ। ਇਸ ਕਰਕੇ ਮੁਤੀਆ ਮੇਰੋ ਨਾਉ। ਗਲੇ ਹਮਾਰੇ ਜੇਵਰੀ, ਸਾਡੇ ਗਲ ਦੇ ਵਿੱਚ ਪ੍ਰਮਾਤਮਾ ਜੀ ਦੇ ਹੁਕਮ ਰੂਪੀ ਸੰਗਲੀ ਪਈ ਹੋਈ ਹੈ। ਜਹ ਖਿੰਚੈ ਤਹ ਜਾਓ। ਜਿੱਥੇ ਜਿੱਥੇ ਵਾਹਿਗੁਰੂ ਜੀ ਹੁਕਮ ਰੂਪੀ ਸੰਗਲੀ ਦੇ ਨਾਲ ਸਾਨੂੰ ਖਿੱਚ ਕੇ ਲੈ ਜਾਂਦੇ ਨੇ, ਅਸੀਂ ਉੱਥੇ ਉੱਥੇ ਜਾਣਾ ਕਰਦੇ ਹਾਂ। ਐਸੀ ਵਾਹਿਗੁਰੂ ਜੀ ਦੇ ਦਰ ਤੇ ਰਹਿ ਕਰਕੇ ਘਾਲਣਾ ਕਰਦਿਆਂ ਨਿਮਰਤਾ ਹਮੇਸ਼ਾ ਧਾਰਨ ਕਰਕੇ ਰੱਖਣੀ ਤੇ ਬੇਨਤੀ ਕਰਨੀ, ਸੱਚੇ ਪਾਤਸ਼ਾਹ ਜੀ ਭਗਤਾ ਤੈ ਸਹਿ ਸਾਰੀਆ ਜੋੜ ਕਦੇ ਨਾ ਆਇਆ। ਭਗਤਾਂ ਦਾ, ਪ੍ਰਮਾਤਮਾ ਜੀ ਦੇ ਪਿਆਰਿਆਂ ਦਾ ਤੇ ਜਿਨ੍ਹਾਂ ਦੀ ਬਿਰਤੀ ਮਾਇਆ ਦੇ ਅੰਦਰ ਗਲਤਾਨ ਹੈ, ਰੁੜਦੀ ਜਾਂਦੀ ਹੈ, ਉਹਨਾਂ ਦਾ ਭਗਤਾਂ ਦੇ ਨਾਲ ਜੋੜ ਮੇਲਾ ਨਹੀਂ ਬਣਾ ਹੁੰਦਾ ਹੈ, ਪਿਆਰ ਨਹੀਂ ਬਣਾ ਹੁੰਦਾ ਹੈ। ਦੁਨਿਆਵੀ ਲੋਕਾਂ ਨੇ ਕੋਈ ਕੰਮਕਾਰ ਕਰਨਾ ਹੁੰਦਾ ਹੈ, ਧੰਦਾ ਧੰਦਾਰ ਕਰਨਾ ਹੁੰਦਾ ਹੈ ਤੇ ਆਪਸ ਦੇ ਵਿੱਚ ਪਰਿਵਾਰ ਦੇ ਜੀ ਮਿਲ ਕੇ ਬੈਠਦੇ ਨੇ ਤੇ ਫਿਰ ਸਲਾਹ ਕਰਦੇ ਨੇ ਫਲਾਨਾ ਕੰਮ ਕਿਵੇਂ ਕਰੀਏ। ਕੋਈ ਮਕਾਨ ਬਣਾਉਣਾ ਹੋਵੇ, ਕੋਈ ਵਪਾਰ ਸ਼ੁਰੂ ਕਰਨਾ ਹੋਵੇ ਤੇ ਫਿਰ ਪਰਿਵਾਰ ਦੇ ਬਜ਼ੁਰਗਾਂ ਨੂੰ ਜਾਂ ਜਿਹੜੇ ਸੰਬੰਧੀ ਕਾਮਯਾਬ ਨੇ ਬਿਜ਼ਨਸ ਦੇ ਵਿੱਚ, ਉਹਨਾਂ ਨੂੰ ਬਿਠਾ ਕਰਕੇ ਸਲਾਹ ਕਰਦੇ ਨੇ, ਮਤਾ ਕਰਦੇ ਨੇ, ਅਸੀਂ ਵੀ ਕਾਮਯਾਬ ਕਿਵੇਂ ਹੋ ਜਾਈਏ। ਪਰ ਜਿਹੜੇ ਪ੍ਰਮਾਤਮਾ ਦੇ ਪਿਆਰੇ ਨੇ, ਉਹਨਾਂ ਦਾ ਨਿਸ਼ਚਾ ਐਸਾ ਹੁੰਦਾ ਹੈ, ਉਹਨਾਂ ਦੀ ਸਲਾਹ ਵੀ ਪ੍ਰਮਾਤਮਾ ਦੇ ਨਾਲ ਤੇ ਸੰਗਤ ਵੀ ਪ੍ਰਮਾਤਮਾ ਦੇ ਨਾਲ। ਬੇਨਤੀ ਕਰਦੇ ਨੇ, ਇਹ ਸੱਚੇ ਪਾਤਸ਼ਾਹ ਵਾਹਿਗੁਰੂ, ਤੂੰ ਹੈ ਮਸਲਤ। ਮਸਲਤ ਤੋਂ ਭਾਵ ਹੈ ਸਲਾਹ ਮਸ਼ਵਰਾ। ਸਾਡੀ ਸਲਾਹ ਵੀ ਆਪ ਜੀ ਦੇ ਨਾਲ, ਸਾਡਾ ਮਸ਼ਵਰਾ ਵੀ ਆਪ ਜੀ ਦੇ ਨਾਲ। ਤੂੰ ਹੈ ਨਾਲ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਚੇਤਨ ਸੱਤਾ ਹੋ ਕਰਕੇ ਤੁਸੀਂ ਸਾਡੇ ਅੰਗ ਸੰਗ ਹੀ ਵਸਦੇ ਹੋ। ਅੰਗ ਸੰਗ ਵਸਣੇ ਕਰਕੇ ਨਾਲ ਤੁਸੀਂ ਸਾਡੇ ਨਾਲ ਰਹਿਣ ਵਾਲੇ ਸਾਥੀ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਸਾਡੇ ਸਾਹਿਬ, ਸਾਡੇ ਮਾਲਕ ਵੀ ਹੋ ਤੇ ਤੂੰ ਹੈ ਮਸਲਤ, ਸਾਡੇ ਸਲਾਹਕਾਰ ਵੀ ਆਪ ਜੀ ਹੋ। ਜਿਵੇਂ ਰਾਜੇ ਦੇ ਨਾਲ ਸ਼ੁਭ ਚਿੰਤਕ ਮੰਤਰੀ ਹੁੰਦੇ ਨੇ ਤੇ ਸ਼ੁਭ ਸਲਾਹ ਦਿੰਦੇ ਨੇ ਨਾ, ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਨੂੰ ਸ਼ੁਭ ਸਲਾਹਾਂ ਵੀ ਆਪ ਜੀ ਹੀ ਦਿੰਦੇ ਹੋ। ਅੱਜ ਵੀ ਜਿਹੜੇ ਗੁਰੂ ਕੇ ਪਿਆਰ ਵਾਲੇ ਨੇ, ਸਲਾਹ ਸਤਿਗੁਰੂ ਜੀ ਦੀ ਲੈਂਦੇ ਨੇ ਜੀ। ਕਿਵੇਂ ਲੈਂਦੇ ਨੇ? ਕੋਈ ਕਾਰਜ ਕਰਨਾ ਹੋਵੇ, ਨਵਾਂ ਘਰ ਬਣਾਉਣਾ ਹੋਵੇ, ਵਪਾਰ ਸ਼ੁਰੂ ਕਰਨਾ ਹੋਵੇ, ਘਰ ਦੇ ਵਿੱਚ ਪੁੱਤਰ ਧੀ, ਬੇਟੀ ਬੇਟੇ ਦਾ ਆਨੰਦ ਕਾਰਜ ਕਰਨਾ ਹੋਵੇ ਨਾ, ਤੇ ਪਹਿਲਾਂ ਆ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਅਰਦਾਸ ਬੇਨਤੀ ਕਰਕੇ ਸ੍ਰੀ ਮੁਖਵਾਕ ਲੈਂਦੇ ਨੇ। ਤੇ ਜੇ ਤੇ ਹੁਕਮ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨਗੀ, ਖੁਸ਼ੀ ਬਖਸ਼ ਦਿੱਤੀ, ਫਿਰ ਕਾਰਜ ਨੂੰ ਖੁਸ਼ੀ ਖੁਸ਼ੀ ਕਰ ਲੈਂਦੇ ਨੇ। ਜੇ ਸਤਿਗੁਰੂ ਜੀ ਦੀ ਖੁਸ਼ੀ ਨਹੀਂ, ਭਾਵੇਂ ਦੁਨਿਆਵੀ ਮਨ ਦੇ ਨਾਲ ਜਾਂ ਦੁਨਿਆਵੀ ਬਿਰਤੀ ਦੇ ਨਾਲ ਕਿੱਡਾ ਵੱਡਾ ਪ੍ਰੋਫਿਟ ਦਿਸਦਾ ਹੋਵੇ, ਲਾਭ ਦਿਸਦਾ ਹੋਵੇ, ਫਿਰ ਗੁਰਮੁਖ ਨਹੀਂ ਉਸ ਕੰਮ ਨੂੰ ਕਰਦੇ, ਸਤਿਗੁਰੂ ਜੀ ਦੀ ਪ੍ਰਵਾਨਗੀ ਨਹੀਂ। ਇਸ ਪ੍ਰਕਾਰ ਭਾਵਨਾ ਵਾਲੇ ਪ੍ਰਵਾਨਗੀ ਵੀ ਸਤਿਗੁਰੂ ਜੀ ਤੋਂ ਹੀ ਲੈਂਦੇ ਨੇ। ਸੱਚੇ ਪਾਤਸ਼ਾਹ ਤੂੰ ਹੈ ਮਸਲਤ। ਆਪ ਜੀ ਹੀ ਸਾਨੂੰ ਨੇਕ ਸ਼ੁਭ ਸਲਾਹ ਦੇਣ ਵਾਲੇ, ਸਾਡੇ ਸਲਾਹਕਾਰ, ਸਾਡੇ ਵਜ਼ੀਰ ਹੋ। ਆਪ ਜੀ ਹੀ ਸਾਡੇ ਮਾਲਕ ਹੋ ਕਰਕੇ, ਅੰਗ ਸੰਗ ਰਹਿ ਕਰਕੇ, ਨਾਲ ਰਹਿ ਕਰਕੇ ਸਾਡੀ ਰਖਵਾਲੀ ਕਰਨ ਵਾਲੇ ਹੋ। ਤੂੰ ਹੈ ਰਾਖੇ ਸਾਰ ਸਮਾਲ। ਹੇ ਸੱਚੇ ਸਾਹਿਬ ਜੀ, ਤੁਸੀਂ ਹੀ ਰਾਖ ਹੈ, ਸਾਨੂੰ ਰੱਖਣਾ ਕਰਦੇ ਹੋ ਸਾਰ, ਸਾਡੀ ਖਬਰਸਾਰ, ਸਾਡੀ ਤੰਦਰੁਸਤੀ ਦੀ, ਸਾਡੇ ਛਕਣ ਛਕਾਉਣ ਦੀ, ਸਾਡੇ ਰਹਿਣ ਸਹਿਣ ਦੀ ਸਾਰੀ ਖਬਰਸਾਰ ਆਪ ਜੀ ਰੱਖਦੇ ਹੋ। ਸੰਭਾਲ ਸਾਨੂੰ ਦੁੱਖਾਂ ਦੇ ਵਿੱਚੋਂ ਆਪ ਜੀ ਕਿਰਪਾ ਕਰਕੇ ਸੰਭਾਲ ਲੈਂਦੇ ਹੋ। ਦੁੱਖ ਆ ਜਾਵੇ, ਰੋਗ ਆ ਜਾਵੇ, ਸਾਡੇ ਪੂਰਬਲੇ ਕਰਮਾਂ ਦੀ ਕੀਤੀ ਹੋਈ ਕਿਰਤ ਦੇ ਅਨੁਸਾਰ ਜੋ ਸਾਨੂੰ ਦੁੱਖ ਮਿਲਦੇ ਨੇ, ਉਹ ਦੁੱਖ ਭੀੜਾ ਦਾ ਸਮਾਂ ਵੀ ਆ ਜਾਵੇ ਤੇ ਸੱਚੇ ਪਾਤਸ਼ਾਹ ਸੰਭਾਲ ਆਪ ਜੀ ਸੰਭਾਲਦੇ ਹੋ। ਆਪ ਜੀ ਹੀ ਸਾਨੂੰ ਸਾਂਭਣਾ ਕਰਦੇ ਹੋ। ਸੋ ਇਸੇ ਪ੍ਰਕਾਰ ਤੂੰ ਹੈ ਰਾਖੈ ਸਾਰ ਸੰਭਾਲ। ਜਿਤਨੀ ਸ੍ਰਿਸ਼ਟੀ ਜਗਤਰ ਸੰਸਾਰ ਹੈ ਨਾ, ਸੱਚੇ ਪਾਤਸ਼ਾਹ ਆਪ ਹੀ ਸਾਰੇ ਜੀਵਾਂ ਦੀ ਸਾਰ ਕਰਦੇ ਹੋ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਭੋਜਨ ਇਤਿਆਦਿਕ ਦੇ ਕਰਕੇ ਸਭਨਾਂ ਦੀ ਸਾਰ ਕਰਦੇ ਹੋ ਤੇ ਸਭਨਾਂ ਦੀਆਂ ਬੇਨਤੀਆਂ ਪਰਵਾਰ ਕਰਕੇ ਦੁੱਖਾਂ ਵਿੱਚ ਸੰਭਾਲ ਵੀ ਕਰਦੇ ਹੋ।
ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਸੰਭਾਲ ਕਰਦੇ ਨੇ ਗਰੀਬ ਨਿਵਾਜ, ਆਪ ਜੀ ਤਾਂ ਸਾਰੀ ਸ੍ਰਿਸ਼ਟੀ ਬ੍ਰਹਿਮੰਡ ਦੇ ਜੀਵਾਂ ਦੀ ਸੰਭਾਲ ਕਰਦੇ ਹੋ। ਸਭਨਾਂ ਦਾ ਭਰਨ ਪੋਸ਼ਣ ਆਪ ਜੀ ਕਰਦੇ ਹੋ। ਸੈਲ ਪੱਥਰ ਮਹਿ ਜੰਤੋ ਪਾਏ ਤਾਕਾ ਰਿਜਕ ਆਗੈ ਕਰ ਧਰਿਆ। ਖੁਸ਼ਕ ਪੱਥਰਾਂ ਦੇ ਵਿੱਚ, ਪਹਾੜਾਂ ਦੇ ਵਿੱਚ ਵੀ ਜਿਹੜੇ ਜੀਵ ਪੈਦਾ ਕਰ ਦਿੱਤੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪਣੀ ਸਰਬੱਗਤਾ ਦੇ ਨਾਲ, ਆਪਣੀ ਸ਼ਕਤੀ ਦੇ ਨਾਲ, ਚੇਤਨ ਸੱਤਾ ਦੇ ਨਾਲ ਪੱਥਰਾਂ ਦੇ ਅੰਦਰ ਵੀ ਭੋਜਨ ਦੇ ਕਰਕੇ ਉਹਨਾਂ ਦੀ ਵੀ ਪ੍ਰਤਪਾਲਨਾ ਕਰਦੇ ਹੋ। ਸਾਰੀ ਸ੍ਰਿਸ਼ਟੀ ਦੀ ਸਾਂਭ ਸੰਭਾਲ ਆਪ ਜੀ ਦੇ ਤਾਈਂ ਹੀ ਹੋ ਰਹੀ ਹੈ। ਐਸਾ ਰਾਮ ਦੀਨ ਦੁਨੀ ਸਹਾਈ। ਹੇ ਸਿੱਖੋ, ਉਹ ਰਮੇ ਹੋਏ ਪ੍ਰਮਾਤਮਾ ਜੀ ਸਾਡੇ ਰਾਮ ਜੀ ਐਸੇ ਨੇ ਜਿਹੜੇ ਦੀਨ ਦੁਨੀ ਸਹਾਈ। ਦੁਨੀ ਇਸ ਦੁਨੀਆ ਦੇ ਅੰਦਰ ਤੇ ਦੀਨ ਪਰਲੋਕ ਦੇ ਅੰਦਰ ਵੀ ਜੀਵਾਂ ਦੀ ਸਹਾਇਤਾ ਕਰਦੇ ਨੇ। ਦੀਨ ਧਰਮ ਦੇ ਖੇਤਰ ਵਿੱਚ ਜੀਵ ਦੇ ਧਰਮ ਦੀ ਵੀ ਰਖਵਾਲੀ ਕਰਦੇ ਨੇ, ਤੇ ਜਦੋਂ ਜਗਿਆਸੂ ਦੁਨੀਆ ਦੇ ਅੰਦਰ ਵਿਚਰਦਾ ਹੈ ਤੇ ਦੁਨੀਆ ਦੇ ਅੰਦਰ ਵੀ ਉਸ ਦੀ ਲਾਜ ਰੱਖਦੇ ਨੇ। ਜਿਸ ਵੇਲੇ ਦੁਨੀਆ ਦੇ ਕੰਮ ਕਾਰਜ ਵਿਵਹਾਰ ਕਰਦਾ ਨਾ ਸਿੱਖ, ਸਤਿਗੁਰੂ ਜੀ ਤਾਂ ਵੀ ਉਸ ਦੀ ਕਿਰਤ ਵਿੱਚ ਬਰਕਤਾਂ ਪਾਉਂਦੇ ਨੇ। ਤੇ ਇਸੇ ਪ੍ਰਕਾਰ ਦੀਨ ਜਿਸ ਵੇਲੇ ਰੂਹਾਨੀਅਤ ਦੇ ਅਧਿਆਤਮਿਕਤਾ ਦੇ ਰਸਤੇ ਤੇ ਚੱਲਦਾ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਤਿਸ ਦੀ ਸਹਾਇਤਾ ਕਰਦੇ ਨੇ। ਨਾਮ ਜਪਾ ਕਰਕੇ ਤਿਸ ਨੂੰ ਬ੍ਰਹਮ ਗਿਆਨ ਦੀ ਦਾਤ ਹਿਰਦੇ ਦੇ ਅੰਦਰ ਪ੍ਰਗਟ ਕਰ ਦੇਣਾ ਕਰਦੇ ਨੇ। ਐਸੇ ਨੇ ਸਾਡੇ ਵਾਹਿਗੁਰੂ ਜੀ ਜੋ ਸਭ ਜਗ੍ਹਾ ਤੇ ਸਹਾਇਤਾ ਕਰਨੇ ਵਾਲੇ ਨੇ। ਕਾਬਲ ਦੇਸ਼ ਤੋਂ ਭਾਈ ਕਟਾਰੂ ਜੀ ਚੱਲ ਕਰਕੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿਖੇ ਪੁੱਜੇ ਨੇ ਨਾ। ਬੇਅੰਤ ਸੰਗਤਾਂ ਦੀ ਨਿਆਈ ਦਰਸ਼ਨੀ ਭੇਟਾ ਰੱਖ ਕਰਕੇ ਮੁਬਾਰਕ ਚਰਨ ਕਮਲਾਂ ਤੇ ਨਤਮਸਤਕ ਹੋਏ ਨੇ। ਬੇਨਤੀ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਐਸਾ ਉਪਦੇਸ਼ ਬਖਸ਼ੋ ਮੇਰਾ ਪਾਪੀ ਦਾ ਵੀ ਭਲਾ ਹੋ ਜਾਵੇ। ਮਹਾਰਾਜ ਮੈਂ ਕੋਈ ਸੰਤ ਨਹੀਂ, ਮੈਂ ਕੋਈ ਭਗਤ ਨਹੀਂ, ਕੋਈ ਨਾਮਦਾਰ ਰਸੀਆ ਨਹੀਂ, ਮੈਂ ਦੁਨਿਆਵੀ ਬੰਦਾ ਹਾਂ। ਘਰ ਪਰਿਵਾਰ ਗ੍ਰਸਤ ਦੀ ਉਪਜੀਵਕਾ ਚਲਾਉਣ ਵਾਸਤੇ ਮਹਾਰਾਜ ਦੁਨਿਆਵੀ ਕੰਮ ਸਾਰਾ ਦਿਨ ਕਰਦਾ ਹਾਂ, ਤੇ ਕਿਤੇ ਦੁਨਿਆਵੀ ਕੰਮਾਂ ਵਿੱਚ ਫਸ ਕਰਕੇ ਉਲਝ ਕਰਕੇ ਮਾਇਆ ਦੇ ਬਾਣ ਦਾ ਸ਼ਿਕਾਰ ਨਾ ਹੋ ਜਾਵਾਂ। ਇਹ ਮਾਇਆ ਦੀ ਜ਼ਹਿਰ ਦੇ ਨਾਲ ਰੂਹਾਨੀਅਤ ਦੇ ਪੱਖੋਂ ਮੇਰੀ ਮੌਤ ਹੀ ਨਾ ਹੋ ਜਾਵੇ। ਸੱਚੇ ਪਾਤਸ਼ਾਹ ਕਿਰਪਾ ਕਰਕੇ ਐਸਾ ਉਪਦੇਸ਼ ਬਖਸ਼ੋ ਮੇਰਾ ਵੀ ਦੁਨੀਆ ਤੋਂ ਪਾਰ ਉਤਾਰਾ ਹੋ ਜਾਵੇ। ਅੰਤਰਜਾਮੀ ਸਤਿਗੁਰੂ ਜੀ ਬਚਨ ਕਰਦੇ ਨੇ, ਸਿੱਖਾ ਕਿੱਥੋਂ ਆਇਆ ਹੈ, ਕੀ ਨਾਮ ਹੈ ਤੇਰਾ, ਤੇ ਕੰਮ ਕੀ ਕਰਦਾ ਹੈ? ਕਹਿਣ ਲੱਗਾ ਸੱਚੇ ਪਾਤਸ਼ਾਹ ਕਾਬਲ ਦੇਸ਼ ਤੋਂ ਆਇਆ ਹਾਂ, ਨਾਮ ਮੇਰਾ ਕਟਾਰੂ ਹੈ, ਤੇ ਕੰਮ ਇਹ ਕਰਦਾ ਹੈ ਉਥੇ ਦਾ ਜਿਹੜਾ ਸੂਬੇਦਾਰ ਆ ਉਹਦਾ ਧੜਵਈ ਹੈ, ਉਸ ਦੇ ਪਾਸ ਨੌਕਰਾਂ ਤੇ ਸੌਦਾ ਤੋਲ ਕੇ ਗ੍ਰਾਹਕਾਂ ਨੂੰ ਦੇਣਾ, ਇਹੋ ਹੀ ਮੇਰਾ ਕੰਮ ਹੈ। ਤੇ ਸਾਧ ਸੰਗਤ ਜੀ ਅੱਜ ਜਿਸ ਨੂੰ ਅਸੀਂ ਸੂਬੇ ਦਾ ਮੁੱਖ ਮੰਤਰੀ ਕਹਿੰਦੇ ਆ ਨਾ, ਉਸ ਸਮੇਂ ਦੇ ਅੰਦਰ ਉਸ ਨੂੰ ਸੂਬੇਦਾਰ ਕਿਹਾ ਜਾਂਦਾ ਸੀ। ਸੂਬੇ ਦਾ ਮਾਲਕ ਕੋਈ ਛੋਟੀ ਮੋਟੀ ਹੱਟੀ ਚਲਾਉਣ ਵਾਲਾ ਨਹੀਂ ਸੀ, ਸੂਬੇਦਾਰ ਦੇ ਕੋਲ ਧੜਵਈ ਸੀ, ਵੱਡੇ ਅਹੁਦੇ ਤੇ ਸੀ। ਪਰ ਆ ਕਰਕੇ ਅਹੁਦਾ ਨਹੀਂ ਜਣਾਇਆ। ਬੇਨਤੀ ਕੀਤੀ, ਸੱਚੇ ਪਾਤਸ਼ਾਹ ਪਾਪੀ ਮਾਇਆ ਵਿੱਚ ਗਲਤਾਨ ਹਾਂ, ਕਿਰਪਾ ਕਰਕੇ ਤਾਰ ਦੇਵੋ ਜੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਨਾਲ ਉਪਦੇਸ਼ ਦਿੱਤਾ, ਸਿੱਖਾ ਜੇ ਤੇਰਾ ਕੰਮ ਧੜਵਈ ਦਾ ਤੇ ਕਿਸੇ ਨੂੰ ਘੱਟ ਨਾ ਤੋਲ ਕੇ ਦੇਵੀਂ। ਜਿਹੜੀ ਤੈਨੂੰ ਉਪਜੀਵਕਾ ਪ੍ਰਾਪਤ ਹੋਵੇ ਨਾ, ਤਨਖਾਹ ਇਤਿਆਦਿਕ ਰੋਜ਼ੀਨਾ, ਉਸ ਦੇ ਵਿੱਚੋਂ ਦਸਵੰਧ ਗੁਰੂ ਦੇ ਨਿਮਿਤ ਕੱਢਣਾ ਹੈ। ਤੇ ਹਰ ਵੇਲੇ ਵਾਹਿਗੁਰੂ 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 ਮੁਖ ਚੋਂ ਜਪਣਾ ਹੈ। ਤੇਰਾ ਭਲਾ ਹੋ ਜਾਵੇਗਾ, ਮੁੜ ਜੂਨਾ ਵਿੱਚ ਨਹੀਂ ਆਵੇਗਾ, ਤੇਰੀ 84 ਕੱਟੀ ਜਾਵੇਗੀ, ਗੁਰੂ ਕੇ ਦਰ ਤੇ ਪ੍ਰਵਾਨ ਹੋ ਜਾਵੇਗਾ। ਦਰਸ਼ਨ ਕਰਕੇ ਕੁਝ ਦਿਨ ਰਹਿ ਕੇ ਸੇਵਾ ਕਰਕੇ ਸਤਿਗੁਰੂ ਜੀ ਦੇ ਦਰ ਤੇ ਉਪਦੇਸ਼ ਲੈ ਕਰਕੇ ਵਾਪਸ ਕਾਬਲ ਦੇਸ਼ ਚਲਿਆ ਗਿਆ ਹੈ। ਜਾ ਕੇ ਧੜਵਈ ਦਾ ਕੰਮ ਕਰਦਾ, ਹੁਣ ਹਰ ਵੇਲੇ ਵਾਹਿਗੁਰੂ 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 ਮੁਖ ਚੋਂ ਜਪੀ ਜਾਂਦਾ ਹੈ। ਹਰ ਵੇਲੇ ਵਾਹਿਗੁਰੂ ਜਪਦਾ ਹੈ ਤੇ ਸਤਿਗੁਰੂ ਜੀ ਦੇ ਬਚਨ ਦੇ ਅਨੁਸਾਰ ਪੂਰਾ ਤੋਲਦਾ ਹੈ। ਪਰ ਇੱਕ ਵੇਲੇ ਕੋਈ ਈਰਖਾਲੂ ਬਾਣੀਆ ਇਸ ਦੇ ਕੋਲ ਆਇਆ, ਇੱਕ ਵੱਟਾ ਇਸ ਨੂੰ ਵੇਚ ਕੇ ਗਿਆ। ਜਿਹੜਾ ਵੱਟਾ ਪਿਛਲੇ ਪਾਸੇ ਉਸ ਤੋਂ ਸਿੱਕਾ ਥੋੜਾ ਜਿਹਾ ਕੱਢਿਆ ਹੋਇਆ ਸੀ ਤੇ 5 ਪੈਸੇ ਭਰ ਤੋਲ ਦੇ ਵਿੱਚ ਵਜਨ ਵਿੱਚ ਘੱਟ ਸੀ। 5 ਪੈਸੇ ਭਰ ਇਹ ਪੁਰਾਣੇ ਬਜ਼ੁਰਗਾਂ ਦੀ ਗਿਣਤੀ ਹੁੰਦੀ ਸੀ। ਕਹਿ ਲਈਏ ਕਿ 5 ਗ੍ਰਾਮ ਵੱਟੇ ਦਾ ਜਿਹੜਾ ਵਜਨ ਸੀ ਉਹ ਘੱਟ ਸੀ। ਇਸ ਨੂੰ ਵੇਚ ਦਿੱਤਾ। ਇਸ ਨੇ ਸੁਭਾਵਕ ਲੈ ਕੇ ਰੱਖ ਲਿਆ। ਉਸ ਵੱਟੇ ਨੂੰ ਤੋਲਿਆ ਨਹੀਂ, ਵਜਨ ਨਹੀਂ ਕੀਤਾ, ਤੇ ਉਸ ਵੱਟੇ ਦੇ ਨਾਲ ਹੀ ਸੌਦਾ ਤੋਲ ਕੇ ਸਭਨਾਂ ਨੂੰ ਦੇਈ ਜਾਂਦਾ ਹੈ। ਤੇ ਕੁਝ ਕੁ ਸਿਆਣੇ ਹੁੰਦੇ ਨੇ ਜਿਹੜੇ ਆਪਣੇ ਆਪ ਤੇ ਯਕੀਨ ਕਰਦੇ ਨੇ। ਐਸਾ ਹੀ ਕੋਈ ਸਿਆਣਾ ਪੁਰਖ ਆ ਗਿਆ,
ਆਪ ਜੀ ਦੇ ਕੋਲੋਂ ਸੌਦਾ ਲੈ ਕੇ ਗਿਆ ਤੇ ਜਦੋਂ ਘਰ ਜਾ ਕੇ ਤੋਲਿਆ ਤੇ ਥੋੜਾ ਘੱਟ ਨਿਕਲਿਆ। ਹੁਣ ਵੱਟਾ ਮੰਨ ਲਓ ਸਾਧ ਸੰਗਤ ਜੀ 2 ਕਿਲੋ ਦਾ 5 ਕਿਲੋ ਦਾ ਹੈ। ਜੇ ਕਿਸੇ ਨੇ ਵਸਤੂ ਲਈ 50 ਕਿਲੋ ਤੇ 10 ਵਾਰ ਵਸਤੂ ਤੋਲੀ ਗਈ ਤੇ 5-5 ਗ੍ਰਾਮ ਹਰ ਵਾਰ ਘਟਦਾ ਰਿਹਾ ਤੇ 10 ਵਾਰੀਆਂ 'ਚ 50 ਗ੍ਰਾਮ ਘਟ ਗਿਆ ਨਾ। ਇਸ ਪ੍ਰਕਾਰ ਜਦੋਂ ਉਸਨੇ ਘਰ ਜਾ ਕੇ ਤੋਲਿਆ ਤੇ ਸੌਦਾ ਘੱਟ ਨਿਕਲਿਆ ਤੇ ਉਸਨੇ ਜਾ ਕੇ ਸੂਬੇਦਾਰ ਦੇ ਕੋਲ, ਕਹਿ ਲਈਏ ਉਸ ਸਮੇਂ ਦੇ ਮੁੱਖ ਮੰਤਰੀ ਦੇ ਕੋਲ ਸ਼ਿਕਾਇਤ ਕਰ ਦਿੱਤੀ, ਆ ਜਿਹੜਾ ਤੁਹਾਡੇ ਕੋਲ ਭਾਈ ਕਟਾਰੂ ਹੈ ਨਾ, ਇਹ ਸੌਦਾ ਘੱਟ ਤੋਲ ਕੇ ਦਿੰਦਾ, ਇਹ ਬੇਈਮਾਨੀ ਕਰਦਾ ਹੈ। ਸੂਬੇਦਾਰ ਕ੍ਰੋਧ ਵਿੱਚ ਆਇਆ, ਜਦੋਂ ਮੈਂ ਕਿਹਾ ਪੂਰਾ ਤੋਲ ਕੇ ਦੇਣਾ ਤੇ ਇਹ ਕਿਉਂ ਘੱਟ ਤੋਲ ਕੇ ਦਿੰਦਾ ਹੈ। ਉਸੇ ਵੇਲੇ ਸਿਪਾਹੀ ਭੇਜੇ, ਹੁਕਮ ਦਿੱਤਾ ਕਟਾਰੂ ਨੂੰ ਨਾਲ ਹੀ ਲੈ ਕੇ ਆਉਣਾ ਤੇ ਉਸਨੂੰ ਕਹੋ ਸਾਰੇ ਵੱਟੇ ਨਾਲ ਲੈ ਕੇ ਆ ਜੇ। ਭਾਈ ਕਟਾਰੂ ਜੀ ਨੇ ਬਚਨ ਮੰਨਿਆ, ਸਾਰੇ ਵੱਟੇ ਨਾਲ ਲੈ ਕਰਕੇ ਸਿਪਾਹੀਆਂ ਦੇ ਨਾਲ ਆ ਗਏ। ਜਦੋਂ ਸੂਬੇਦਾਰ ਦੀ ਕਚਹਿਰੀ ਵਿੱਚ ਪੁੱਜੇ ਨੇ, ਉੱਥੇ ਪਹਿਲਾਂ ਤੋਂ ਕੰਡਾ ਰੱਖਿਆ ਹੋਇਆ, ਤੇਰੇ ਸਾਰੇ ਵੱਟੇ ਤੋਲੇ ਜਾਣਗੇ। ਤੇਰੇ ਤੇ ਕਿਸੇ ਨੇ ਪੁਕਾਰ ਕੀਤੀ, ਸ਼ਿਕਾਇਤ ਕੀਤੀ ਹੈ, ਤੂੰ ਬੇਈਮਾਨੀ ਕਰਦਾ ਹੈ, ਸੌਦਾ ਘੱਟ ਤੋਲ ਕੇ ਦੇਣਾ ਹੈ। ਦੱਸ ਜਿਹੜਾ ਘੱਟ ਤੋਲ ਕੇ ਬਚਾਉਣਾ ਉਸਨੂੰ ਕਿੱਥੇ ਲੈ ਕੇ ਜਾਣਾ ਹੈ। ਤੇਰੇ ਵੱਟੇ ਤੋਲੇ ਜਾਣਗੇ, ਜੇ ਵੱਟਾ ਤੇਰਾ ਘੱਟ ਨਿਕਲਿਆ ਤੈਨੂੰ ਸਜ਼ਾ ਦਿੱਤੀ ਜਾਵੇਗੀ, ਸਜ਼ਾ ਜ਼ਾਫਤਾ, ਦੋਸ਼ੀ ਹੋਵੇਗਾ ਤੂੰ। ਤੇ ਤਿਸ ਵੇਲੇ ਭਾਈ ਕਟਾਰੂ ਜੀ ਅੰਤਰਾਤਮੇ ਜੁੜ ਗਏ, ਸੱਚੇ ਪਾਤਸ਼ਾਹ, ਹੇ ਗਰੀਬ ਨਿਵਾਜ ਧੀਰਜ ਧਾਰੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਅੰਤਰਜਾਮੀ ਹੋ, ਦਿਲਾਂ ਦੀਆਂ ਬੁੱਝਣ ਵਾਲੇ ਹੋ, ਹਿਰਦੇ ਦੇ ਪਰਦੇ ਦੀ ਜਾਣਨ ਵਾਲੇ ਗਰੀਬ ਨਿਵਾਜ ਸਤਿਗੁਰੂ ਜੀ, ਆਪ ਜੀ ਜਾਣਦੇ ਹੋ ਮੈਂ ਜਾਣ ਬੁੱਝ ਕੇ ਕਿਸੇ ਨੂੰ ਘੱਟ ਤੋਲ ਕੇ ਨਹੀਂ ਦਿੱਤਾ। ਮਹਾਰਾਜ ਮੈਂ ਕਿਸੇ ਵੱਟੇ ਦੇ ਵਿੱਚ ਬੇਈਮਾਨੀ ਵੀ ਨਹੀਂ ਕੀਤੀ। ਹਾਂ, ਇੱਕ ਵੱਟਾ ਇੱਕ ਬਾਣੀਏ ਦੇ ਪਾਸੋਂ ਮੁੱਲ ਜ਼ਰੂਰ ਖਰੀਦਿਆ ਸੀ। ਮਹਾਰਾਜ ਜੇ ਵਜਨ ਦੇ ਵਿੱਚ ਘੱਟ ਵੀ ਹੈ ਤੇ ਮੈਂ ਨਹੀਂ ਜਾਣਦਾ ਘੱਟ ਹੈ ਕਿ ਵੱਧ ਹੈ, ਮੈਂ ਤੇ ਤੋਲਿਆ ਹੀ ਨਹੀਂ। ਪਰ ਸੱਚੇ ਪਾਤਸ਼ਾਹ ਆਪ ਜੀ ਜਾਣਦੇ ਹੋ। ਗਰੀਬ ਨਿਵਾਜ ਕਿਰਪਾ ਕਰੋ, ਬੇਈਮਾਨੀ ਜਾਣ ਬੁੱਝ ਕੇ ਕੀਤੀ ਨਹੀਂ, ਤੇ ਜੇ ਸੁਤੇ ਸਿੱਧ ਭੁੱਲ ਹੋ ਗਈ ਤੇ ਬਖਸ਼ ਲੋ, ਕਿਰਪਾ ਕਰਕੇ ਮੇਰੀ ਲਾਜ ਰੱਖਿਆ ਜੇ। ਅੰਤਰ ਆਤਮੇ ਜੁੜਿਆ ਹੈ, ਇੱਧਰ ਸਿੱਖ ਅਰਦਾਸਾਂ ਕਰ ਰਿਹਾ ਹੈ, ਉਧਰ ਸੂਬੇ ਦੀ ਕਚਹਿਰੀ ਦੇ ਵਿੱਚ ਕੰਡਾ ਰੱਖਿਆ ਹੈ। ਉਹਦੇ ਇੱਕ ਪਾਸੇ ਵੱਟੇ ਪਾਏ ਗਏ ਉਹ ਜਿਹੜੇ ਸੂਬੇ ਦੇ ਪਾਸ ਮੌਜੂਦ ਨੇ, ਦੂਸਰੇ ਪਾਸੇ ਵੱਟੇ ਉਹ ਰੱਖ ਕੇ ਤੋਲੇ ਜਾਂਦੇ ਜਿਹੜੇ ਭਾਈ ਕਟਾਰੂ ਦੇ ਕੋਲ ਨੇ। ਤੇ ਜਿਸ ਵੇਲੇ ਉਸ ਵੱਟੇ ਦੀ ਵਾਰੀ ਆਈ ਨਾ, ਜਿਹੜਾ ਬਾਣੀਏ ਦੇ ਕੋਲੋਂ ਖਰੀਦਿਆ ਸੀ, ਵਜਨ ਵਿੱਚ ਘੱਟ ਸੀ, ਜਿਸ ਵੇਲੇ ਤੱਕੜ ਦੇ ਕੰਡੇ ਦੇ ਖੱਬੇ ਪੱਲੇ ਦੇ ਵਿੱਚ ਉਸ ਨੂੰ ਰੱਖਿਆ ਗਿਆ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਰਬਾਰ ਦੇ ਅੰਦਰ ਸਜੇ ਨੇ। ਬੇਅੰਤ ਭੇਟਾਵਾਂ ਸਤਿਗੁਰੂ ਜੀ ਦੇ ਅੱਗੇ ਅਰਪਣ ਹੋ ਰਹੀਆਂ ਨੇ। ਮਹਾਰਾਜ ਸਾਹਿਬ ਜੀ ਨੇ 5 ਪੈਸੇ ਦਾ ਸਿੱਕਾ ਚੱਕਿਆ, ਆਪਣੇ ਖੱਬੇ ਹੱਥ ਦੀ ਹਸਤ ਕਮਲ ਦੀ ਹਥੇਲੀ ਤੇ ਤਲੀ ਤੇ ਰੱਖ ਲਿਆ। ਜਿਹੜਾ 5 ਪੈਸੇ ਦਾ ਵਜਨ ਕਾਬਲ ਸੂਬੇ ਦੇ ਦਰਬਾਰ ਵਿੱਚ ਵੱਟੇ ਦਾ ਘੱਟ ਸੀ, ਸਤਿਗੁਰੂ ਜੀ ਨੇ 5 ਪੈਸੇ ਤਲੀ ਤੇ ਰੱਖੇ ਤੇ ਖੱਬੇ ਪਾਸੇ ਵਾਲੇ ਵੱਟੇ ਦਾ ਵਜਨ ਪੂਰਾ ਕਰ ਦਿੱਤਾ ਜਿਹੜਾ ਭਾਈ ਕਟਾਰੂ ਦਾ ਸੀ। ਹੁਣ ਚੁਗਲ ਨੇ ਚੁਗਲੀ ਮਾਰੀ ਹੈ ਜੀ, ਮੇਰਾ ਸੌਦਾ ਘੱਟ ਹੈ, ਤੁਹਾਡਾ ਸਾਹਮਣੇ ਆ, ਤੋਲ ਕੇ ਦੇਖ ਲਓ, ਇਹ ਘੱਟ ਤੋਲਦਾ ਹੈ, ਵੱਟੇ ਇਸੇ ਨਾਲ ਤੋਲਿਆ ਸੀ। ਤੇ ਸੂਬੇਦਾਰ ਕਹਿਣ ਲੱਗਾ, ਇਸ ਨੂੰ ਦੂਜੇ ਪੱਲੇ 'ਚ ਪਾ ਕੇ ਤੋਲੋ। ਖੱਬੇ ਵਾਲੇ ਪੱਲੜੇ 'ਚੋਂ ਲਾ ਕਰਕੇ ਤੱਕੜ ਦੇ ਅਥਵਾ ਕੰਡੇ ਦੇ ਜਦੋਂ ਸੱਜੇ ਪਾਸੇ ਰੱਖਿਆ ਗਿਆ ਨਾ, ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਖੱਬੇ ਹਸਤ ਕਮਲ ਦੀ ਹਥੇਲੀ ਤੋਂ 5 ਪੈਸੇ ਚੱਕੇ ਤੇ ਸੱਜੇ ਹੱਥ ਦੀ ਹਥੇਲੀ ਤੇ ਰੱਖ ਲਏ। ਵਜਨ ਫੇਰ ਪੂਰਾ, ਇੱਕ ਵਾਰ ਨਹੀਂ 2 ਵਾਰ 4 ਵਾਰ ਬਾਰ-ਬਾਰ ਵੱਟੇ ਨੂੰ ਤੋਲਿਆ ਗਿਆ। ਜਦੋਂ ਉਹ ਖੱਬੇ ਪਾਸੇ ਵੱਟਾ ਪਾਉਂਦੇ ਨੇ ਤੇ ਸਤਿਗੁਰੂ ਜੀ 5 ਪੈਸੇ ਦਾ ਸਿੱਕਾ ਖੱਬੀ ਹਥੇਲੀ ਤੇ ਰੱਖ ਲੈਂਦੇ ਨੇ। ਜਦੋਂ ਉਹ ਸੱਜੇ ਪਾਸੇ ਵੱਟਾ ਰੱਖਦੇ ਨੇ ਤੇ ਸਤਿਗੁਰੂ ਜੀ 5 ਪੈਸੇ ਦਾ ਸਿੱਕਾ ਚੁੱਕ ਕੇ ਆਪਣੇ ਸੱਜੇ ਹਸਤ ਕਮਲ ਤੇ ਰੱਖ ਲੈਂਦੇ ਨੇ। ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੇ ਦਰ ਤੇ ਬੇਅੰਤ ਸੰਗਤਾਂ ਨਿਤ ਆਉਂਦੀਆਂ ਨੇ। ਮਹਾਰਾਜ ਇੱਥੇ ਦਮੜੇ ਵੀ ਚੜ੍ਹਦੇ ਨੇ, ਇੱਥੇ ਸਿੱਕੇ ਵੀ ਚੜ੍ਹਦੇ ਨੇ, ਇੱਥੇ ਪਦਾਰਥ ਵੀ ਆਉਂਦੇ ਨੇ, ਇੱਥੇ ਘਿਓ ਦੇ ਘੜੇ ਵੀ ਸੰਗਤਾਂ ਅਰਪਦੀਆਂ ਨੇ, ਇੱਥੇ ਦੁਸ਼ਾਲਿਆਂ ਦੇ ਢੇਰ ਲੱਗਦੇ ਨੇ। ਮਹਾਰਾਜ ਇੱਥੇ ਚਾਂਦੀ ਵੀ ਲਿਆ ਕਰਕੇ ਸੰਗਤਾਂ ਅਰਪਣ ਕਰਦੀਆਂ ਨੇ, ਇੱਥੇ ਅਸ਼ਰਫੀਆਂ ਮੋਹਰਾਂ ਤੇ ਸੋਨਾ ਵੀ ਭੇਟ ਕਰਦੀਆਂ ਨੇ। ਪਰ ਸੱਚੇ ਪਾਤਸ਼ਾਹ ਆਪ ਜੀ ਦਾ ਤੇ ਐਸਾ ਨਿਰਵਿਰਤੀ ਵਾਲਾ ਸੁਭਾਅ ਹੈ, ਕਦੇ ਮਾਇਆ ਨੂੰ ਹੱਥ ਵੀ ਨਹੀਂ ਲਾਉਂਦੇ, ਮਾਇਆ ਦੇ ਨਾਲ ਪਿਆਰ ਹੀ ਨਹੀਂ। ਪਰ ਇਹ 5 ਪੈਸੇ ਦੇ ਸਿੱਕਿਆਂ ਦੇ ਨਾਲ ਸੱਚੇ ਪਾਤਸ਼ਾਹ ਐਸਾ ਕੀ ਪਿਆਰ ਬਣ ਆਇਆ ਹੈ। ਦੋਵਾਂ ਹੱਥਾਂ ਦੇ ਵਾਰੀ-ਵਾਰੀ, ਕਦੇ ਖੱਬੇ ਤੇ, ਕਦੇ ਸੱਜੇ ਤੇ, ਕਦੇ ਖੱਬੇ ਤੇ, ਕਦੇ ਸੱਜੇ ਦੇ। ਆ 5 ਪੈਸਿਆਂ ਦੇ ਸਿੱਕੇ ਨੂੰ ਤੁਸੀਂ ਛੱਡਦੇ ਹੀ ਨਹੀਂ। ਮਹਾਰਾਜ ਭੇਦ ਕੀ ਹੈ? ਤੇ ਸੱਚੇ ਪਾਤਸ਼ਾਹ ਜੀ ਨੇ ਵਚਨ ਕਰਨਾ ਕੀਤਾ, ਸਿੱਖੋ ਕਾਬਲ ਦੇ ਵਿੱਚ ਸਾਡਾ ਸਿੱਖ ਹੈ ਭਾਈ ਕਟਾਰੂ, ਚੁਗਲਖੋਰ ਨੇ ਚੁਗਲੀ ਕੀਤੀ ਹੈ ਪਰ ਉਹ ਨਿਰਦੋਸ਼ ਹੈ। ਜਿਹੜਾ ਕਿਸੇ ਬਾਣੀਏ ਨੇ ਵੱਟਾ ਉਸ ਨੂੰ ਵੇਚਿਆ ਨਾ, ਉਹ 5 ਪੈਸੇ ਤੋਲ ਦੇ ਵਿੱਚ ਘੱਟ ਸੀ। ਉਸ ਦੀ ਇਨਕੁਆਰੀ ਹੋ ਰਹੀ ਹੈ, ਤਫਤੀਸ਼ ਹੋ ਰਹੀ ਹੈ।
ਉਸ ਦੀ ਜਾਂਚ ਪੜਤਾਲ ਹੋ ਰਹੀ ਹੈ। ਉਹ ਅਰਦਾਸ ਕਰ ਰਿਹਾ, ਸਤਿਗੁਰੂ ਜੀ ਲਾਜ ਰੱਖਣਾ ਕਰੋ। ਉਹ ਸਾਡੀ ਸ਼ਰਨ ਪਿਆ, ਸਾਡੇ ਉਪਦੇਸ਼ ਨੂੰ ਮੰਨਣ ਵਾਲਾ, ਸਵਾਸ ਸਵਾਸ ਵਾਹਿਗੁਰੂ ਜਪਣ ਵਾਲਾ ਹੈ। ਅਣਭੂਲ ਹੈ, ਉਹ ਥੋੜਾ ਬੇਈਮਾਨ ਹੈ। ਵੱਟਾ ਤੇ ਬਾਣੀਏ ਨੇ ਵੇਚਿਆ ਨਾ, ਇਸ ਕਰਕੇ ਉਸ ਦੀ ਲਾਜ ਰੱਖਦੇ ਆ। ਜਦੋਂ ਤਕੜੀ ਦੇ ਖੱਬੇ ਪੱਲੇ ਦੇ ਵਿੱਚ ਉਸ ਦਾ ਵੱਟਾ ਰੱਖਦੇ ਨੇ ਜਿਹੜਾ 5 ਪੈਸੇ ਤੋਲ ਭਰ ਦੇ ਵਿੱਚ ਘੱਟ ਹੈ, ਅਸੀਂ ਇੱਥੋਂ ਉਸ ਦਾ ਵਜਨ ਪੂਰਾ ਕਰਦੇ ਹਾਂ। ਜਦੋਂ ਉਹ ਸੱਜੇ ਪਲੜੇ ਵਿੱਚ ਰੱਖਦੇ ਨੇ ਤੇ ਸੱਜੀ ਹਥੇਲੀ ਤੇ ਅਸੀਂ ਇਹ 5 ਪੈਸਿਆਂ ਦਾ ਸਿੱਕਾ ਰੱਖ ਕੇ 5 ਗ੍ਰਾਮ ਦਾ ਤੋਲ ਇੱਥੋਂ ਹੀ ਪੂਰਾ ਕਰ ਰਹੇ ਹਾਂ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਨਾਮ ਰਸੀਆਂ ਦੇ ਜਿਹੜੇ ਹਿਰਦੇ ਕਰਕੇ ਸੱਚੇ ਨੇ, ਨਾਮ ਨੂੰ ਜਪਦੇ ਨੇ, ਸਤਿਗੁਰੂ ਜੀ ਦੀ ਸ਼ਰਨ ਪਏ ਰਹਿੰਦੇ ਨੇ ਨਾ, ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਦੀਨ ਦੁਨੀ ਦੇ ਅੰਦਰ ਸਹਾਇਤਾ ਹੁੰਦੀ ਹੈ। ਗੁਰ ਪਰਮੇਸ਼ਰ ਜੀ ਦੀਨ ਧਰਮ ਦੇ ਖੇਤਰ ਦੇ ਵਿੱਚ ਵੀ ਤੇ ਦੁਨੀ ਸੰਸਾਰ ਦੇ ਵਿੱਚ ਵੀ ਸਰਬਤ ਪ੍ਰਕਾਰ ਸਹਾਈ ਹੋ ਕਰਕੇ ਤਿੰਨਾਂ ਦੀ ਸਹਾਇਤਾ ਕਰਦੇ ਨੇ, ਲਾਜਪਤ ਰੱਖ ਲੈਣਾ ਕਰਦੇ ਨੇ। ਐਸੇ ਹਨ ਸਾਡੇ ਰਾਮ ਜੀ, ਐਸੇ ਹਨ ਸਾਡੇ ਪ੍ਰਮਾਤਮਾ ਜੀ। ਪਿਆਰਿਓ, ਐਸੇ ਨੇ ਪ੍ਰਮਾਤਮਾ ਜੀ ਦੇ ਸਰਗੁਣ ਸਰੂਪ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ। ਸਿੱਖਾਂ ਦੀ ਸਭ ਜਗ੍ਹਾ ਤੇ ਲੋਕ ਪਰਲੋਕ ਦੇ ਵਿੱਚ ਪੱਤ ਰੱਖਣੇ ਵਾਲੇ ਹਨ ਜੀ। ਦਾਸ ਕੀ ਪੈਜ ਰਖੈ ਮੇਰੇ ਭਾਈ। ਹੇ ਮੇਰੇ ਭਾਈ, ਹੇ ਭਰਾਤਾ ਜੀ, ਅਥਵਾ ਹੇ ਗੁਰਸਿੱਖੋ, ਉਹ ਪਰਮ ਪਿਤਾ ਪ੍ਰਮਾਤਮਾ ਜੀ ਆਪਣੇ ਦਾਸਾਂ ਦੀ ਪੈਜ ਆਪ ਰੱਖਦੇ ਨੇ। ਧਰੂ ਦੀ ਪੈਜ ਰੱਖੀ, ਪ੍ਰਹਿਲਾਦ ਦੀ ਰੱਖੀ। ਇਸੇ ਪ੍ਰਕਾਰ ਗਨਕਾ ਵਰਗੀਆਂ ਨੂੰ ਉਤਾਰ ਦਿੱਤਾ, ਪਾਪੀ ਅਜਾਮਲ ਵਰਗਿਆਂ ਨੂੰ ਉਤਾਰ ਦਿੱਤਾ। ਜਿਸ ਨੇ ਵੀ ਮੁਖ ਚੋਂ ਜਪ ਲਿਆ ਸਤਨਾਮ ਸ੍ਰੀ ਵਾਹਿਗੁਰੂ, ਏਕ ਚਿਤ ਜਿਹ ਏਕ ਛਿਨ ਧਿਆਇਓ। ਵਾਹਿਗੁਰੂ ਜੀ ਐਸੀ ਲਾਜ ਰੱਖਦੇ ਨੇ, ਕਾਲ ਫਾਸ ਕੇ ਵਿੱਚ ਨਾ ਆਇਓ। ਐਸਾ ਨਾਮ ਦਾ ਮਹਾਤਮ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਬਖਸ਼ਣਾ ਕਰਦੇ ਨੇ। ਜਿਵੇਂ ਭਾਈ ਕਟਾਰੂ ਦੀ ਲਾਜ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਰੱਖੀ ਹੈ ਨਾ, ਇਵੇਂ ਆਪਣੇ ਪਿਆਰਿਆਂ ਦੀ, ਆਪਣੇ ਦਾਸਾਂ ਦੀ ਲਾਜ ਪਰਮ ਪਿਤਾ ਪਰਮਾਤਮਾ ਜੀ ਸਭ ਜਗ੍ਹਾ ਤੇ ਹੀ ਪਿਆਰਿਓ ਰੱਖਣਾ ਕਰਦੇ ਹਨ। ਰਹਾਉ ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ। ਆਗੇ ਆਪ ਇਹੋ ਥਾਨ ਵਸ ਜਾਂ ਕੈ। ਇਹੋ ਥਾਨ, ਇਸ ਮਾਤ ਲੋਕ ਦੇ ਵਿੱਚ ਜਿਤਨੇ ਵੀ ਉੱਚੇ ਨੀਵੇਂ ਸਥਾਨ ਇਤਿਆਦਿਕ ਨੇ ਨਾ, ਸਾਰੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਸ ਨੇ। ਇਸ ਧਰਤੀ ਰੂਪੀ ਸਥਾਨ ਦੇ ਉੱਪਰ ਜਿਤਨੇ ਵੀ ਰਾਜੇ ਰਜਵਾੜੇ ਇਤਿਆਦਿਕ ਨੇ ਨਾ, ਜਾ ਕੇ ਵਸ ਖਾਨ ਸੁਲਤਾਨ, ਭਾਵੇਂ ਕੋਈ ਥਾਨ ਕਿਤਨੇ ਵੱਡੇ ਥਾਨ ਤੇ ਸੁਸ਼ੋਭਿਤ ਹੈ, ਕਿੱਡੀ ਵੱਡੀ ਪਦਵੀ ਤੇ ਹੈ, ਪਰ ਉਹ ਪਦਵੀਆਂ ਵਾਲੇ ਵੀ ਸਾਰੇ ਵਾਹਿਗੁਰੂ ਜੀ ਦੇ ਵਸ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਨਾ ਕਰਦੇ ਨੇ, ਆਗੇ ਆਪ। ਅੱਗੇ ਦਰਗਾਹ ਦੇ ਵਿੱਚ ਵੀ ਪ੍ਰਮਾਤਮਾ ਜੀ ਆਪ ਆਪਣੇ ਪਿਆਰਿਆਂ ਨੂੰ ਰੱਖਣਾ ਕਰਦੇ ਨੇ, ਤੇ ਇੱਥੇ ਇਸ ਲੋਕ ਦੇ ਵਿੱਚ ਵੀ ਸਾਰਿਆਂ ਦੀ ਸਹਾਇਤਾ ਆਪ ਕਰਦੇ ਨੇ, ਕਿਉਂਕਿ ਸਾਰੇ ਸਥਾਨ ਵਾਹਿਗੁਰੂ ਜੀ ਦੇ ਵਸ ਨੇ। ਤੇ ਜੇ ਕੋਈ ਸਰਬਗਤਾ ਪ੍ਰਾਪਤ ਕਰਕੇ ਵੀ ਮਾਣ ਕਰੇ ਨਾ, ਮਾਲਕ ਮੈਂ ਆ, ਤੇ ਹਰ ਜੀਓ ਅਹੰਕਾਰ ਨਾ ਭਾਵਈ। ਮੁਹੰਮਦ ਸਾਹਿਬ ਜੀ ਇਸਲਾਮ ਮਤ ਦੇ ਬੜੇ ਸਰਬਸ਼੍ਰੇਸ਼ਟ ਤੇ ਪੂਜਨੀਕ ਉਹਨਾਂ ਦੇ ਪੈਗੰਬਰ ਨੇ। ਤੇ ਮੁਹੰਮਦ ਸਾਹਿਬ ਜੀ ਦੇ ਮਨ ਦੇ ਵਿੱਚ ਇੱਕ ਵਾਰ ਹਉਮੈ ਨੇ ਸਿਰ ਚੁੱਕ ਲਿਆ, ਹੰਗਤਾ ਆ ਗਈ ਕਿ 14 ਤਬਕਾਂ ਦੇ ਵਿੱਚ ਜਾਂ ਤੇ ਫਿਰ ਸ਼ਕਤੀਆਂ ਵਾਲਾ ਮੈਂ ਹਾਂ, ਤੇ ਜਾਂ 14 ਤਬਕ ਨੇ, 7 ਆਕਾਸ਼ 7 ਪਤਾਲ ਨੇ, ਤੇ 14 ਤਬਕਾਂ ਦੇ ਵਿੱਚ ਇੱਕ ਮੁਹੰਮਦ ਸਾਹਿਬ ਮੈਂ ਹਾਂ, ਹੋਰ ਕੁਝ ਵੀ ਨਹੀਂ। ਮੈਂ ਸਮਰੱਥਾ ਵਾਲਾ, ਮੈਂ ਸਰਬਗਤਾ ਵਾਲਾ ਹਾਂ। ਜਦੋਂ ਆਪਣੀ ਕਲਾ ਤੇ ਸ਼ਕਤੀਆਂ ਤੇ ਮਾਣ ਹੋਇਆ ਨਾ, ਤੇ ਵਾਹਿਗੁਰੂ ਜੀ ਨੇ ਜਾਣਨਾ ਕੀਤਾ ਪੈਗੰਬਰ ਹੋ ਕਰਕੇ ਵੀ ਹਉਮੈ ਕਰਦਾ, ਇਸ ਦੀ ਹਉਮੈ ਦੀ ਨਿਵਰਤੀ ਕਰਨੀ ਚਾਹੀਦੀ ਹੈ। ਇੱਕ ਦਿਨ ਮੁਹੰਮਦ ਸਾਹਿਬ ਜੀ ਕਿਧਰੇ ਚੱਲੇ ਨੇ, ਘਰੋਂ ਨਿਕਲੇ ਨੇ, ਤੇ ਰਸਤੇ ਦੇ ਵਿੱਚੋਂ ਸੜਕ ਨੂੰ ਪਾਰ ਕਰਨਾ ਹੈ, ਤੇ ਕੀ ਤੱਕਦੇ ਨੇ, ਉਸ ਸੜਕ ਤੇ ਊਠਾਂ ਦੀ ਬਹੁਤ ਲੰਬੀ ਇੱਕ ਲਾਈਨ ਲੱਗੀ ਹੋਈ ਹੈ। ਤੇ ਜਿਵੇਂ ਆਮ ਕਰਕੇ ਮਨੁੱਖੀ ਸੁਭਾਅ ਹੁੰਦਾ, ਰਸਤਾ ਸਾਫ਼ ਹੋ ਜਾਵੇ ਫਿਰ ਲੰਘ ਜਾਂਦੇ ਆ। ਮੁਹੰਮਦ ਸਾਹਿਬ ਜੀ ਖੜੇ ਹੋ ਗਏ, ਚਲੋ ਆ ਊਠਾਂ ਦੀ ਲਾਈਨ ਚੱਲੀ ਆ ਰਹੀ ਹੈ, ਊਠ ਲੰਘ ਜਾਣਗੇ ਫਿਰ ਅਸੀਂ ਲੰਘਾਂਗੇ, ਲਾਈਨ ਦੇ ਵਿੱਚੋਂ ਦੀ ਕਿਉਂ ਲੰਘਣਾ ਹੈ। ਮੁਹੰਮਦ ਸਾਹਿਬ ਜੀ ਖੜੇ ਹੋ ਗਏ, ਊਠ ਹੋਰ ਆਈ ਜਾਂਦੇ ਨੇ, ਆਈ ਜਾਂਦੇ ਨੇ, ਆਈ ਜਾਂਦੇ ਨੇ। 1 ਘੜੀ 2 ਘੜੀ 4 ਘੜੀਆਂ, 1 ਪਹਿਰ ਦਾ ਸਮਾਂ ਲੰਘ ਗਿਆ, 1.5 ਪਹਿਰ ਲੰਘ ਗਿਆ, 2 ਪਹਿਰ ਲੰਘ ਗਏ, ਕਿਤਨਾ ਸਮਾਂ ਲੰਘ ਗਿਆ। ਪਰ ਹੈਰਾਨੀ ਦੀ ਗੱਲ ਹੈ, ਊਠਾਂ ਦੀ ਲਾਈਨ ਮੁੱਕਦੀ ਨਹੀਂ। ਨਾ ਇਹਨਾਂ ਊਠਾਂ ਨੂੰ ਕੋਈ ਚਲਾਉਣ ਵਾਲਾ ਨਜ਼ਰ ਆਉਂਦਾ ਹੈ, ਨਾ ਕੋਈ ਲੈ ਜਾਣ ਵਾਲਾ ਨਜ਼ਰ ਆਉਂਦਾ, ਨਾ ਕੋਈ ਹਿੱਕ ਕੇ ਭੇਜਣ ਵਾਲਾ ਨਜ਼ਰ ਆਉਂਦਾ ਹੈ। ਕੱਲੇ ਊਠ ਹੀ ਊਠ ਨੇ, ਇਹਨਾਂ ਦੇ ਉੱਪਰ ਸੰਦੂਕ ਬੰਨੇ ਹੋਏ ਨੇ, ਲੱਦੇ ਹੋਏ ਨੇ, ਤੇ ਇੰਨੀ ਲੰਬੀ ਲਾਈਨ ਆ, ਅੱਗੇ ਨੂੰ ਦੇਖਦੇ ਤੇ ਅਗਲਾ ਸਿਰਾ ਨਹੀਂ ਦਿਸਦਾ, ਤੇ ਪਿੱਛੇ ਨੂੰ ਦੇਖਦੇ ਤੇ ਪਿਛਲਾ ਸਿਰਾ ਨਹੀਂ ਦਿਸਦਾ।
ਮੁਹੰਮਦ ਸਾਹਿਬ ਬੜੇ ਹੈਰਾਨ, ਇਹਨਾਂ ਊਠਾਂ ਦਾ ਮਾਲਕ ਕੌਣ ਹੈ, ਆ ਕਿੱਧਰੋਂ ਰਹੇ ਨੇ ਤੇ ਜਾ ਕਿੱਧਰ ਰਹੇ ਨੇ। ਤੇ ਸਾਧ ਸੰਗਤ ਜੀ, ਫਿਰ ਇਸਲਾਮ ਮਤ ਦੀਆਂ ਕਿਤਾਬਾਂ ਵਿੱਚ ਵੀ ਲਿਖਿਆ ਕਿ ਜਬਰਾਈਲ ਫਰਿਸ਼ਤਾ ਪ੍ਰਗਟ ਹੋ ਗਿਆ ਤੇ ਜਬਰਾਈਲ ਜੀ ਨੇ ਪੁੱਛਣਾ ਕੀਤਾ, ਮੁਹੰਮਦ ਸਾਹਿਬ ਕੀ ਗੱਲ ਹੈ, ਇੱਥੇ ਖੜੇ ਹੋ, ਕਦ ਤੋਂ ਦੇਖ ਰਿਹਾ ਤੁਸੀਂ ਇੱਥੇ ਦੇ ਇੱਥੇ ਹੀ ਹੋ, ਕਿਧਰੇ ਜਾਂਦੇ ਹੀ ਨਹੀਂ। ਤੇ ਮੁਹੰਮਦ ਸਾਹਿਬ ਜੀ ਕਹਿਣ ਲੱਗੇ, ਜਬਰਾਈਲ ਜਾਣਾ ਤੇ ਮੈਂ ਸੀ, ਮੈਨੂੰ ਕਵੇਲਾ ਵੀ ਹੋ ਰਿਹਾ, ਪਰ ਮੈਂ ਸੋਚਦਾ ਸੀ ਇਹ ਊਠ ਲੰਘ ਹੀ ਜਾਣ, ਸੜਕ ਖਾਲੀ ਹੋ ਜੇ, ਮੈਂ ਫੇਰ ਜਾਵਾਂਗਾ। ਸੜਕ ਖਾਲੀ ਹੁੰਦੀ ਨਹੀਂ, ਮੈਂ ਸੜਕ ਤੋਂ ਲੰਘਦਾ ਨਹੀਂ। ਤੇ ਜਬਰਾਈਲ ਕਹਿਣ ਲੱਗਾ, ਮੁਹੰਮਦ ਸਾਹਿਬ ਤੁਸੀਂ ਕਿਹੜੀ ਊਠਾਂ ਦੀ ਲਾਈਨ ਦੀ ਗੱਲ ਕਰਦੇ ਹੋ ਜੋ ਤੁਹਾਡੇ ਖਲੋਤਿਆਂ ਖਲੋਤਿਆਂ ਸਾਰੀ ਲੰਘ ਜਾਵੇਗੀ। ਜਦੋਂ ਦਾ ਮੈਂ ਜੰਮਿਆ, ਇਸਲਾਮ ਮਤ ਵਿੱਚ ਮੰਨਿਆ ਜਾਂਦਾ ਜਦੋਂ ਸ੍ਰਿਸ਼ਟੀ ਦੀ ਪ੍ਰਾਰੰਭਤਾ ਹੋਈ ਤੇ 4 ਫਰਿਸ਼ਤੇ ਪ੍ਰਗਟ ਹੋਏ ਨੇ, ਜਿਨ੍ਹਾਂ ਚੋਂ ਜਬਰਾਈਲ, ਇਜ਼ਰਾਈਲ, ਮਿਕਾਇਲ ਇਤਿਆਦਿਕ ਨੇ। ਕਹਿਣ ਲੱਗਾ, ਜਦੋਂ ਦਾ ਮੈਂ ਜੰਮਿਆ, ਜਦੋਂ ਦਾ ਮੈਂ ਪੈਦਾ ਹੋਇਆ, ਮੇਰੇ ਜੰਮਣ ਤੋਂ ਪਹਿਲਾਂ ਦੀ ਇਹ ਊਠਾਂ ਦੀ ਲਾਈਨ ਲੰਘੀ ਜਾਂਦੀ ਹੈ, ਤੁਰੀ ਜਾਂਦੀ ਹੈ, ਤੁਰੀ ਜਾਂਦੀ ਹੈ। ਅੱਜ ਤੱਕ ਮੇਰੇ ਦੇਖਦਿਆਂ ਊਠਾਂ ਦੀ ਲਾਈਨ ਸਮਾਪਤ ਨਹੀਂ ਹੋਈ ਤੇ ਤੁਹਾਡੇ 2-3 ਪੈਰ ਖੜੇ ਹੋ ਕੇ ਉਡੀਕ ਕਰਨ ਦੇ ਨਾਲ ਕਿਹੜੀ ਮੁੱਕ ਚੱਲੀ ਹੈ, ਇਹ ਨਹੀਂ ਮੁੱਕਣੀ। ਜੇ ਲੰਘਣਾ ਤੇ ਏਦਾਂ ਹੀ ਲੰਘ ਜਾਓ। ਮੁਹੰਮਦ ਸਾਹਿਬ ਹੋਰ ਹੈਰਾਨ ਹੋ ਗਏ, ਕਹਿਣ ਲੱਗੇ, ਜੇ ਇੰਨੇ ਸਮੇਂ ਤੋਂ ਊਠਾਂ ਦੀ ਪਾਲ ਚੱਲੀ ਜਾਂਦੀ ਹੈ ਤੇ ਸਮਾਨ ਵੀ ਇਤਨਾ ਲੱਦਿਆ, ਇਤਨਾ ਸਮਾਨ ਲੱਦ ਕੇ ਕੌਣ ਭੇਜ ਰਿਹਾ ਤੇ ਸਮਾਨ ਹੈ ਕੀ। ਤੇ ਜਬਰਾਈਲ ਕਹਿਣ ਲੱਗਾ, ਜੀ ਮੈਨੂੰ ਤੇ ਪਤਾ ਨਹੀਂ, ਤੁਸੀਂ ਆਪ ਹੀ ਦੇਖ ਲਓ। ਮੁਹੰਮਦ ਸਾਹਿਬ ਜੀ ਅੱਗੇ ਵਧੇ ਨੇ, ਇੱਕ ਊਠ ਨੂੰ ਪਕੜਿਆ ਹੈ, ਊਠ ਨੂੰ ਬਿਠਾਇਆ ਹੈ, ਬਿਠਾ ਕਰਕੇ ਉੱਪਰੋਂ ਜਿਹੜੇ ਕਾਫੀ ਸਾਰੇ ਸੰਦੂਖ ਲੱਦੇ ਸਨ ਦੇਖਣਾ ਕੀਤਾ, ਤਾਲੇ ਲੱਗੇ ਨੇ ਤੇ ਚਾਬੀਆਂ ਵੀ ਨਾਲ ਹੀ ਵੱਜੀਆਂ ਨੇ। ਇੱਕ ਤਾਲੇ ਦੀ ਚਾਬੀ ਪਕੜੀ ਆ, ਇੱਕ ਤਾਲਾ ਖੋਲਿਆ, ਜਦੋਂ ਸੰਦੂਖ ਨੂੰ ਖੋਲਿਆ ਉਸ ਸੰਦੂਖ ਦੇ ਅੰਦਰ, ਟਰੰਕ ਬਾਕਸ ਦੇ ਅੰਦਰ ਅੰਡੇ ਹੀ ਅੰਡੇ ਨੇ, ਸਾਰਾ ਅੰਡਿਆਂ ਦੇ ਨਾਲ ਭਰਿਆ ਹੈ। ਹੈਰਾਨ ਹੋ ਗਏ, ਅੰਡੇ ਤੇ ਇਤਨਾ ਸਮਾਂ ਸਲਾਮਤ ਨਹੀਂ ਰਹਿ ਸਕਦੇ, ਸਹੀ ਨਹੀਂ ਰਹਿ ਸਕਦੇ, ਇਹ ਤੇ ਝੱਟ ਖਰਾਬ, ਥੋੜੇ ਦਿਨਾਂ 'ਚ ਖਰਾਬ, ਗੰਦੇ ਪੈ ਜਾਂਦੇ ਨੇ, ਖਰਾਬ ਹੋ ਜਾਂਦੇ ਨੇ। ਤੇ ਆਂਡੇ ਕਿਸ ਚੀਜ਼ ਦੇ ਨੇ ਜਿਹੜੇ ਸਦੀਆਂ ਤੋਂ ਇਦਾਂ ਹੀ ਜਾ ਰਹੇ ਨੇ ਤੇ ਖਰਾਬ ਨਹੀਂ ਹੁੰਦੇ ਹੋਣਗੇ। ਤੇ ਜਬਰਾਈਲ ਕਹਿਣ ਲੱਗਾ, ਜੀ ਤੋੜ ਕੇ ਦੇਖ ਲਓ। ਜਦੋਂ ਮੁਹੰਮਦ ਸਾਹਿਬ ਜੀ ਨੇ ਇੱਕ ਆਂਡੇ ਨੂੰ ਤੋੜਿਆ ਤੇ ਕੀ ਤੱਕਿਆ, ਇੱਕ ਆਂਡੇ ਦੇ ਅੰਦਰ 7 ਆਕਾਸ਼ ਨੇ, 7 ਪਤਾਲ ਨੇ ਤੇ ਇੱਕ ਮੁਹੰਮਦ ਸਾਹਿਬ ਬੈਠਾ ਹੋਇਆ। ਬੜੇ ਹੈਰਾਨ ਹੋਏ, ਇੱਕ ਆਂਡੇ ਦੇ ਵਿੱਚ ਪੂਰਾ ਬ੍ਰਹਿਮੰਡ, 14 ਤਬਕ ਇੱਕ ਆਂਡੇ ਦੇ ਵਿੱਚ, ਮੁਹੰਮਦ ਸਾਹਿਬ ਇੱਕ ਆਂਡੇ ਦੇ ਵਿੱਚ। ਹੈਰਾਨ ਹੋਏ, ਦੂਸਰਾ ਆਂਡਾ ਤੋੜਿਆ, ਕੀ ਤੱਕਿਆ, 7 ਆਕਾਸ਼, 7 ਪਤਾਲ, ਇੱਕ ਮੁਹੰਮਦ ਉਸ ਦੇ ਵਿੱਚ ਵੀ। ਤੀਸਰਾ ਤੋੜਿਆ, ਚੌਥਾ ਤੋੜਿਆ, ਜਿਤਨੇ ਆਂਡੇ ਤੋੜ ਕੇ ਦੇਖਦੇ ਨੇ, ਹਰ ਆਂਡੇ ਦੇ ਅੰਦਰ 14 ਤਬਕ ਨੇ ਤੇ ਇੱਕ ਮੁਹੰਮਦ ਸਾਹਿਬ ਬੈਠਾ ਹੋਇਆ। ਹਿਰਦੇ ਦੇ ਮਾਣ ਦੀ ਨਿਵਰਤੀ ਹੋ ਗਈ। ਮੁਹੰਮਦ ਸਾਹਿਬ ਸੋਚਦੇ ਨੇ, ਉਹ ਪੈਗੰਬਰਾ, ਤੂੰ ਸੋਚਦਾ ਸੀ ਦੁਨੀਆ ਦੇ ਅੰਦਰ ਤੂੰ ਵੱਡਾ, ਬੜੀਆਂ ਸ਼ਕਤੀਆਂ ਵਾਲਾ ਹੈ, ਇੱਥੇ ਤੇ ਊਠ ਨਹੀਂ ਗਿਣੇ ਜਾਂਦੇ। ਪਹਿਲਾਂ ਊਠਾਂ ਦੇ ਸਾਲ ਨਹੀਂ ਗਿਣੇ ਜਾਂਦੇ ਕਿ ਕਿੰਨੇ ਸਾਲਾਂ ਤੋਂ ਜਾਂਦੇ ਨੇ, ਫਿਰ ਊਠ ਨਹੀਂ ਗਿਣੇ ਜਾਂਦੇ, ਫਿਰ ਊਠਾਂ ਦੇ ਉੱਪਰ ਟਰੰਕ ਨਹੀਂ ਗਿਣੇ ਜਾਂਦੇ, ਇੱਕ ਇੱਕ ਟਰੰਕ ਦੇ ਵਿੱਚ ਕਿੰਨੇ ਕਿੰਨੇ ਆਂਡੇ ਨੇ ਉਹ ਨਹੀਂ ਗਿਣੇ ਜਾਂਦੇ। ਤੇ ਹਰ ਆਂਡੇ ਵਿੱਚ ਮੁਹੰਮਦ ਬੈਠਾ। ਇੱਥੇ ਤੇ ਮੁਹੰਮਦਾਂ ਦੀ ਗਿਣਤੀ ਨਹੀਂ, ਆਂਡਿਆਂ ਦੀ ਗਿਣਤੀ ਨਹੀਂ, ਤਬਕਾਂ ਦੀ ਗਿਣਤੀ ਨਹੀਂ, ਟਰੰਕਾਂ ਦੀ ਗਿਣਤੀ ਨਹੀਂ, ਊਠਾਂ ਦੀ ਗਿਣਤੀ ਨਹੀਂ, ਬ੍ਰਹਮੰਡਾਂ ਦੀ ਗਿਣਤੀ ਨਹੀਂ। ਤੇ ਤੂੰ ਕਿਹੜੀਆਂ ਆਪਣੀਆਂ ਇੱਕ ਸ਼ਕਤੀਆਂ ਕਲਾ ਦਾ ਮਾਣ ਕਰਨੇ ਵਾਲਾ ਹੈ। ਵਾਹਿਗੁਰੂ ਜੀ ਦੇ ਅੱਗੇ ਸੀਸ ਝੁਕਾ ਦਿੱਤਾ। ਐ ਮੇਰੇ ਅੱਲਾਹ ਤਾਲਾ, ਮੇਰੇ ਪਰਵਦਗਾਰ, ਮੇਰੇ ਖੁਦਾਵੰਦ, ਆਪਣੇ ਇਸ ਬੰਦੇ ਤੇ ਆਪਣਾ ਰਹਿਮ ਅਤਾ ਫਰਮਾਓ। ਮਹਾਰਾਜ ਤਰਸ ਕਰੋ, ਬਖਸ਼ ਲਓ, ਮੈਂ ਹੰਕਾਰ ਕੀਤਾ ਸੀ। ਬੇਨਤੀਆਂ ਕਰਕੇ ਵਾਹਿਗੁਰੂ ਜੀ ਦੇ ਸਨਮੁਖ ਖੁਦਾ ਜੀ ਦੇ ਅੱਗੇ ਸੀਸ ਝੁਕਾਵਣਾ ਕੀਤਾ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਮਤਾ ਕੋਈ ਮਾਣ ਕਰੇ ਮੈਂ ਵੱਡਾ ਹਾਂ, ਮੈਂ ਸ਼ਕਤੀਆਂ ਵਾਲਾ ਹਾਂ, ਮੈਂ ਦੌਲਤ ਵਾਲਾ ਹਾਂ, ਮੈਂ ਅਹੁਦੇ ਵਾਲਾ ਹਾਂ, ਮੈਂ ਰਿੱਧੀਆਂ ਸਿੱਧੀਆਂ ਵਾਲਾ ਹਾਂ, ਮੈਂ ਮੁਰਾਤਬੇ ਵਾਲਾ ਹਾਂ, ਮੇਰਾ ਹੁਕਮ ਚੱਲਦਾ, ਕੋਈ ਮਾਣ ਨਾ ਕਰੇ। ਸਭ ਕੁਛ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਸ ਹੈ। ਜਿਸ ਨੂੰ ਭਾਇਆ ਉਸ ਨੂੰ ਮਾਇਆ ਦੀ ਵਡਿਆਈ ਦੇ ਦਿੱਤੀ, ਜਿਸ ਨੂੰ ਭਾਇਆ ਉਸ ਨੂੰ ਨਾਮ ਦੀ ਵਡਿਆਈ ਦੇ ਦਿੱਤੀ, ਜਿਸ ਨੂੰ ਭਾਇਆ ਉਸ ਨੂੰ ਦਰਸ਼ਨ ਦੀਦਾਰਿਆਂ ਦੀ ਵਡਿਆਈ ਤੇ ਸਰੂਪ ਰੂਪ ਦੀ ਪ੍ਰਾਪਤੀ ਦੀ ਵਡਿਆਈ ਦੇ ਦਿੱਤੀ। ਕਿਸੇ ਬੰਦੇ ਦੇ ਵਸ ਦੀ ਗੱਲ ਨਹੀਂ। ਇਹ ਜਿਤਨੇ ਵੀ ਦੁਨੀਆ ਤੇ ਥਾਨ ਨੇ ਨਾ, ਇਹੋ ਥਾਨ ਵਸ ਜਾ ਕੇ ਸਾਰੇ ਸਥਾਨ ਤੇ ਸਾਰੇ ਪਦਾਰਥ ਵਾਹਿਗੁਰੂ ਜੀ ਦੇ ਵਸ ਨੇ। ਤੇ ਅੱਗੇ ਦਰਗਾਹ ਦੇ ਵਿੱਚ ਵੀ ਆ ਗਏ ਆਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਅੱਗੇ ਦਰਗਾਹ ਦੇ ਵਿੱਚ ਵੀ ਸਭਨਾਂ ਦੀ ਸਹਾਇਤਾ ਕਰਨੇ ਵਾਲੇ ਨੇ। ਦੀਨ ਦੁਨੀ ਦੇ ਮਾਲਕ ਨੇ, ਸਰਬ ਕਲਾ ਸਮਰੱਥ ਨੇ, ਸਰਬੱਗ ਨੇ, ਸਭਨਾਂ ਨੂੰ ਰੱਖਣ ਵਾਲੇ ਹਨ। 8 ਪਹਿਰ ਮਨ ਹਰ ਕਉ ਜਾਪੈ। ਇਸ ਕਰਕੇ ਪਿਆਰਿਓ, 8 ਪਹਿਰ ਹਿਰਦੇ ਦਾ ਪਿਆਰ, ਮਨ ਦਾ ਪਿਆਰ ਵਾਹਿਗੁਰੂ ਜੀ ਦੇ ਨਾਮ ਵਿੱਚ ਲਾ ਕਰਕੇ ਨਾ, ਤੇ ਵਾਹਿਗੁਰੂ ਜੀ ਦਾ ਹੀ ਨਾਮ ਅਸੀਂ ਜਪਣਾ ਕਰਦੇ ਹਾਂ। ਇਸੇ ਹੀ ਪ੍ਰਕਾਰ 8 ਪਹਿਰ ਮਨ ਹਰ ਕਉ ਜਾਪੈ। ਹੇ ਮਨ ਭਾਈ,
अठे पहर ऐसे हरि परमात्मा वाहिगुरु जी दे नाम कहो जापै। हर वेले नाम नू जपदे ही रहो, नाम नू अपनी रसना चो अपने मुख चो सदा उचारदे रहो। वाहिगुरु जी दा नाम कदे विसर ना जावे जुबान तो। रसना जपै ना नाम तिल तिल कर कटिए। टुकड़े टुकड़े कर देना चाहिए इस जुबान नू जिहड़ी नाम नहीं जपदी है ते, अथवा दरगाह दे अंदर तिल तिल मात्र टुकड़े टुकड़े करके खिलार दिती जांदी ओ रसना जिहड़ी नाम नू नहीं जपदी है। इस करके नाम कदे भुले ना, हिरदे दे मन दे प्यार करके सदा ही नाम नू जपदे रहो। पत परवान सच नीसान। सच्चे पातशाह जे नाम नू जपना करिए फिर लोक परलोक सफला हो जाता है। ते साहिब जी फरमाउंदे ने पत परवान, जेड़ा नाम दे लड़ लगदा है, नाम दा रसिया हुंदा ना, दुनिया दे अंदर इस धरती पृथ्वी मंडल दे उपर रहिंदियां होयां दुनियावी कारज विवहार करदियां भी पत परवान, ओ पत वाला, वडियाई वाला, शोभा वाला, इज्जतदार हो जाता है तो उसकी पत भी परवान है। इसे प्रकार दुनिया दे अंदर उसका आया भी परवान है। ते सच निशान, सच्चे नाम नू जपने करके सच्चा नाम रूपी परवाना उसनू मिलता है, अथवा नाम रूपी झंडा उसनू मिलता है। किसी देश की सेना एक जगह तो दूसरी जगह ते जाती है ते साध संगत जी उन्हां दा झंडा नाल हुंदा है, ते जिथे भी जाके पहला फौज उतारा करदी उत्थे भी झंडा कढ़िया जाता है। भंगाणी साहिब कदे दर्शन करन जाओ ना, पौंटा साहिब की धरती ते हिमाचल प्रदेश, ते जदों कलगीधर सच्चे पातशाह महाराज जी का पहाड़ी राजियां दे नाल जंग होया ना, ते जंग वेले भी दोवां पासियां दीयां सेना अपना अपना लैके झंडा कढ़दियां सन, ताकि पता लग जाए जिथे तक झंडा पहुंच गया उत्थे तक साडा कब्जा है। ते जेड़े निशान साहिब अज भी निहंग सिंह घोड़ियां ते चढ़े भी मोढियां नाल ला के उच्चे चुक के रखते ने, कारण इहो है घोड़ असवार अथवा पैदल भी जेड़े योधे होंदे, निशान साहब हथ च पकड़ना, दुश्मन दे दल विच अगे तक लड़दियां जाना, ताकि साडियां सेनावां नूं पता लग जावे इन्नी दूर तक असीं दुश्मन दे अंदर वड़ चुके हैं, दुश्मन नूं जित चुके हैं, इत्थे तक कब्जा साडा है। ते भंगाणी दे मुकाम ते कलगीधर सच्चे पातशाह जी ने जदों जंग लड़ी है ना धर्म हित, ते कलगीधर साहब जी दा वड्डा निशान साहब लिया के गड्ढिया गया, उसनूं नाम दिता गया रणथंभा। मैदाने जंग दा थंभ भाव निशान साहिब। ते अज खेतां दे विच ओह स्थान आ ते रणथंभा साहिब गुरुद्वारा साहिब उत्थे बनिया होया है। जिहड़ा झंडा हुंदा है, इह निशानी हुंदी है कि इह किस राजे दी प्रजा है। ते जिहड़ा धार्मिक चिन्ह सतगुरु कलगीधर साहिब जी ने निशान साहिब बख्शिया, गुरु घर च दूरों पता लग जाता ना, यह गुरु का घर है। इसे प्रकार साध संगत जी नाम रसिया नूं नाम रूपी परवाना, नाम रूपी झंडा मिल जाता है। वाहिगुरु जी दे दर घर ते गया पता लग जाता ये ते गुरु नानक देव साहिब जी कलगीधर साहिब जी दा सिख है। निशानी रूपी परवाना, नाम रूपी परवाना, नाम रूपी झंडा मिलता है। ते सतगुरु जी फरमाउंदे ने जेड़ा नाम दा रसिया दुनिया दे अंदर ते पत वाला, इज्जत वाला होकर के प्रवान हुंदा ही है। ते सच्ची दरगाह दे अंदर भी अकाल पुरख वाहिगुरु जी दा नाम रूपी परवाना, नाम रूपी हुक्म उस दे नाल जांदा है, ओथे भी ओ परवान है। जाको आप करह फुरमान। ये वड्डी भारी दात नाम दे परवाने दी उन्हां नूं मिलदी है जिन्हां नूं हरि अकाल पुरख वाहिगुरु जी आप फुरमान करदे ने, फुरमा देंदे ने, अपनी पवित्र रसना तो नाम दी दात बख्शना करदे ने। सतनाम श्री वाहिगुरु। गुरु साहब जी दे जीवन काल नूं पढ़ के देखिए, पापी दा उद्धार करना है, मुर्दे च प्राण पाउणे ने, ते सतगुरु जी वाहिगुरु कह के नाम दा छटा मारदे ने। मरदाना डुबण लगदा है, वाहिगुरु कह के तार देंदे ने। कौडे दे तपदे हिरदे नूं वाहिगुरु जी कह के ठंडा कर देंदे ने, तपदे कड़ाहे नूं वाहिगुरु कह के ठंडा कर देंदे ने। इस प्रकार सतगुरु जी जिसनूं नाम फरमान करके फरमा देंदे ने ना, कृपा करके, ते मौजूदा समय दे अंदर पंज प्यारे गुरु स्वरूप हो करके अमृत छका करके ते अपनी रसना तो फरमा करके मूल मंत्र गुर मंत्र बख्शिश कर देना करदे ने। ये नाम दी दात उन्हां नूं मिलदी है जिन्हां नूं सतगुरु जी फरमान करके बख्शदे ने। ये नाम आप दातां दे करके तिन्हां दे पेट दी उदर दी पूर्ति करदे ने, जरूरतां नूं पूरियां करदे ने। आप ही सबना दी प्रत पालना विशेष करके नाम दी दात दे करके मन करके भी प्रत पालना करदे ने। इसे प्रकार आपे दाता जिथे पदार्थ दे करके दाता जी जीवां दीयां जरूरतां पूरियां करदे ने, आप प्रतपाल, आप ही भोजन इत्यादिक दे करके प्रत पालना करदे ने।
ਐਸੇ ਹੀ ਪ੍ਰਕਾਰ ਆਪੇ ਦਾਤਾ ਆਪ ਪ੍ਰਤਪਾਲ। ਆਪਣੇ ਪਿਆਰਿਆਂ ਨੂੰ, ਨਾਮ ਦੇ ਰਸੀਆਂ ਨੂੰ, ਜ਼ਰੂਰਤਮੰਦਾਂ ਨੂੰ, ਦਰ ਤੇ ਆਉਣ ਵਾਲਿਆਂ ਨੂੰ, ਸ਼ਰਨ ਪੈਣ ਵਾਲਿਆਂ ਨੂੰ ਪੁੱਤ ਪੋਤਿਆਂ ਦੀਆਂ ਦਾਤਾਂ, ਤਰੱਕੀਆਂ ਦੀਆਂ ਦਾਤਾਂ, ਪਦਾਰਥਾਂ ਦੀਆਂ ਦਾਤਾਂ ਬਖਸ਼ਦੇ ਨੇ। ਉਥੇ ਨਾਮ ਦੀ ਦਾਤ ਬਖਸ਼ ਕਰਕੇ ਆਪ ਪ੍ਰਤਪਾਲ, ਆਪੇ ਗੁਰਸਿੱਖ ਦੀ ਜੀਵ ਆਤਮਾ ਦੀ ਵੀ ਪ੍ਰਤਪਾਲਣਾ ਕਰਦੇ ਨੇ। ਜਿੱਥੇ ਲੋਕ ਦੇ ਪਦਾਰਥ ਬਖਸ਼ਦੇ ਨੇ ਉਥੇ ਸਵਰੂਪ ਰੂਪ ਦੀ ਪ੍ਰਾਪਤੀ ਕਰਕੇ ਐਸੀ ਪ੍ਰਤਪਾਲਣਾ ਕਰਦੇ ਨੇ, ਆਪਣੇ ਸਰੂਪ ਰੂਪ ਦੀ ਹੀ ਅਭੇਦਤਾ ਦਿੰਦੇ ਨੇ। ਨਿਤ ਨਿਤ ਨਾਨਕ RAM ਨਾਮ ਸਮਾਲ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਇਹ ਸਿੱਖੋ ਇਸ ਕਰਕੇ ਨਿਤ ਨਿਤ ਹਰ ਰੋਜ਼ ਨਿਤਾ ਪ੍ਰਤੀ ਬਿਨ ਨਾਗਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਦਾ ਸੰਭਾਲ। ਇਥੇ ਮੰਮੇ ਅੱਖਰ ਦੇ ਚਰਨ ਵਿੱਚ ਹਲੰਤ ਅੱਧਾ ਹਾਹਾ ਹੈ, ਇਥੇ ਸੰਭਾਲ ਭਾਰਾ ਕਰਕੇ ਪੜਨਾ ਹੈ। ਤੇ ਸੰਭਾਲ ਦਾ ਅਰਥ ਹੈ ਸੰਭਾਲ। ਉਸ ਵਾਹਿਗੁਰੂ ਜੀ ਦੇ ਨਾਮ ਰੂਪੀ ਖਜ਼ਾਨੇ ਨੂੰ, ਨਾਮ ਰੂਪੀ ਦੌਲਤ ਨੂੰ, ਨਾਮ ਰੂਪੀ ਹੀਰੇ ਨੂੰ, ਨਾਮ ਰੂਪੀ ਰਤਨਾ ਨੂੰ ਆਪਣੇ ਹਿਰਦੇ ਰੂਪੀ ਖਜ਼ਾਨੇ ਦੇ ਅੰਦਰ ਸੰਭਾਲ ਕੇ ਰੱਖ ਲੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਇਹ ਰਤਨ ਨੇ, ਇਹ ਹੀਰੇ ਨੇ, ਲਾਲ ਪਦਾਰਥ ਨੇ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ RAM। ਜਿਹੜੇ ਮੁਖ ਚੋਂ ਜਿਤਨੀ ਬਾਣੀ ਬੋਲਦੇ ਨੇ ਸਤਿਗੁਰੂ ਜੀ ਦੀ ਗੁਰਬਾਣੀ ਹੀ ਉਚਾਰਦੇ ਨੇ। ਵਾਹਿਗੁਰੂ ਜੀ ਤਿੰਨਾਂ ਦੇ ਹੱਥ ਚੜਿਆ, ਭਾਵ ਤਿੰਨਾਂ ਨੂੰ ਪ੍ਰਾਪਤ ਹੋਇਆ ਹੈ। ਤੇ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਸਿੱਖਾ ਨਾਗਾ ਨਹੀਂ ਕਰਨਾ, ਸਿੱਖਾ ਆਲਸ ਨਹੀਂ ਕਰਨਾ, ਸਿੱਖਾ ਢਿੱਲ ਨਹੀਂ ਵਰਤਾਉਣੀ। ਨਿਤ ਨਿਤ ਨਾਨਕ RAM ਨਾਮ ਸੰਭਾਲ। ਨਿਤ ਨਿਤ ਹਰ ਰੋਜ਼ ਅਨ ਦਿਨ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਸਦਾ ਹਿਰਦੇ ਵਿੱਚ ਸੰਭਾਲ ਕੇ ਹੀ ਰੱਖੋ। ਜਿਹੜੇ ਵਾਹਿਗੁਰੂ ਜੀ ਸ਼ੁਭ ਸਲਾਹਕਾਰ ਨੇ, ਅੰਗ ਸੰਗ ਹੋ ਕਰਕੇ ਰਖਵਾਲੀ ਕਰਦੇ ਨੇ, ਜਿਹੜੇ ਸਤਿਗੁਰੂ ਜੀ ਸਾਰ ਸੰਭਾਲ ਕਰਦੇ ਨੇ, ਜਿਹੜੇ ਗਰੀਬ ਨਿਵਾਜ ਸਤਿਗੁਰੂ ਜੀ ਲੋਕ ਪਰਲੋਕ ਦੇ ਰੱਖਿਅਕ ਨੇ, ਦਾਸਾਂ ਦੀ ਪੈਜ ਜੁਗਾ ਜੁਗਾਂਤਰਾਂ ਤੋਂ ਰੱਖਦੇ ਆਏ ਨੇ, ਇਥੇ ਪ੍ਰਤਪਾਲਣਾ ਕਰਦੇ ਨੇ। ਸਾਰੇ ਪਦਾਰਥ, ਸਾਰੇ ਲੋਕ, ਸਾਰੇ ਜੀਵ, ਸਾਰੇ ਅਹੁਦੇ ਜਿਸ ਦੇ ਵਸ ਦੇ ਅੰਦਰ, ਅਧਿਕਾਰ ਦੇ ਅੰਦਰ ਨੇ। ਅੱਠੇ ਪਹਿਰ ਤੇ ਹਰੀ ਪ੍ਰਮਾਤਮਾ ਜੀ ਦੇ ਨਾਮ ਨੂੰ ਧਿਆਵਣਾ ਕਰੋ, ਜਿਸ ਦਾ ਨਾਮ ਜਪਣ ਦੇ ਨਾਲ ਜੀਵ ਦੁਨੀਆ ਦੇ ਅੰਦਰ ਵੀ ਪੱਤ ਵਾਲਾ ਹੋ ਕਰਕੇ ਪ੍ਰਵਾਨ ਹੋ ਜਾਂਦਾ ਹੈ, ਸੱਚੀ ਦਰਗਾਹ ਦੇ ਅੰਦਰ ਵੀ ਮਾਣ ਪ੍ਰਾਪਤ ਕਰਨਾ ਕਰਦਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਇਹ ਦਾਤ ਨਾਮ ਦੀ ਮਿਲਦੀ ਉਸ ਨੂੰ ਜੋ ਸਤਿਗੁਰੂ ਜੀ ਆਪ ਫਰਮਾਨ ਕਰਕੇ ਬਖਸ਼ ਦਿੰਦੇ ਨੇ। ਜਿਹੜੇ ਦਾਤਾ ਜੀ ਸਭਨਾ ਦੀ ਪ੍ਰਤਪਾਲਣਾ ਕਰਨ ਵਾਲੇ, ਪਦਾਰਥਾਂ ਦੇ ਤੇ ਆਤਮ ਸੁਖ ਦੇ ਦਾਤੇ ਨੇ, ਐਸੇ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਇਹ ਜਗਿਆਸੂ ਕਦੇ ਆਲਸ ਕਰਕੇ ਤਿਆਗਣਾ ਨਾ ਕਰੀ। ਨਿਤ ਨਿਤ ਹਰ ਰੋਜ਼ ਜਪਣਾ ਕਰ, ਆਰਾਧਨਾ ਕਰ, ਮੁਖ ਚੋਂ ਜਸ ਉਚਾਰਨਾ ਕਰ, ਇਕੱਲਿਆਂ ਵੀ ਜਪਣਾ ਕਰ ਤੇ ਸੰਗਤ ਵਿੱਚ ਬੈਠ ਕਰਕੇ ਵੀ ਜਪਣਾ ਕਰ। ਸਤਨਾਮ ਸ੍ਰੀ ਵਾਹਿਗੁਰੂ। ਤੇਰਾ ਜੀਵਨ ਵੀ ਸਫਲਾ ਹੋ ਜਾਵੇਗਾ, ਪਦਾਰਥਾਂ ਦੀ ਵੀ ਜੋ ਪੂਰਤੀ ਹੋ ਜਾਵੇਗੀ, ਮਨ ਦੀ ਤ੍ਰਿਸ਼ਨਾ ਵੀ ਮੁੱਕ ਜਾਵੇਗੀ, ਪਰ ਲੋਕ ਦੇ ਅੰਦਰ ਵੀ ਪਤ ਵਡਿਆਈ ਪਾਵੇਗਾ। ਸਰੂਪ ਰੂਪ ਦੀ ਅਭੇਦਤਾ ਹਿਰਦੇ ਅੰਦਰ ਪ੍ਰਾਪਤ ਕਰਕੇ ਆਤਮ ਰਸ ਦਾ ਰਸੀਆ ਬਣ ਜਾਵੇਗਾ। ਇਹ ਪਾਵਨ ਸ਼ੁਭ ਉਪਦੇਸ਼ ਕਿਰਪਾਲਤਾ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਜੀ ਨੇ ਫਰਮਾ ਕਰਕੇ ਸਰਬਤ ਸੰਸਾਰ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੀ ਵਿਚਾਰ ਗੁਰ ਚਰਨਾਂ ਵਿਖੇ ਆਪ ਸੰਗਤਾਂ ਦੇ ਸਮਕਸ਼ ਪ੍ਰਗਟ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਤਖਤਾਂ ਤੇ ਸੁਭਾਇਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗੁਰਤਾ ਗੱਦੀ ਤੇ ਸ਼ੋਭਨੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰ ਗੋਦ ਦੇ ਅੰਦਰ ਸਜੀ ਹੋਈ ਗੁਰ ਸੰਗਤ ਬਖਸ਼ਣ ਜੋਗਾ, ਕਿਰਪਾ ਕਰਕੇ ਬਖਸ਼ ਲਵੋ ਜੀ। ਅੱਗੇ ਵਾਸਤੇ ਸੁਮਤ ਬਖਸ਼ਣੀ, ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਗੁਰ ਉਪਦੇਸ਼ ਦੇ ਸ਼ਬਦ ਦੀਆਂ ਦੋ ਪੰਕਤੀਆਂ ਅਖੀਰਲੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਆਪੇ ਦਾਤਾ ਆਪ ਪ੍ਰਤਪਾਲ, ਨਿਤ ਨਿਤ ਨਾਨਕ RAM ਨਾਮ ਸੰਭਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार, हे निर्गुण सब टेक, हे गोविद हे गुण निधान, जाकै सदा विवेक,
हे अपरंपर हर हरे हह पी होवनहार हे संतह कै सदा संग निधारा आधार हे ठाकुर हव दासरो मैं निर्गुण गुण नहीं कोई नानक दीजै नाम दान राखो हिया परोई आई प्रभ सरनागति कृपा निध दयाल एक अखर हर मन बसत नानक होत निहाल वाहिगुरु नाम जहाज है चढ़े सो उतरे पार जो सरदा कर सेम दे गुर पार उतारन हार कथा निता प्रत होत है सुनो सो सिंह सुजान नानक गुरु गोबिंद सिंह जी सदा करह कल्याण नानक गुरु गोबिंद सिंह जी सदा करह कल्याण वाहिगुरु जी का खालसा वाहिगुरु जी की फतेह। गज के जयकारा जावे सो निहाल हो जावे सत श्री अकाल। गुरबर अकाल देग तेग फतेह गुरु पंथ खालसे दे चढ़दी कला रखनी सच्चे पातशाह जी महाराज। Shabbat